1947 ਦੇ ਹਵਾਲੇ ਨਾਲ ਇਸ ਤਰ੍ਹਾਂ ਦੀਆਂ ਬੜੀਆਂ ਘੱਟ ਕਹਾਣੀਆਂ ਮੈਂ ਸੁਣੀਆਂ ਨੇ ਜਾਂ ਰਿਕਾਰਡ ਕੀਤੀਆਂ ਨੇ, ਜਿਨ੍ਹਾਂ ਨੂੰ ਸੁਣਦਿਆਂ ਔਰ ਰਿਕਾਰਡ ਕਰਦਿਆਂ ਹੋਇਆਂ ਮੈਨੂੰ ਰੋਣਾ ਨਾ ਆਇਆ ਹੋਵੇ, ਬਲਕਿ ਮੈਂ ਖੁਸ਼ ਹੋਇਆ ਹਾਂ। ਅਤੇ ਇਹ ਕਹਾਣੀ ਉਹਨਾਂ ਕਹਾਣੀਆਂ 'ਚੋਂ ਇੱਕ ਹੈ ਜਿਹਦੇ 'ਚ ਹਰ ਕਦਮ 'ਤੇ ਕੁਝ ਨਾ ਕੁਝ ਤੁਹਾਡੇ ਇਤਮੀਨਾਨ ਵਾਸਤੇ, ਸੈਟਿਸਫੈਕਸ਼ਨ ਵਾਸਤੇ, ਤੁਹਾਡੇ ਮਨ ਨੂੰ ਸਮਝਾਉਣ ਵਾਸਤੇ, ਮਨ ਨੂੰ ਖੁਸ਼ ਕਰਨ ਵਾਸਤੇ ਨਿਕਲ ਆਉਂਦਾ ਰਿਹਾ। ਖੈਰ ਉੱਥੋਂ ਗੱਡੀ ਚਲੀ ਅੰਮ੍ਰਿਤਸਰ ਆ ਗਈ। ਅੰਮ੍ਰਿਤਸਰ ਪਲੇਟਫਾਰਮ 'ਤੇ ਸਿੱਖ ਪਏ ਸੀਗੇ, ਸੋ ਉਹ ਵੀ ਵਿਚਾਰੇ ਸਾਡੇ ਵਾਂਗ ਇੱਧਰ ਜਿਹੜੇ ਗਏ ਸੀਗੇ, ਉਹ ਵੀ ਮਹਾਜਰ ਸੀਗੇ, ਰੈਫਿਊਜੀ ਇੱਧਰ ਦੇ, ਬਿਲਕੁਲ ਇੱਧਰ ਦੇ। ਉਹ ਉੱਠੇ, ਬਾਲਟੀਆਂ ਲੈ ਕੇ ਨਾਲ ਆਏ। ਨਲਕੇ ਸੀਗੇ ਉਸ ਵੇਲੇ ਸਟੇਸ਼ਨ 'ਤੇ ਛੋਟੇ ਛੋਟੇ ਨਲਕੇ ਲੱਗੇ ਹੁੰਦੇ ਸੀ, ਪਾਈਪਾਂ ਜਿਹੀਆਂ, ਅਤੇ ਉਹਨਾਂ ਨੇ ਭਰ ਕੇ ਨਾ ਪਾਣੀ ਸਾਨੂੰ ਪਿਲਾਇਆ। ਸਾਡੇ ਬੰਦੇ ਨੂੰ ਕਹਿੰਦਾ ਤੁਸੀਂ ਇੱਥੇ ਖੜ੍ਹ ਜਾਓ ਡੱਬਿਆਂ ਦੇ ਨਾਲ, ਬਾਲਟੀਆਂ ਭਾਰੀਆਂ ਅਸੀਂ ਲੈ ਕੇ ਦਿੰਦੇ ਹਾਂ, ਤੁਸੀਂ ਆਪਣੇ ਬੱਚਿਆਂ ਨੂੰ ਪਾਣੀ ਪਿਲਾਓ। ਉੱਥੇ ਆ ਕੇ ਤਸੱਲੀ ਨਾਲ ਉਹਨਾਂ ਸਿੱਖਾਂ ਨੇ ਸਾਨੂੰ ਪਾਣੀ ਪਿਲਾਇਆ। ਅੱਛਾ, ਮੈਨੂੰ ਤੁਹਾਡੀ ਕਹਾਣੀ ਦਾ ਅਜੇ ਤੱਕ ਦਾ ਸਭ ਤੋਂ ਖੂਬਸੂਰਤ ਮੰਜ਼ਰ ਇਹ ਲੱਗਿਆ ਕਿ ਉਹ ਸਿੱਖ, ਉਹ ਵੀ ਮਹਾਜਰ ਸੀ, ਆਪਣਾ ਘਰ-ਬਾਰ ਛੱਡ ਕੇ ਜਾ ਰਿਹਾ ਸੀ, ਤੁਸੀਂ ਵੀ ਆ ਰਹੇ ਸੀ, ਇੱਕ ਦੂਜੇ ਨੂੰ ਪੀੜ ਮਹਿਸੂਸ ਕੀਤੀ ਕਿ ਯਾਰ ਇਹ ਸਾਡੇ ਰੰਗੇ ਆ, ਇਹ ਵੀ ਘਰੋਂ ਉਜੜੇ ਹੋਏ ਨੇ। ਇਸੇ ਤਰ੍ਹਾਂ ਉਹਨਾਂ ਨੇ ਤੁਹਾਨੂੰ ਕੀ ਬਾਲਟੀਆਂ ਨਾਲ ਭਰ ਕੇ ਪਾਣੀ ਪਿੱਛੋਂ ਪੰਪ ਨਲਕੇ ਤੋਂ ਉਹ ਲੈ ਲਿਆ ਹੁੰਦੇ ਸੀ, ਅੱਗੇ ਸਾਡੇ ਬੰਦੇ ਦਿੰਦੇ ਸੀ, ਇਹ ਗਾਹਾਂ ਪਾਉਂਦੇ ਸੀ ਸਾਡੇ ਡੱਬਿਆਂ ਦੇ ਵਿੱਚ, ਖੂਬ ਰੱਜ ਕੇ ਪਾਣੀ ਪੀਤੇ। ਪੂਰੀ ਗੱਡੀ ਨੂੰ ਪਾਣੀ ਪਿਲਾਉਣ, ਪੂਰੀ ਗੱਡੀ ਨੂੰ ਪਾਣੀ ਪਿਲਾਇਆ, ਪੂਰੀ ਗੱਡੀ ਨੂੰ। ਵਾਹ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ। ਔਰ ਇਹ ਵੇਖੋ, ਮੈਂ ਕਿਹਾ ਨਾ ਕਿ ਭਲੇ ਬੰਦੇ ਦੀ ਨੇਕੀ ਜ਼ਾਇਆ ਨਹੀਂ ਹੁੰਦੀ। ਅੱਜ ਅੱਲਾ ਨੇ ਕਿਤੋਂ ਮੈਨੂੰ ਭੇਜਿਆ, ਕਿਤੇ ਮੈਂ ਤੁਹਾਡੇ ਕੋਲ ਆਇਆ। ਇਹ ਵਾਕਿਆ ਸ਼ਾਇਦ ਤਾਰੀਖ ਦੀਆਂ ਕਿਤਾਬਾਂ 'ਚ ਸਾਨੂੰ ਕਿਤੇ ਨਹੀਂ ਮਿਲਦਾ ਕਿ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ 'ਤੇ ਕੁਝ ਸਿੱਖ ਮਹਾਜਰ ਸੀ, ਉਹ ਵੀ ਭੁੱਖਾਂ ਦੇ ਮਾਰੇ ਉੱਥੇ ਪਏ ਸੀ, ਇੱਧਰੋਂ ਗਏ ਸੀ, ਉੱਧਰ ਗਏ ਸੀ, ਅੱਗੋਂ ਤੁਹਾਡੀ ਗੱਡੀ ਵੀ ਉਹਨਾਂ ਹਾਲਾਤਾਂ 'ਚ ਹੀ ਆ ਰਹੀ ਸੀ। ਉਹਨਾਂ ਨੇ ਬੜੇ ਪਿਆਰ ਨਾਲ ਉੱਠ ਕੇ ਬਾਲਟੀਆਂ ਭਰ ਕੇ ਤੁਹਾਨੂੰ ਪਾਣੀ ਪਿਲਾਇਆ। ਉਹ ਵੀ ਯਾਦ ਰਹਿਣਗੇ, ਇਹ ਮੰਜ਼ਰ ਯਾਦ ਰੱਖਣ ਵਾਲਾ, ਯਾਦ ਰਹੇਗਾ। ਠੀਕ ਹੈ। ਔਰ ਨੇਕੀ ਕਰਕੇ ਬੰਦਾ ਸਮਝੇ ਨਾ ਕਿ ਇਹ ਮਿਟ ਜਾਏਗੀ, ਨੇਕੀ ਨਹੀਂ ਮਿਟਦੀ। ਤੁਹਾਡਾ ਨਾਂ ਸਦੀਆਂ ਬਾਅਦ ਵੀ ਜ਼ਿੰਦਾ ਰਹੇਗਾ। ਬਿਲਕੁਲ। ਕਿਸੇ ਕਿਤਾਬ 'ਚ ਵਾਕਿਆ ਨਹੀਂ ਮੈਂ ਪੜ੍ਹਿਆ, ਨਾ ਤੁਸੀਂ ਕਿਤੇ ਬਾਅਦ 'ਚ ਪੜ੍ਹਿਆ ਹੋਣਾ, ਲੇਕਿਨ ਤੁਹਾਨੂੰ ਯਾਦ ਸੀ। ਅੱਜ ਤੁਸੀਂ ਮੈਨੂੰ ਸੁਣਾ ਰਹੇ ਹੋ ਅਤੇ ਮੇਰੇ ਰਾਹੀਂ, ਇਸ ਕੈਮਰੇ ਦੇ ਰਾਹੀਂ ਪੂਰੀ ਦੁਨੀਆ ਨੂੰ ਪਤਾ ਲੱਗਿਆ ਇਸ ਵਾਕਿਏ ਦਾ। ਅਸੀਂ ਮਾਰਵਾੜ ਦੀਆਂ ਕਹਾਣੀਆਂ ਬੜੀਆਂ ਸੁਣਨੇ ਆ, ਮੈਂ ਬੜੀਆਂ ਰਿਕਾਰਡ ਕੀਤੀਆਂ ਨੇ, ਲੇਕਿਨ ਮੈਨੂੰ ਕਦੇ ਹੋਰ ਕਹਾਣੀਆਂ ਰਿਕਾਰਡ ਕਰਕੇ ਖੁਸ਼ੀ ਨਹੀਂ ਹੁੰਦੀ। ਮੈਨੂੰ ਖੁਸ਼ੀ ਉਸ ਵੇਲੇ ਹੁੰਦੀ ਹੈ ਜਿਸ ਵੇਲੇ ਇਨਸਾਨ ਨੂੰ ਇਨਸਾਨ ਦਾ ਦਰਦ ਵੰਡਾਉਂਦਿਆਂ ਵੇਖਣਾ ਮੈਂ, ਔਰ ਦਰਦ ਇਨਸਾਨ ਦਾ ਮਜ਼ਹਬ ਤੋਂ ਜ਼ਰਾ ਅੱਗੇ ਜਾ ਕੇ ਜਿਹੜੇ ਕੋ ਵੰਡਾਉਂਦਾ ਹੈ ਅਤੇ ਹੋਰ ਖੁਸ਼ੀ ਹੁੰਦੀ। ਲਓ ਜੀ, ਅੱਜ ਮੈਂ ਬੈਠਾ ਫੈਸਲਾਬਾਦ, ਲੈਲਪੁਰ ਸ਼ਹਿਰ, ਪੰਜਾਬ, ਪਾਕਿਸਤਾਨ ਦਾ। ਉਸ ਸ਼ਹਿਰ ਦੇ ਵਿੱਚ ਬੈਠਾ, ਈਡਨ ਗਾਰਡਨ ਮਹੱਲਾ ਹੈ, ਈਡਨ ਗਾਰਡਨ ਸੁਸਾਇਟੀ, ਨਵਾਬ ਬਲਾਕ। ਇਸ ਜਗ੍ਹਾ 'ਤੇ ਇੱਕ ਪੜ੍ਹੀ ਲਿਖੀ ਸ਼ਖਸੀਅਤ ਮੇਰੇ ਨਾਲ ਹੈ, ਇੱਕ ਅਜਿਹੇ ਬਜ਼ੁਰਗ ਸਾਡੇ ਨਾਲ ਨੇ ਜਿਨ੍ਹਾਂ ਨੂੰ ਮਿਲ ਕੇ ਵਾਕਈ ਮਾਣ ਮਹਿਸੂਸ ਹੁੰਦਾ ਹੈ। ਇੱਕ ਬਹੁਤ ਪੜ੍ਹੀ ਲਿਖੀ ਫੈਮਿਲੀ, ਇਹਨਾਂ ਦੇ ਦੋ ਭਾਈ ਵਾਈਸ ਚਾਂਸਲਰ ਯੂਨੀਵਰਸਿਟੀ ਦੇ ਰਿਟਾਇਰਡ ਨੇ, ਔਰ ਇਹ ਖੁਦ ਵੀ ਹੈਡਮਾਸਟਰ ਰਿਟਾਇਰਡ ਨੇ। ਬੜੀ ਕੰਨ ਧਰ ਕੇ, ਦਿਲ ਦੀਆਂ ਕੰਨਾਂ ਨਾਲ ਸੁਣਨ ਵਾਲੀ ਗੱਲਬਾਤ ਅਸੀਂ ਕਰਨ ਜਾ ਰਹੇ ਹਾਂ। ਪੂਰੀ ਤਾਰੀਖ ਅਤੇ ਤਾਰੀਖ ਦੀ ਇੱਕ ਕਿਤਾਬ, ਅਤੇ ਉਸ ਕਿਤਾਬ 'ਚੋਂ ਨਿਕਲਦੀਆਂ ਹੋਈਆਂ ਫਿਰ ਹੋਰ ਕਈ ਕਿਤਾਬਾਂ, ਪੂਰੀ ਲਾਇਬ੍ਰੇਰੀ ਆਈ ਸਾਡੇ ਸਾਹਮਣੇ ਹੈ। ਅਤੇ ਆਓ ਇਹਨਾਂ ਨੂੰ ਸੁਣਨੇ ਹਾਂ, ਇਹਨਾਂ ਨੂੰ ਪੁੱਛਦੇ ਹਾਂ ਕਿ ਕੀ ਹਾਲਾਤ ਇਹਨਾਂ ਨੇ ਆਪਣੀ ਅੱਖਾਂ ਨਾਲ ਵੇਖੇ 1947 ਦੀ ਪਾਰਟੀਸ਼ਨ ਵਾਲੇ ਵੇਲੇ। ਸਭ ਤੋਂ ਪਹਿਲੇ ਸਾਨੂੰ ਆਪਣਾ ਨਾਂ ਦੱਸੋ। ਨਸਰੁੱਲਾ ਕਮਾਲ। ਨਸਰੁੱਲਾ ਕਮਾਲ। ਅਤੇ ਵਾਲਿਦ ਸਾਹਿਬ ਦਾ ਕੀ ਨਾਂ ਸੀ? ਮੁਹੰਮਦ ਬੂਟਾ। ਮੁਹੰਮਦ ਬੂਟਾ। ਔਰ ਦਾਦਾ ਜੀ ਦਾ ਨਾਮ ਵੀ ਯਾਦ ਹੋਣਾ ਹੈ, ਹੀਰਾ। ਪਿਛਲਾ ਪਿੰਡ ਕਿਹੜਾ ਸੀ ਆਪਣਾ? ਉਦੋਵਾਲ। उद्दोवाल दरिया सतलुज के किनारे माछीवाड़ा कस्बा के साथ, माछीवाड़ा कस्बा दे कस्बे दे नाल दरिया सतलुज के किनारे दे उत्ते उद्दोवाल पिंड सी। उद्दोवाल पिंड सी। किहड़ी तहसील किहड़े जिले च? तहसील समराला। तहसील समराला, जिला लुधियाना। लुधियाना दो तहसीलां सी, समराला और जगरामा। अच्छा, आसे पासे दे पिंड भी याद होने ने? बिल्कुल याद आ। दसो। जातीवाल, पंजगरे जिथे मैं पढ़दा रहा,
5 ਗਰਾਈਆਂ। ਛੋਟੀਆਂ 5 ਗਰਾਈਆਂ ਜਾਂ ਵੱਡੀਆਂ? ਨਹੀਂ, ਇੱਕੋ ਹੀ ਸੀ ਉਹ। ਅੱਛਾ, ਇਹ 5 ਗਰਾਈਆਂ ਕੱਲੀਆਂ 5 ਗਰਾਈਆਂ? ਇੱਕੋ ਹੀ ਸੀ ਉਹ। ਇਹਨਾਂ ਦਾ ਨਾਮ 5 ਗਰਾਈ ਸੀ? 5 ਗਰਾਈ ਸੀ ਉਹ। ਠੀਕ ਹੈ। ਉੱਥੇ ਮੈਂ ਪੜ੍ਹਦਾ ਰਿਹਾ, ਪ੍ਰਾਇਮਰੀ ਉੱਥੇ ਪਾਸ ਕੀਤੀ ਆ। ਅੱਛਾ ਜੀ। ਤੇ ਇੱਧਰ ਸੀ ਘਵਾਣਾ। ਹਾਂ ਹਾਂ। ਤੇ ਨਾਲ ਸੀ ਹੋਰ ਹਰੀਮਾਬਾਦ। ਠੀਕ ਹੈ। ਤੇ ਲੱਖੋਵਾਲ। ਅੱਛਾ ਜੀ। ਤੇ ਸੈਂਸਵਾਲ, ਜੱਸੋਵਾਲ, ਜਾਤੀਵਾਲ। ਅੱਛਾ ਜੀ, ਅੱਛਾ ਜੀ, ਅੱਛਾ ਜੀ। ਇਸ ਤੋਂ ਅੱਗੇ ਚਲੋ ਬੂਥਗੜ੍ਹ, ਬਲੀਏਵਾਲ। ਹਾਂ ਹਾਂ, ਤੁਹਾਨੂੰ ਤਾਂ ਬੜਾ ਸੋਹਣਾ ਯਾਦ ਹੈ। ਹਾਂਜੀ। ਅੱਛਾ, ਇਹ ਦੱਸੋ ਉਦੋਵਾਲ ਜਿਹੜਾ ਤੁਹਾਡਾ ਪਿੰਡ ਸੀ ਜੀ, ਇਹ ਕੀ ਸਾਰਾ ਕੋਰਾ ਮੁਸਲਮਾਨਾਂ ਦਾ ਪਿੰਡ ਸੀ? ਨਹੀਂ, ਇਹਦੇ ਵਿੱਚ ਕੋਈ ਤਕਰੀਬਨ 10 ਘਰ ਰਾਜਪੂਤ ਸੀ। ਬਾਕੀ ਸਾਰੇ ਜੱਟ ਸੀ। ਕੁਝ ਕੋਈ 5-7 ਘਰ ਹੋਣਗੇ ਚਮਾਰਾਂ ਦੇ ਕਹਿੰਦੇ ਹੁੰਦੇ ਸੀ ਅਸੀਂ ਉਹਨਾਂ ਨੂੰ, ਉਹ ਸੀ। ਠੀਕ ਹੈ ਜੀ। ਅੱਛਾ, ਉਸ ਵੇਲੇ ਉਹਨਾਂ ਨੂੰ ਇਹ ਲਫ਼ਜ਼ ਉਹਨਾਂ ਵਾਸਤੇ ਵਰਤਿਆ ਜਾਂਦਾ ਸੀ। ਮੈਂ ਆਪਣੇ ਵੇਖਣ ਵਾਲਿਆਂ ਨੂੰ ਦੱਸ ਦਿਆਂ, ਕਿਉਂਕਿ ਬਜ਼ੁਰਗਾਂ ਨੇ ਉਹ ਜਿਹੜਾ ਇਲਾਕਾ ਹੈ ਅੱਜ ਤੋਂ 73 ਵਰ੍ਹੇ ਪਹਿਲੇ ਛੱਡ ਦਿੱਤਾ ਸੀ। ਉਸ ਤੋਂ ਬਾਅਦ ਉੱਥੇ ਇਸ ਲਫ਼ਜ਼ ਨੂੰ ਹੁਣ ਨਹੀਂ ਬੋਲਿਆ ਜਾਂਦਾ। ਉਸ ਬਰਾਦਰੀ ਵਾਸਤੇ ਵੀ ਹੋਰ ਕਈ ਲਫ਼ਜ਼ ਬੋਲੇ ਜਾਂਦੇ ਨੇ। ਉਸ ਵੇਲੇ ਜਿਸ ਤਰ੍ਹਾਂ ਦਾ ਮਾਹੌਲ ਸੀ ਉਹਦੇ ਮੁਤਾਬਕ ਬਜ਼ੁਰਗ ਦੱਸਦੇ ਨੇ। ਤੇ ਪਾਕਿਸਤਾਨ ਵਿੱਚ ਚੂँਕਿ ਇਹ ਬਰਾਦਰੀਆਂ ਇੱਥੇ ਨਹੀਂ ਨੇ, ਤੇ ਇਸ ਪਰ ਉਹ ਲਫ਼ਜ਼ ਪਾਕਿਸਤਾਨ ਵਿੱਚ ਵਰਤੇ ਹੀ ਨਹੀਂ ਜਾਂਦੇ। ਔਰ ਅਗਰ ਵਰਤੇ ਵੀ ਜਾਂਦੇ ਨੇ ਤਾਂ ਉਹਨਾਂ ਨੂੰ ਮੁਸਲਿਮ ਸ਼ੇਖ ਹੁਣ ਕਿਹਾ ਜਾਂਦਾ ਹੈ, ਜਾਂ ਬਾਸ ਕੁਛ ਇਲਾਕਿਆਂ ਵਿੱਚ ਮੁਸੱਲੀ ਵੀ ਕਹਿ ਦਿੱਤਾ ਜਾਂਦਾ ਹੈ। ਉਹ ਬਰਾਦਰੀ ਉਹ ਸੀ ਜਿਹੜੇ ਹਰ ਪਿੰਡ 'ਚ 10-15 ਘਰ ਹੁੰਦੇ ਸੀ। ਹਾਂ, ਬਸ ਇੰਨੇ ਕੀ ਹੁੰਦੇ ਸੀ। ਸੋ ਜ਼ਿਮੀਂਦਾਰਾਂ ਦੇ ਨਾਲ ਕੰਮ ਕਰਵਾਉਂਦੇ ਹੁੰਦੇ ਸੀ। ਉਹੀ ਕੰਮ ਕਰਨਾ। ਠੀਕ ਹੈ ਜੀ। ਅੱਛਾ, ਇਹ ਤਾਂ ਗੱਲ ਹੋ ਗਈ ਤੁਹਾਡੇ ਪਿੰਡ ਦੀ। ਤੁਹਾਡੀ ਉਮਰ ਉਸ ਵੇਲੇ ਕਿੰਨੀ ਸੀ? 15 ਕੁ ਵਰ੍ਹੇ ਹੈ ਸੀ? ਨਹੀਂ, ਮੇਰੀ ਉਮਰ ਉਸ ਵੇਲੇ ਸੀ ਕਿ 11-12 ਸਾਲ। 11-12 ਸਾਲ ਤੁਹਾਡੀ ਉਮਰ ਸੀ ਜੀ। ਕਿੰਨੀਆਂ ਜਮਾਤਾਂ ਪੜ੍ਹ ਗਏ ਸੀ ਉਸ ਵੇਲੇ? ਪ੍ਰਾਇਮਰੀ ਪਾਸ ਕੀਤੀ ਸੀ। 5ਵੀਂ 'ਚ ਮੈਂ ਚਲਾ ਗਿਆ ਸੀ ਮਾਛੀਵਾੜਾ। ਅੱਛਾ। ਚੌਥੀ ਜਮਾਤ 'ਚ ਮੈਂ 2 ਸਾਲ ਲਾਏ ਸੀ। ਅੱਛਾ ਜੀ। ਹੁਣ ਉਹ ਪੁੱਛੋ ਕਿਉਂ, ਕਿਸੇ ਤਰ੍ਹਾਂ ਚੌਥੀ 'ਚ ਕਿੱਦਾਂ ਲਾਏ? ਦੱਸੋ ਦੱਸੋ। ਮਾਸਟਰ ਸੀ ਇੱਕ ਸਾਡੇ ਉੱਥੇ, ਬਸ ਮੁਸਲਮਾਨ ਸੀਗਾ, ਅੱਲਾ ਉਹਨੂੰ ਜੰਨਤ ਨਸੀਬ ਕਰੇ। ਵਾਲਿਦ ਸਾਹਿਬ ਮੇਰੇ ਨੂੰ ਸ਼ੌਕ ਸੀ, ਦਰਜੀ ਦਾ ਕੰਮ ਕਰਦੇ ਸੀ। ਸਾਡੇ ਪਿੰਡ 'ਚ ਕੋਈ ਪੜ੍ਹਿਆ ਨਹੀਂ ਸੀਗਾ, ਸਭ ਅਨਪੜ੍ਹ ਸੀ। ਪਹਿਲਾਂ ਮੈਂ ਜਿਹਨੇ ਮੈਟ੍ਰਿਕ ਕੀਤਾ। ਅੱਛਾ ਜੀ। ਤੇ ਵਾਲਿਦ ਸਾਹਿਬ ਨੂੰ ਸ਼ੌਕ ਸੀ ਕਿ ਮੇਰਾ ਮੁੰਡਾ ਪੜ੍ਹ ਜਾਏ। ਹਿੰਦੂ ਸਾਨੂੰ ਲੁੱਟ ਰਹੇ ਆ ਦੁਕਾਨਾਂ ਕਰਕੇ, ਹੋਰ ਨਹੀਂ ਤਾਂ ਮੇਰਾ ਮੁੰਡਾ ਦੁਕਾਨ ਤਾਂ ਕਰੂਗਾ ਹੀ। ਅੱਛਾ ਜੀ। ਪਿੰਡ ਵਿੱਚ ਇੱਕ ਦੁਕਾਨ ਸੀ ਔਰ ਸਾਰੇ ਪਿੰਡ ਦਾ ਉਹਦਾ ਮਖਰੂਸ ਸੀ। ਅੱਛਾ ਜੀ। ਹਿੰਦੂ ਦੀ ਇੱਕ ਦੁਕਾਨ ਸੀ, ਸਾਰਾ ਪਿੰਡ ਉਹਦਾ ਮਖਰੂਸ ਸੀ। ਜਦ ਗੰਦਮ ਦੀ ਫਸਲ ਆਉਣੀ ਇਕੱਠੇ ਕਰ ਲੈਣੀ, ਸਾਲ ਭਰ ਸੌਦੇ ਦੇਈ ਜਾਣੇ। ਹਾਂ, ਇਹ ਹਾਲ ਸੀ। ਅਸਲ 'ਚ ਤੁਹਾਡੇ ਬਾਪੂ ਜਿਹੜੇ ਸੀ ਉਹ ਤੁਹਾਨੂੰ ਦੁਕਾਨਦਾਰ ਬਣਾਉਣਾ ਚਾਹੁੰਦੇ ਸੀ। ਉਹਨੇ ਉਹ ਨੌਕਰੀ ਨਾ ਵੀ ਲੱਗੇ, ਕਮ ਸੇ ਕਮ ਦੁਕਾਨ ਤਾਂ ਕਰੂਗਾ। ਘਰ ਨੂੰ ਤਾਂ ਸੰਭਾਲੂਗਾ, ਇਹ ਉਹਨਾਂ ਦੀ ਖਾਸ ਸੀ। ਉਹਨਾਂ ਨੇ ਉਹ ਮੁਸਲਮਾਨ ਟੀਚਰ ਸੀ, ਅੱਲਾ ਉਹਦੀ ਜਜ਼ਾਏ ਖੈਰ ਦੇਵੇ, ਮਗਫਰਤ ਕਰੇ। ਮੱਝਾਂ ਸਾਡੀਆਂ ਆਮ ਰੱਖੀਆਂ ਹੁੰਦੀਆਂ ਸੀ, ਦਰਿਆ ਦਾ ਕੰਢਾ ਸੀ। ਸੁਬਾਹ ਛੱਡ ਦੇਣੀਆਂ, ਸ਼ਾਮ ਨੂੰ ਆ ਕੇ ਚੋ ਲੈਣੀਆਂ, ਕੋਈ ਮਸਲਾ ਨਹੀਂ ਸੀਗਾ। ਠੀਕ ਹੈ। ਕਿ ਦੁੱਧ ਬਹੁਤਾ ਸੀ, ਹਰ ਮਹੀਨੇ ਉਹਨੂੰ ਗੜਵੀ ਇੱਕ ਦੁੱਧ ਹੀ ਦੇ ਦੇਣੀ ਘੇ ਦੀ ਭਰ ਕੇ। ਅੱਛਾ। ਤੇ ਉਹਨੇ ਮੈਨੂੰ ਪਹਿਲੀ ਜੋ ਦੂਸਰੀ ਤੀਸਰੀ ਚੌਥੀ 'ਚ ਪਾਸ ਕਰਦਾ ਚਲਾ ਗਿਆ। ਇੱਕ ਪਾਸ ਕਰਦਾ ਚਲਾ ਗਿਆ। ਇੱਕ ਗੜਵੀ ਘੇ ਦਾ ਕਮਾਲ ਹਰ ਮਹੀਨੇ। ਵਾਹ। ਹਰ ਮਹੀਨੇ। ਚੌਥੀ ਜਮਾਤ 'ਚ ਸਾਡੇ ਮਾਸਟਰ ਆ ਗਿਆ ਰਾਮਨਾਥ ਹਿੰਦੂ। ਹਿੰਦੂ ਰਾਮਨਾਥ ਉਹਦਾ ਨਾਂ ਸੀ। ਉਹ ਆ ਗਿਆ ਔਰ ਪੜ੍ਹਾਉਣੇ ਵਾਲੇ ਸੀਗੇ, ਬੜੇ ਸਖਤ ਸੀਗੇ। ਮੇਰੀ ਤਾਲੀਮ ਦੀ ਬੁਨਿਆਦ ਉਸ ਨੇ ਰੱਖੀ ਆ। ਤੁਹਾਨੂੰ ਅੱਜ ਵੀ ਉਹਦਾ ਅਹਿਸਾਨ ਨਹੀਂ ਭੁੱਲਿਆ? ਬਿਲਕੁਲ, ਮੈਂ ਉਹਨੂੰ ਹੁਣ ਵੀ ਯਾਦ ਰੱਖਦਾ ਹਾਂ। ਵਾਹ। ਮੈਂ ਉਹਨੂੰ ਇੱਧਰ ਆ ਕੇ ਖਤ ਵੀ ਲਿਖਦਾ ਰਿਹਾ। ਅੱਛਾ ਜੀ। ਹਾਂਜੀ, ਮੈਂ ਇੱਧਰ ਆ ਕੇ ਉਹਨੂੰ ਖਤ ਵੀ ਲਿਖਦਾ ਰਿਹਾ ਔਰ ਬਾਕਾਇਦਾ ਮੈਨੂੰ ਖਤਾਂ ਦਾ ਜਵਾਬ ਵੀ ਆਉਂਦਾ ਰਿਹਾ। ਰਾਮਨਾਥ ਹਿੰਦੂ ਮਾਸਟਰ ਸੀਗਾ। ਉਹ ਜਿਸ ਵੇਲੇ ਸਕੂਲ 'ਚ ਆਇਆ ਨਾ, ਸਾਰੇ ਅਸੀਂ ਲੜਕੇ ਕੰਬਦੇ ਸੀ ਵੀ ਹੁਣ ਸਾਡੀ ਖੈਰ ਨਹੀਂ। ਪੜ੍ਹਾਉਂਦਾ ਸੀ, ਮਾਰਦਾ ਬਹੁਤ ਸੀ, ਜਿੰਨਾ ਕੋਈ ਪੜ੍ਹੇ, ਜਿੰਨਾ ਪੜ੍ਹੇ ਤਾਂ। ਅਤੇ ਬਹੁਤਾ ਨਹੀਂ ਸੀ, ਇੱਕੋ ਵਾਰੀ ਬਸ ਮਾਰ ਲੈਣਾ, ਫਿਰ ਉਹਦਾ ਮਾਰੇ ਇੱਕ ਵਾਰੀ ਪੜ੍ਹ ਜਾਂਦਾ ਸੀ। ਰਾਮਨਾਥ ਨੇ 2 ਸਾਲ ਲਵਾਏ ਤੁਹਾਡੇ ਕੋਲ ਚੌਥੀ ਜਮਾਤ 'ਚ? ਚੌਥੀ ਜਿਸ ਵੇਲੇ ਆਇਆ ਨਾ, ਮੇਰੇ ਅੱਬਾ ਜੀ ਰੂਟੀਨ ਦੇ ਮੁਤਾਬਕ ਗੜਵੀ ਘੇ ਦੀ ਲੈ ਕੇ ਆਏ। ਉਹ ਬੈਠੇ ਦੇ ਮੁੱਲਾਂ ਜੀ ਮੇਰੇ ਅੱਬਾ ਜੀ ਨੂੰ ਕਹਿੰਦੇ ਸੀ। ਸਾਰੇ ਇਰਦ ਗਿਰਦ ਇਲਾਕੇ ਦੇ ਕੱਪੜੇ ਸੀਂਦੇ ਹੁੰਦੇ ਸੀਗੇ। ਬੈਠੇ ਰਹਿੰਦੇ ਹੁੰਦੇ ਸੀ ਕੰਮ ਸਿੱਖਣ ਵਾਲੇ ਸ਼ਾਗਿਰਦ, ਬਸ ਕੱਪੜੇ ਸੀਂਦੇ, ਸਾਰਾ ਇਲਾਕਾ ਸਿਆਲ ਸੀ, ਉਹ ਵੀ ਜਾਣਦੇ ਸੀ ਪਹਿਲੇ ਦੀ। ਅੱਛਾ ਜੀ। ਕਹਿੰਦੇ ਮੁੱਲਾ ਜੀ ਇਹ ਗੜਵੀ ਘੇ ਦੀ ਕਾਹਦੀ ਹੈ, ਕੋਈ ਬੱਚਾ ਤਾਂ ਨਹੀਂ ਪੜ੍ਹਦਾ? ਕਹਿੰਦੇ ਯਾਰ ਇੱਕ ਛੋਟਾ ਜਿਹਾ ਹੈਗਾ, ਇੱਕ ਕੀ ਨਾ ਆਖੇ ਨਸਰੁੱਲਾ। ਆਖੇ ਪੁੱਤ ਨਸਰੁੱਲਾ ਆਤਾ ਇੱਧਰ? ਆਖੇ ਪੜ੍ਹਦਾ ਵੀ ਹੁੰਦਾ? ਮੈਂ ਜੀ ਬਹੁਤ ਪੜ੍ਹਦਾ ਹੁੰਦਾ ਮੈਂ ਖੁਸ਼ ਵੀ ਘੇ ਦੀ ਗਾੜੀ ਵੀ ਆ ਗਈ, ਆਪਾਂ ਐਸ਼ਾ ਪੜੀ। ਫਿਰ ਮੈਨੂੰ ਵੀ ਨਹੀਂ ਹੁਣ ਕੀ ਕਹਿਣਾ। ਠੀਕ ਹੈ। ਅਤੇ ਕਹਿੰਦਾ ਕਿ ਲਿਆ ਤਾਂ ਕਹਿੰਦਾ ਨਾ ਚੌਥੀ ਦਾ ਸਵਾਲ ਲਿਖਾਇਆ, ਆਪਾਂ ਨੂੰ ਕੋਈ ਨਹੀਂ ਆਇਆ। ਕਿਤਾਬ ਚੌਥੀ ਦੀ ਇੱਕ ਲਫ਼ਜ਼ ਵੀ ਨਹੀਂ ਆਇਆ। ਅੱਛਾ ਜੀ। ਤੀਸਰੀ ਦੀ ਲਈ ਉਹ ਵੀ ਨਹੀਂ ਆਇਆ। ਚੌਥੀ ਦੀ 12 ਜੀ ਮੈਨੂੰ ਪਹਿਲੇ ਦਾ ਕਾਇਦਾ ਵੀ ਨਹੀਂ ਸੀ ਆਉਂਦਾ।
ਠੀਕ ਹੈ। ਮੇਰੇ ਅੱਬਾ ਜੀ ਨੇ ਉਹਨਾਂ ਨੇ ਪੁੱਛਿਆ ਕਿ ਤੁਸੀਂ ਮੁੰਡੇ ਨੂੰ ਪੜ੍ਹਾਉਣਾ ਹੈ ਚੌਥੀ 'ਚੋਂ ਪਾਸ ਕਰਾਉਣਾ, ਪੜ੍ਹਾਉਣਾ ਹੈ ਜਾਂ ਚੌਥੀ 'ਚੋਂ ਪਾਸ ਕਰਾਉਣਾ। ਉਸ ਮਾਸਟਰ ਨੇ ਪੁੱਛਿਆ, ਕਹਿੰਦੀ ਮੇਰੀ ਤਾਂ ਖਾਸ਼ ਪੜ੍ਹਾਉਣ ਦੀ ਆ। ਕਹਿੰਦੇ ਜੀ ਪੜ੍ਹਾਉਣ ਦੇ ਫਿਰ ਇਸ ਸਾਲ ਇਹ 6 ਮਹੀਨੇ ਰਹਿੰਦੇ ਸੀ ਚੌਥੇ ਇਮਤਿਹਾਨ 'ਚ, ਜੀ ਪਾਸ ਕਰਾਉਣਾ ਤਾਂ ਪਾਸ ਹੋ ਜੂ, ਪੜ੍ਹਾਉਣਾ ਤਾਂ ਐਤਕੀ ਇਹ ਚੌਥੀ 'ਚ ਰਹੂਗਾ। ਠੀਕ ਹੈ। ਕਹਿੰਦੇ ਠੀਕ ਆ ਰੱਖੋ। ਕਹਿੰਦੇ ਜੇ ਇਹ ਗੱਲ ਮੈਨੂੰ ਪਹਿਲੀ ਦਾ ਕਾਇਦਾ ਲੈ ਕੇ ਦਿਓ, ਪਹਿਲਾ ਕਾਇਦਾ ਲੈ ਕੇ ਭੇਜੋ ਇਹਨੂੰ। ਮੇਰੇ ਤੋਂ ਪਹਿਲੀ ਦਾ ਕਾਇਦਾ ਸੁਣਿਆ ਉਹਨਾਂ ਨੇ, ਅੱਧਾ ਕੁ ਮੈਂ ਸੁਣਿਆ, ਅੱਧੇ ਕੁ ਤੇ ਜਾ ਕੇ ਅੜ ਗਿਆ। ਅੱਛਾ ਜੀ। ਬਸ ਖਤਮ। ਉਹਨੇ ਮੈਨੂੰ ਗਾਹਾਂ ਸਬਕ ਦੇ ਦਿੱਤਾ, ਪੁੱਤ ਨਸਰੁੱਲਾ ਕੱਲ੍ਹ ਨੂੰ ਇਹ ਯਾਦ ਕਰਕੇ ਆਉਣਾ। ਮੈਂ ਕਿਹਾ ਅੱਛਾ ਜੀ। ਮੈਂ ਬੜਾ ਖੁਸ਼, ਰੂਟੀਨ ਦੇ ਮੁਤਾਬਕ ਆਪਾਂ ਨੇ ਯਾਦ ਹੀ ਨਹੀਂ ਕੀਤਾ, ਕਿਉਂਕਿ ਦਿੱਤਾ ਸੀ ਕਿਹੜਾ ਉਹਨੇ ਕੁਛ ਕਹਿਣਾ। ਅਤੇ ਦੂਏ ਦਿਨ ਹੀ ਸੱਦ ਲਿਆ ਮੈਨੂੰ, ਕਹਿੰਦੇ ਪੁੱਤਰ ਨਸਰੁੱਲਾ ਸਭ ਕਹਿ ਦਿੱਤਾ। ਮੈਂ ਹਾਂ ਜੀ ਸੱਦ ਲਿਆ, ਆਇਆ ਮੈਨੂੰ ਹੈ ਨਾ। ਇੱਕ ਮੁੰਡਾ ਹੁੰਦਾ ਸੀ, ਸਾਰੇ ਸਕੂਲ ਦਾ ਮਨੀਟਰ ਇੱਕੋ ਹੀ ਹੁੰਦਾ ਸੀ, ਤਖੜਾ, ਉਹਨੂੰ ਅਸੀਂ ਬਾਬਾ ਕਹਿੰਦੇ ਸੀ। ਉਹ ਕਹਿੰਦੇ ਉਹ ਬਾਬੇ ਹਾਂਜੀ ਅਗੇ ਚੜ੍ਹਾ ਦੇ ਨਸਰੁੱਲੇ ਨੂੰ ਫਾਹੇ 'ਤੇ। ਕੀਲਾ ਗੱਡਿਆ ਹੁੰਦਾ ਸੀ ਦੀਵਾਰ 'ਚ, ਮੇਰੇ ਉੱਥੇ ਹੱਥ ਪਵਾ ਤੇ ਆਖੇ ਲਟਕ ਜਾ ਕੇ। ਮੈਨੂੰ ਜਦ ਥੱਕ ਗਿਆ ਮੈਂ ਰੋਵਾਂ। ਪੁੱਤ ਜਦ ਸਬਕ ਯਾਦ ਹੋਊਗਾ ਉਦੋਂ ਉਤਰਨਾ ਆ। ਵਾਹ। ਸਬਕ ਸੁਣਾਉਣਾ ਹੈ, ਸਭ ਉਦੋਂ ਉਤਰਨਾ। ਮੇਰੇ ਹੱਥ ਛੁੱਟ ਗਏ। ਹਾਂ। ਮੈਂ ਥੱਲੇ ਆਇਆ, ਫਿਰ ਹੱਥ ਪਵਾ ਤੇ ਕੋਲ ਸੀ ਖੇਤ, ਉੱਥੋਂ ਇੱਕ ਕਿੱਕਰ ਦੀ ਝਿੰਗ ਲਿਆਂਦੀ, ਲਿਆ ਕੇ ਥੱਲੇ ਰਖਾਤੀ। ਮੋੜੀ ਜਿਹਨੂੰ ਕਹਿੰਦੇ ਕੰਡਿਆਂ ਵਾਲੀ, ਕੰਡਿਆਂ ਵਾਲੀ ਮੋੜੀ, ਉਹ ਥੱਲੇ ਲਿਆ ਕੇ ਰਖਾਤੀ। ਹਾਂ। ਹੁਣ ਮੇਰੀ ਦੀ ਚੀਕਾਂ ਨਿਕਲ, ਗਰਮੀ ਪੈਰਾਂ 'ਤੇ ਚੋਵੇ। ਉਹਨੂੰ ਪਿੱਛੇ ਖੜਾ ਕੀਤਾ ਸੀ ਵੀ ਜੇ ਕਰਨ ਲੱਗਾ ਫੜਨਾ ਆ, ਥੱਲੇ ਕੰਡਿਆਂ 'ਚ ਨਾ ਫਸ ਜਾ। ਮੈਨੂੰ ਨਹੀਂ ਸੀ ਪਤਾ, ਮੈਂ ਤੜਪਾਂ। ਮੈਂ ਕਿਹਾ ਜੀ ਹੁਣ ਯਾਦ ਕਰੂੰ। ਕਹਿੰਦਾ ਦੇਖ ਲੈ ਅੱਜ ਹੀ ਬਸ ਆ, ਹੁਣ ਦੇਖ ਲੈ ਯਾਦ ਕਰਨਾ ਤਾਂ ਤੇਰੀ ਮਰਜ਼ੀ ਨਹੀਂ ਕਰਨਾ। ਮੈਂ ਕਿਹਾ ਜੀ ਅੱਜ ਮੈਨੂੰ ਲੱਗਦਾ ਅੱਜ ਤੋਂ ਬਾਅਦ ਸਬਕ ਨਹੀਂ ਪੁੱਛੂ, ਸਬਕ ਨਹੀਂ ਭੁੱਲੂੰਗਾ। ਉਹ ਇੱਕ ਦਿਨ ਦੀ ਮਾਰ ਆ। ਉਸ ਤੋਂ ਬਾਅਦ ਸਬਕ ਦੀ ਬਾਬਤ ਮੈਂ ਚੌਥੀ ਤੱਕ, ਚੌਥੀ ਜਮਾਤ 'ਚ ਉਹਨੇ ਸਾਲ ਦੁਬਾਰਾ ਲਵਾਇਆ ਨਾ, ਮੈਂ ਇਹਨੂੰ ਵਜ਼ੀਫੇ 'ਤੇ ਲੈ ਗਿਆ ਸੀਗਾ। ਪਹਿਲੀ 'ਚ 1 ਮਹੀਨਾ ਲਵਾਇਆ, ਦੂਸਰੀ 'ਚ 2 ਮਹੀਨੇ ਲਵਾਏ, ਤੀਸਰੀ 'ਚ 3 ਮਹੀਨੇ ਲਵਾਏ। 6 ਮਹੀਨੇ ਪੂਰੇ ਹੋ ਗਏ ਚੌਥੀ ਦੇ। ਅਗਲਾ ਸਾਲ ਪੂਰਾ ਚੌਥੀ 'ਚ ਲਵਾਇਆ। ਵਾਹ। ਚੌਥੀ 'ਚ ਮੈਨੂੰ ਵਜ਼ੀਫੇ 'ਤੇ ਲੈ ਗਿਆ ਸੀਗਾ। ਇਹਨਾਂ ਉਹਨੇ ਮੈਨੂੰ ਪੜ੍ਹਾਇਆ। ਕੀ ਬਾਤ। ਮੇਰੀ ਬੁਨਿਆਦ ਉਸ ਟੀਚਰ ਨੇ ਰੱਖਿਆ ਔਰ ਮੈਂ ਅੱਜ ਵੀ ਉਹਨੂੰ ਦੁਆਵਾਂ ਦਿੰਦਾ। ਅੱਜ ਵੀ ਰਾਮਨਾਥ ਦਾ ਨਾਮ ਜਿਸ ਲਈ ਆਇਆ ਤਾਂ ਤੁਹਾਡੀ ਅੱਖਾਂ 'ਚ ਇੱਕ ਚਮਕ ਆ ਗਈ। ਰਾਮਨਾਥ ਦਾ ਨਾਮ ਸੀ ਔਰ ਉਹਨਾਂ ਦਾ ਅਹਿਸਾਨ ਤੁਸੀਂ ਅੱਜ ਵੀ ਮੰਨਦੇ। ਬਿਲਕੁਲ। ਅਤੇ ਜਿਨ੍ਹਾਂ ਲੋਕਾਂ ਨੇ ਨੇਕ ਕਮਾਈਆਂ ਕੀਤੀਆਂ ਨੇ, ਭਾਵੇਂ ਉਹ ਕਿਸੇ ਮਜ਼ਹਬ ਦੇ ਹੋਣ, ਉਹਨਾਂ ਨੂੰ ਲੋਕ ਭੁੱਲਦੇ ਨਹੀਂ ਭੁੱਲਦੇ। ਵਾਕਈ ਨਹੀਂ, ਜਿਹਨੇ ਅਹਿਸਾਨ ਕੀਤੇ ਨਹੀਂ ਭੁੱਲਦੇ। ਅੱਜ ਲੈਲਪੁਰ ਸ਼ਹਿਰ ਪਾਕਿਸਤਾਨ ਦਾ, ਉੱਥੇ ਬਹਿ ਕੇ ਅੱਜ ਤੋਂ ਵਰ੍ਹਿਆਂ ਪਹਿਲੇ ਦੇ ਮਾਸਟਰ ਰਾਮਨਾਥ ਨੂੰ ਤੁਸੀਂ ਯਾਦ ਕਰਦੇ ਪਏ ਹੋ। ਬਿਲਕੁਲ ਯਾਦ ਕਰਦਾ, ਚੰਗੇ ਲਫ਼ਜ਼ਾਂ ਨਾਲ ਯਾਦ ਕਰਦੇ ਪਏ ਹੋ। ਇਸੇ ਤਰ੍ਹਾਂ ਇੱਕ ਮਾਸਟਰ ਹੋਰ, ਹੈਡ ਮਾਸਟਰ 'ਤੇ ਜਾਣਾ ਜੀ। ਮੈਂ ਪ੍ਰਾਇਮਰੀ ਪਾਸ ਕੀਤੀ, ਰਜਾਣੇ ਆ ਗਿਆ। ਹਾਂ। ਨਵਾਂ ਸਕੂਲ ਹੋਣ ਸੀ, 7ਵੀਂ 8ਵੀਂ 9ਵੀਂ 10ਵੀਂ ਇੱਥੇ ਕੀਤੀ। ਮੈਂ ਹੁਸ਼ਿਆਰ ਮੁੰਡਿਆਂ ਸੀਗਾ। ਹਾਂ। 10ਵੀਂ ਜਮਾਤ 'ਚ ਦਾਖਲਾ ਭੇਜਿਆ ਸਾਡਾ। ਹਾਂ। ਉਹ ਲੱਗ ਗਿਆ ਸੁਣਨ ਆ ਕੇ ਸਾਨੂੰ ਅੰਗਰੇਜ਼ੀ। ਇੱਕ ਲਫ਼ਜ਼ ਪੁੱਛ, 2 ਪੁੱਛ, 3 ਪੁੱਛ, 4 5 ਮੈਂ ਲਫ਼ਜ਼ ਮੈਨੇ ਦੱਸਦਾ ਗਿਆ। 5ਵੀਂ 6ਵੀਂ 'ਤੇ ਜਾ ਕੇ ਭੁੱਲ ਗਿਆ, ਇੱਕ ਦਾ ਅੜ ਗਿਆ। ਉਹਨੇ ਕੜਕ ਕੇ ਪੁੱਛਿਆ, ਮੈਂ ਡਰ ਗਿਆ, ਮੈਂ ਹੋਰ ਭੁੱਲ ਗਿਆ। ਫਿਰ ਉਹਨੇ ਮੈਨੂੰ ਮਾਰਨਾ ਸ਼ੁਰੂ ਕੀਤਾ। ਦੂਏ ਮੁੰਡੇ ਗਿਣਦੇ ਹੁੰਦੇ ਸੀ ਕਿੰਨੀਆਂ ਸੋਟੀਆਂ ਲੱਗੀਆਂ, 35 ਸੋਟੀਆਂ ਮਾਰੀਆਂ ਸੀ। ਉਹ ਤੁਹਾਡਾ ਭਲਾ ਹੋ ਜਾਏ। ਔਰ ਉਹਨਾਂ ਸੋਟੀਆਂ ਦਾ ਨਤੀਜਾ ਇਹ ਆ ਕਿ ਮੈਂ ਆਪਣੇ ਸਕੂਲ 'ਚੋਂ ਟੌਪ ਕੀਤਾ ਸੀ। ਵਾਹ ਵਾਹ। 10ਵੀਂ 'ਚੋਂ। ਉਸ ਮਾਸਟਰ ਦਾ ਕੀ ਨਾਂ ਸੀ? ਬਿਲਕੁਲ ਇੰਨਾ ਆਸਾਨ। ਉਹਨਾਂ ਦਾ ਕੀ ਨਾਂ ਸੀ? ਅਬਦੁਲਸਤਾਰ, ਸੂਫੀ ਅਬਦੁਲਸਤਾਰ। ਸੂਫੀ ਅਬਦੁਲਸਤਾਰ ਇਹ ਦੂਸਰੇ ਮਾਸਟਰ ਸੀ ਜਿਨ੍ਹਾਂ ਨੇ ਤੁਹਾਡੀ ਸ਼ਖਸੀਅਤ ਨੂੰ ਇਸ ਮਕਾਮ ਤੱਕ ਪਹੁੰਚਾਇਆ। ਵਾਹ ਜੀ ਵਾਹ, ਕੀ ਬਾਤ ਹੈ। ਔਰ ਅੱਜ ਕੱਲ੍ਹ ਦੇ ਮਾਸਟਰ, ਅਗਰ ਮੇਰੀ ਇਹ ਵੀਡੀਓ, ਮੈਂ ਉਹਨਾਂ ਦੀ ਮਾਸਟਰਾਂ ਦੀ ਸੋਟੀਆਂ ਖਾ ਕੇ ਦੁਆਵਾਂ ਦਿੰਦਾ ਉਹਨਾਂ ਨੂੰ। ਵਾਹ ਵਾਹ ਵਾਹ। ਅੱਜ ਕੱਲ੍ਹ ਦੇ ਮਾਸਟਰ ਜੇਕਰ ਮੇਰੀ ਇਹ ਵੀਡੀਓ ਵੇਖਦੇ ਪਏ ਨੇ ਤਾਂ ਉਹਨਾਂ ਲਈ ਬੜਾ ਵੱਡਾ ਸਬਕ ਹੈ। ਭਾਵੇਂ ਤੁਸੀਂ ਪ੍ਰਾਈਵੇਟ ਸੈਕਟਰ ਵਿੱਚ ਹੋ ਅਤੇ ਭਾਵੇਂ ਗੌਰਮੈਂਟ ਦੇ ਸਕੂਲਾਂ ਵਿੱਚ ਟੀਚਰ ਹੋ, ਅਤੇ ਫਿਰ ਬਾਬਾ ਜੀ ਦੀਆਂ ਗੱਲਾਂ ਸੁਣ ਕੇ ਤੁਹਾਡੇ ਵਾਸਤੇ ਬਹੁਤ ਕੁਝ ਇਹਨਾਂ ਗੱਲਾਂ ਦੇ ਵਿੱਚ ਹੈ, ਅਗਰ ਸਮਝਿਆ ਜਾਏ ਤਾਂ। ਸਮਝਣ ਨੂੰ ਇੱਕ ਲਫ਼ਜ਼ ਹੀ ਕਾਫੀ ਹੁੰਦਾ ਹੈ, ਅਤੇ ਬੰਦਾ ਨਾ ਸਮਝੇ ਅਤੇ ਮਜ਼ਹਬਾਂ ਦੀਆਂ ਬੜੀਆਂ ਮੋਟੀਆਂ ਮੋਟੀਆਂ ਕਿਤਾਬਾਂ ਵੀ ਸਾਡੇ ਘਰਾਂ 'ਚ ਪਈਆਂ ਹੁੰਦੀਆਂ ਨੇ, ਅਤੇ ਅਸੀਂ ਉਹਨਾਂ 'ਤੇ ਅਮਲ ਨਹੀਂ ਕਰਦੇ। ਅੱਛਾ, ਇਹ ਦੱਸੋ, ਆਪਾਂ ਤੁਹਾਡੇ ਪਿੰਡ ਦੀ ਗੱਲ ਕਰ ਰਹੇ ਸੀ ਜਿੱਥੇ ਇਹ ਜਿਹੜੀਆਂ 4 ਜਮਾਤਾਂ ਸੀ, ਤੁਸੀਂ ਆਪਣੇ ਪਿੰਡ ਦੇ ਸਕੂਲ 'ਚ? ਨਹੀਂ, ਨਾਲ 5 ਗਰਾਈ ਨਾਲ ਸਕੂਲ। 5 ਗਰਾਈ, ਹਾਂ, 5 ਗਰਾਈ ਸਕੂਲ 'ਚ ਕੀਤੀਆਂ, ਉੱਥੋਂ ਕੀਤੀਆਂ। ਅੱਛਾ, ਤੁਹਾਡੇ ਪਿੰਡ ਦੀ ਆਪਾਂ ਗੱਲ ਕੀਤੀ ਸੀ ਕਿ ਕੀ ਉਹ ਸਾਰਾ ਮੁਸਲਮਾਨਾਂ ਦਾ ਪਿੰਡ ਸੀ, ਸਵਾਏ ਉਹਨਾਂ 10 ਘਰਾਂ ਛੱਡ ਕੇ? ਹਾਂਜੀ, ਉਹ ਬਸ 2 5 7 10 ਘਰ 'ਚ ਮਾਰਾਂਦੇ ਸੀ, ਬਾਕੀ ਸਾਰਾ ਮੁਸਲਮਾਨ ਸੀ। ਕੋਈ 10 ਘਰ ਰਾਜਪੂਤ ਸੀ, ਬਾਕੀ ਸਭ ਜੱਟ ਸੀ। ਆਪਣੀ ਕਿਹੜੀ ਬਰਾਦਰੀ ਸੀ? ਜੱਟ। ਜੱਟ ਕਿਹੜੇ ਜੱਟ ਆ ਆਪਾਂ? ਅਸੀਂ ਤਾਂ ਅਲੂਣਾ ਜੱਟ ਹਾਂ ਜੀ। ਅੱਛਾ ਜੀ, ਲੂਣਾ ਜੱਟ। ਅਲੂਣਾ ਜੱਟ। ਲੂਣੇ ਜੱਟ ਵੀ ਹਨ ਪਾਕਿਸਤਾਨ 'ਚ? ਹਾਂਜੀ ਹਾਂਜੀ, ਲੂਣਾ ਵੀ ਲਿਖਦੇ ਨੇ, ਲੂਣਾ। ਅੱਛਾ, ਇਹ ਦੱਸੋ
ਕਿ ਜਿਹੜੀ ਉਹ ਦੁਕਾਨ ਸੀ ਉਹ ਕਿੰਦੀ ਸੀ? ਉਹਦਾ ਨਾਮ ਹੀ ਯਾਦ ਹੋਣਾ ਦੁਕਾਨਦਾਰ ਦਾ, ਜਿਹੜਾ ਪਿੰਡ ਵਿੱਚ ਦੁਕਾਨ ਸੀ। ਉਹਦਾ ਨਾਂ ਸੀ, ਉਹਦੇ ਮੁੰਡੇ ਦਾ ਨਾਮ ਸੀ ਜੋਗਿੰਦਰ ਨਾਥ ਉਹਦਾ ਸਾਲਾ ਸੀਗਾ। ਉਹਦਾ ਨਾਂ ਸੀ ਮੰਗਤ ਰਾਏ। ਮੰਗਤ ਰਾਏ ਉਹਦੇ ਮੁੰਡੇ ਦਾ ਨਾਮ ਸੀ ਮੰਗਤ ਰਾਏ। ਮੰਗਤ ਰਾਏ ਤੁਹਾਡਾ ਹਮ ਉਮਰ ਸੀ? ਮੇਰਾ ਕਲਾਸ ਫੈਲੋ ਸੀ। ਤੁਹਾਡਾ ਹਾਣੀ ਸੀ, ਤੁਹਾਡਾ ਕਲਾਸ ਫੈਲੋ ਸੀ। ਇੱਕੋ ਜਮਾਤੇ ਹਮ ਜਮਾਤੀ ਸੀ? ਹਮ ਜਮਾਤੀ ਸੀ। ਅੱਛਾ, ਉਹ ਵੀ 5 ਗ੍ਰਾਈ ਪੜ੍ਹਦਾ ਸੀ? ਉਹ ਵੀ ਉੱਥੇ ਪੜ੍ਹਦਾ ਸੀ। ਠੀਕ ਹੈ। ਇਸ ਪਿੰਡ ਨੂੰ ਅਗਰ ਅਸੀਂ ਜਾਂਚਣਾ ਹੋਵੇ ਕਿ ਕਿੱਡਾ ਕੁ ਵੱਡਾ ਸੀ ਤਾਂ ਉਹਦੇ ਵਾਸਤੇ ਮੈਂ ਪੁੱਛਦਾ ਹੁੰਦਾ ਕਿ ਪਿੰਡ ਦੀਆਂ ਕਿੰਨੀਆਂ ਨੰਬਰਦਾਰੀਆਂ ਸੀ? ਨੰਬਰਦਾਰੀ ਇੱਕੋ ਹੀ ਸੀ। ਇੱਕੋ ਹੀ ਸੀ? ਨੰਬਰਦਾਰੀ ਇੱਕੋ ਹੀ ਸੀ। ਜੱਟ ਸੀ ਜਾਂ? ਜੱਟ ਸੀ। ਰਾਜਪੂਤ? ਅੱਛਾ, ਜੱਟ ਸੀ। ਕੋਈ ਨਾਮ ਵੀ ਯਾਦ ਹੋਣਾ ਹੁੰਦਾ? ਨੰਬਰਦਾਰ ਦਾ ਬਦਰਦੀਨ। ਬਦਰਦੀਨ। ਪਿੰਡ ਦਾ ਆਗੂ ਹੱਥ ਬਦਰਦੀਨ ਹੀ ਸੀ? ਹੈ, ਪਿੰਡ ਦਾ ਆਗੂ ਹੱਥ ਬੰਦਾ, ਹਾਂ ਹਾਂ, ਜਿੰਦੀ ਸੁਣੀਂਦੀ ਗਣੀਂਦੀ ਸੀ, ਉਹ ਬਦਰਦੀਨ ਸੀ? ਬਦਰਦੀਨ ਸੀ ਜਾਂ ਰਜਪੂਤਾਂ ਦੀ ਸੀਗੀ। ਉਹ ਰਜਪੂਤ ਸੀਗੇ, ਥਾਣੇ 'ਚ ਫਿਰਨੇ ਫੁਰਨੇ ਵਾਲੇ ਬੜੇ ਹੁਸ਼ਿਆਰ ਜਿਹੇ ਸੀਗੇ। ਅੱਛਾ ਜੀ। ਹਾਂ, ਉਹ ਸਾਡੇ ਜੱਟਾਂ ਨੂੰ ਆਪਸ 'ਚ ਕਿਤੇ ਲੜਾ ਲੁੜੀ ਦਿੰਦੇ ਸੀ, ਲੇਕਿਨ ਫਿਰ ਜੱਟ ਇਕੱਠੇ ਹੋ ਜਾਂਦੇ ਸੀ, ਫਿਰ ਉਹਦੀ ਮੁਰੰਮਤ ਵੀ ਕਰ ਦਿੰਦੇ ਸੀ। ਵਾਹ ਜੀ ਵਾਹ। ਇਹ ਮੇਰੇ ਚਸ਼ਮ ਦੀ ਵਾਕਿਆ ਤਾਂ। ਕੀ ਬਾਤ ਹੈ ਜੀ, ਬੜੀ ਯਾਦਗਾਰ ਗੱਲਾਂ ਹੁੰਦੀਆਂ ਨੇ ਇਹ। ਮੈਂ ਇਸ ਕੋਲੋਂ ਨਹੀਂ ਹੱਸਦਾ ਕਿ ਮੈਂ ਲੜਾਈ ਤੋਂ ਖੁਸ਼ ਹੁੰਨਾ, ਬਲਕਿ ਸਾਡੇ ਪੰਜਾਬ ਦੇ ਕਲਚਰ ਦੀ ਇੱਕ ਝਲਕ ਮੈਨੂੰ ਨਜ਼ਰ ਆਉਂਦੀ ਹੈ ਤੇ ਮੈਂ ਖੁਸ਼ ਹੁੰਨਾ। ਲੜਾਈ ਦਾ ਇੱਕ ਵਾਕਿਆ ਵੀ ਸੁਣਾ ਦਿੰਦਾ। ਹਾਂਜੀ, ਸੁਣਾਓ ਜੀ, ਸੁਣਾਓ। ਇੱਕ ਹੱਥ ਦਾ ਝਗੜਾ ਸੀਗਾ। ਅੱਛਾ ਜੀ। ਮੇਰੇ ਅਜ਼ੀਜ਼ਾਂ ਕੋਲ ਸੀਗਾ। ਠੀਕ ਹੈ। ਪਤਾ ਨਹੀਂ ਉਹਨਾਂ ਦਾ ਸੀਗਾ ਜਾਂ ਜਿਹਨੇ ਦੂਸਰਾ ਜਿਹੜਾ ਫਰੀਕ ਸੀ ਉਹਦਾ ਸੀਗਾ। ਅੱਛਾ ਜੀ। ਗਾਲਬਨ ਯਕੀਨ ਮੈਨੂੰ ਇਹੀ ਆਉਂਦਾ ਕਿ ਸ਼ਾਇਦ ਉਹਦਾ ਹੀ ਹੋਵੇ। ਅੱਛਾ ਜੀ। ਜਿਹੜਾ ਮੁਖਾਲਿਫ ਫਰੀਕ ਸੀ। ਠੀਕ ਹੈ। ਉਹ ਕਹਿੰਦੇ ਸੀ ਮੈਨੂੰ ਕਬਜ਼ਾ ਮਿਲ ਜਾਏ, ਇਹ ਦਿੰਦੇ ਨਹੀਂ ਸੀ। ਹਾਂ, ਸਾਡੇ ਬੰਦੇ ਕਬਜ਼ਾ ਨਹੀਂ ਸੀ ਦਿੰਦੇ। ਠੀਕ ਹੈ। ਉਹਨੇ ਰਜਪੂਤ ਨਾਰ ਵਾਲਾ ਹੈ, ਰਜਪੂਤ ਨਾਰ ਵਾਲਾ ਕੇਸ ਕਰਤਾ। ਉਹ ਥਾਣੇ ਕੋਈ ਬੰਦਾ ਆਇਆ, ਉਸ ਵੇਲੇ ਤਾਂ ਉਹਨੂੰ ਘਰ ਕਹਿੰਦੇ ਸੀ, ਮੇਰੇ ਕੋਲ ਕਲਰਕ ਵਗੈਰਾ ਹੋਣਾ ਕੋਈ। ਉਹ ਆਇਆ ਨਾਲ ਹਿੰਦੂ, ਉਹ ਰਜਪੂਤ ਨਾਲ ਆਏ। ਸਾਡੇ ਵਾਲਦੈਨ ਸੀ, ਵਾਲਦ ਸਾਹਿਬ ਮੇਰੇ ਅਲਹਮਦੁਲਿਲਾ ਬੇਸ਼ਰ ਸੀ, ਬੜੇ ਹੁਸ਼ਿਆਰ ਸੀ। ਉਹ ਕਹਿੰਦੇ ਅਸੀਂ ਲਾਮ ਹੋ ਜਾਣਾ, ਸਾਨੂੰ ਉਹਨਾਂ ਨੇ ਫੜ ਲੈਣਾ ਪੁਲਿਸ ਨਾਲ ਆ। ਅਤੇ ਔਰਤਾਂ ਨੂੰ ਕਹਿੰਦਾ ਤੁਸੀਂ ਦਰਵਾਜ਼ੇ 'ਚ ਬਹਿ ਜਾਓ। ਹਾਂ। ਅਤੇ ਇੱਕ ਬੁੜੀ ਦੇ ਕਹਿੰਦੇ ਇਹਨੂੰ ਜਿਸ ਵੇਲੇ ਆਉਣਾ, ਉਹਨਾਂ ਨੇ ਦਰਵਾਜ਼ੇ ਦਾ ਤਾਲਾ ਲਾਉਣਾ ਆ, ਤੁਸੀਂ ਤਾਲਾ ਲੱਗਣ ਨਹੀਂ ਦੇਣਾ। ਉਹਨਾਂ ਨੇ ਸੀਲ ਕਰਨਾ, ਤੁਸੀਂ ਉਹ ਤਾਲਾ ਹੀ ਨਹੀਂ ਲੱਗਣ ਦੇਣਾ। ਮੇਰੀ ਵਾਲਦਾ ਅੱਲਾ ਬੇਸ਼ਰ ਸਿਗਰ, ਹੋਰ 2-3 ਔਰਤਾਂ ਠੀਕ ਠਾਕ ਸੀਗੀਆਂ। ਉਹ ਕਹਿੰਦੀਆਂ ਤੁਸੀਂ ਬੇਫਿਕਰ ਰਹੋ, ਅਸੀਂ ਆਪੇ ਨਿਬੜ ਲਾਂਗੇ ਉਹਨਾਂ ਨਾਲ, ਆਉਣ ਦੇ ਜਿਹੜਾ ਇੱਥੇ ਆਉਂਦਾ। ਠੀਕ ਹੈ। ਮੋਗਰੀਆਂ ਕੱਪੜੇ ਕੁੱਟਣ ਵਾਲੀਆਂ ਉਹ ਹੱਥਾਂ 'ਚ ਲੈ ਲਈਆਂ, ਉੱਥੇ ਬਹਿ ਗਏ। ਸਾਡੀ ਇੱਕ ਬੁੜੀ ਸੀ, ਮੈਂ ਉਹਨੂੰ ਤਾਈ ਕਹਿੰਦਾ ਹੁੰਦਾ ਸੀ। ਉਹ ਜਿਸ ਵੇਲੇ ਆਏ ਨਾ, ਬੁੜੀ ਨੂੰ ਧੱਕਾ ਦਿੱਤਾ, ਉੱਥੇ ਸਿੱਟ ਦੀ ਕੜਾ ਇੱਕ ਪਾਣੀ ਦਾ ਭੰਨ ਦਿੱਤਾ। ਚਸ਼ਮੇ ਦਾ ਕੜਾ ਪਾਣੀ ਦਾ ਭੰਨਤਾ, ਦਵਾਈ ਪਾਤੀ। ਸਾਡੀ ਬੁੜੀ ਇਹਨਾਂ ਨੇ ਮਾਰਤੀ ਉਹਨਾਂ ਨੇ। ਅੱਛਾ। ਦਵਾਈ ਪਾਤੀ, ਬੁੜੀ ਮਾਰਤੀ, ਥੱਪੜੇ ਨਾਲ ਕੁੱਟਣ ਲੱਗ ਗਈਆਂ। ਕੁੱਟ ਕੇ ਭਜਾਏ, ਅਸੀਂ ਮਗਰ ਡਲੇ ਮਾਰਦੇ ਸੀਗੇ। ਆਹ ਵਾਕਿਆ ਹੋਇਆ ਸੀਗਾ। ਅੱਛਾ। ਉਹ ਤੁਸੀਂ ਬੜੀ ਟੈਕਨੀਕਲ ਤਰੀਕੇ ਦੇ ਨਾਲ, ਬੜੇ ਢੰਗ ਦੇ ਨਾਲ ਤੁਸੀਂ ਉਹ ਮਕਾਨ ਨਹੀਂ ਕਬਜ਼ਾ ਨਹੀਂ ਦਿੱਤਾ। ਵਾਹ ਜੀ ਵਾਹ, ਕੀ ਬਾਤ ਹੈ। ਅੱਛਾ, ਇਹ ਦੱਸੋ ਸਾਨੂੰ, ਲਾਗੇ ਸ਼ਹਿਰ ਕਿਹੜਾ ਸੀ ਜਿੱਥੇ ਲੋਕ ਸੌਦਾ ਪੱਤਾ ਲੈਣ ਜਾਂਦੇ ਸੀ? ਮਾਛੀਵਾੜਾ ਸਮਰਾਲੇ ਦਾ ਉਹ ਥਾਣਾ ਵੀ ਸੀਗਾ ਉੱਥੇ। ਕਸਬਾ ਸੀ ਠੀਕ ਠਾਕ। ਮਿਡਲ ਸਕੂਲ ਸੀ ਉਸ ਵੇਲੇ, ਮਿਡਲ ਸਕੂਲ ਬੜੀ ਅੱਛੀ ਹੁੰਦਾ ਸੀ ਉੱਥੇ। 5ਵੀਂ 'ਚ ਮੈਂ ਉੱਥੇ ਜਾ ਕੇ ਪੜ੍ਹਨ ਲੱਗਿਆ। ਫਿਰ ਸਾਤੋਂ ਕੋਈ 3 ਮੀਲ ਦੇ ਫਾਸਲੇ ਸੀਗਾ। ਥਾਣੇ ਦਾ ਤੁਸੀਂ ਨਾਂ ਲਿਆ, ਇੱਥੋਂ ਮੇਰਾ ਇੱਕ ਸਵਾਲ ਨਿਕਲਿਆ ਆ ਕਿ ਕੀ ਉਸ ਜ਼ਮਾਨੇ 'ਚ ਪੁਲਿਸ ਜਿਹੜੀ ਉਹ ਪਿੰਡ ਵੀ ਆ ਵੜਦੀ ਸੀ? ਬਿਲਕੁਲ ਆਉਂਦੇ ਹੁੰਦੇ ਸੀ। ਅੱਛਾ। ਬਿਲਕੁਲ, ਅਸੀਂ ਪੁਲਿਸ ਸਿਪਾਹੀ ਆਉਂਦੇ ਦੇਖਿਆ। ਸਾਡੇ ਅੱਬਾ ਜੀ ਉਸੇ ਕੇਸ ਦੇ ਵਿੱਚ ਲੋਕ ਲੱਗ ਜਾਂਦੇ ਹੁੰਦੇ ਸੀ, ਚਲੇ ਜਾਂਦੇ ਸੀ ਉਹ। ਹਾਲਾਂਕਿ ਉਸ ਵੇਲੇ ਲੋਕ ਪੁਲਿਸ ਤੋਂ ਬੜਾ ਡਰਦੇ ਸੀ। ਹਾਂ, ਬਹੁਤ ਡਰਦੇ ਸੀ ਵਾਕਈ। ਇਹ ਕਹਿੰਦੇ ਸੀ ਇੱਕ ਸਿਪਾਹੀ ਪਿੰਡ 'ਚ ਵੜਿਆ ਆਉਂਦਾ ਸੀ ਤੇ ਸਾਰਾ ਪਿੰਡ ਅੱਗੇ ਲੱਗ ਕੇ ਭੱਜ ਪੈਂਦਾ। ਬਿਲਕੁਲ ਹੁੰਦਾ ਸੀ, ਤੇ ਸਭ ਇੱਦਾਂ ਹੀ ਹੁੰਦਾ ਸੀ। ਠੀਕ ਹੈ। ਅਤੇ ਸਾਡੇ ਕੋਲ ਸੀਗਾ ਦਰਿਆ ਸਤਲੁਜ ਕਿਨਾਰਾ ਸੀ, ਉੱਥੇ ਕਿਨਾਰਾ ਸੀ, ਉੱਧਰ ਨੂੰ ਜਾ ਵੜਦੇ ਸੀ। ਉੱਧਰ ਇਹ ਲੋਕ ਫਿਰ ਡਰਦੇ ਜਾਂਦੇ ਨੇ ਸੁਣਦੇ। ਠੀਕ ਹੈ। ਅਤੇ ਲਾਗੇ ਜਿਹੜੇ ਪਿੰਡ ਸੀ, ਇਹਨਾਂ 'ਚ ਸਾਰੇ ਮੁਸਲਮਾਨ ਵਸਦੇ ਸੀ ਜਾਂ ਸਿੱਖਾਂ ਦੇ ਪਿੰਡ ਵੀ ਹੈ ਸੀ? ਇਹ ਤਕਰੀਬਨ ਸਾਰੇ ਮੁਸਲਮਾਨਾਂ ਦੇ ਸੀਗੇ, ਸਭ ਮੁਸਲਮਾਨ ਸੀਗੇ। ਮੁਸਲਮਾਨ ਦਾ ਇਲਾਕਾ ਸੀ। ਤਹਿਸੀਲ ਸਮਰਾਲਾ ਦਾ ਇਹ ਇਲਾਕਾ? ਤਹਿਸੀਲ ਸਮਰਾਲਾ ਇਹ ਸੀਗਾ। ਮਾਛੀਵਾੜਾ ਤੇ ਅੱਗੇ ਇੱਧਰ ਨੂੰ ਕੋਈ 8-10 ਮੀਲ ਦੇ ਫਾਸਲੇ 'ਤੇ ਸਮਰਾਲਾ ਸੀ। ਉੱਥੋਂ ਕੋਈ 15 ਮੀਲ ਦੇ ਫਾਸਲੇ 'ਤੇ ਲੁਧਿਆਣਾ ਸੀ। ਇਸ ਤਰ੍ਹਾਂ ਇਹ ਸਾਰਾ ਇਲਾਕਾ ਮੁਸਲਮਾਨਾਂ ਦਾ ਸੀ? ਨਹੀਂ, ਉੱਤੇ ਜਾ ਕੇ ਉਸ ਤੋਂ ਜਿਸ ਵੇਲੇ ਸਮਰਾਲਾ ਕਰਾਸ ਕਰਦੇ ਸੀ ਦੂਸਰੀ ਸਾਈਡ 'ਤੇ, ਉੱਧਰ ਸਿੱਖ ਸੀਗੇ। ਉੱਧਰ ਸੀਗੇ। ਇਹ ਬੇਟ ਦਾ ਇਲਾਕਾ, ਅਸੀਂ ਵੀ ਬੇਟ ਦਾ ਇਲਾਕਾ ਕਹਿੰਦੇ ਸੀ, ਦਰਿਆਈ ਇਲਾਕਾ, ਉਹਨੂੰ ਬੇਟ ਦਾ ਕਹਿੰਦੇ ਸੀ। ਇਹ ਸਾਰਾ ਮੁਸਲਮਾਨਾਂ ਦਾ ਸੀਗਾ। ਅੱਛਾ, ਇਹ ਸਾਨੂੰ ਦੱਸੋ ਕਿ ਉਹ ਜਿਹੜਾ ਦੌਰ ਸੀ, ਕਿਉਂਕਿ ਸਿੱਖ ਅਤੇ ਮੁਸਲਮਾਨ ਪੰਜਾਬ ਦੀਆਂ 2 ਵੱਡੀਆਂ ਕੌਮਾਂ ਸਨ। ਹਾਂ।
ਇਹਨਾਂ ਦੇ ਆਪਸ ਦੇ ਵਿੱਚ ਉਸ ਦੌਰ ਵਿੱਚ ਕਿਸ ਤਰ੍ਹਾਂ ਦੇ ਤਾਲੁਕਾਤ ਸੀ? ਸਿੱਖ ਸਾਡੇ ਇਲਾਕੇ ਵਿੱਚ ਬਹੁਤ ਥੋੜ੍ਹੇ ਘੱਟ ਸੀ। ਹਿੰਦੂ ਸੀਗੇ 5 ਗਰੇਆਂ ਜਿਹੜਾ ਮੈਂ ਨਾਂ ਲਿਆ ਨਾ, ਉੱਥੇ ਕੋਈ 10-15 ਘਰ 5 ਹਿੰਦੂਆਂ ਦੇ ਸੀਗੇ, 10-15 ਇੱਕ ਜਾਂ ਦੋ ਘਰ ਸਿੱਖਾਂ ਦੇ ਸੀਗੇ ਤੇ 4-5 ਘਰ ਮੁਸਲਮਾਨਾਂ ਦੇ ਸੀਗੇ। ਉੱਥੇ ਪ੍ਰਾਇਮਰੀ ਸਕੂਲ ਸੀ, ਉੱਥੇ ਅਸੀਂ ਪੜ੍ਹਨ ਜਾਂਦੇ ਸੀ। ਹਿੰਦੂਆਂ ਦੀ ਦੁਕਾਨ ਸਾਡੇ ਨਾਲ ਹੁੰਦੀ ਸੀ। ਅੱਬਾ ਜੀ ਨੇ ਥੋੜ੍ਹੀ ਜਿਹੀ ਜ਼ਮੀਨ ਲੈਣੀ ਸੀ। ਉਹ ਹਿੰਦੂ ਕਹਿੰਦਾ ਮੁੱਲਾ ਜੀ ਤੁਸੀਂ ਜ਼ਮੀਨ ਇੱਥੇ ਨਾ ਹੁਣ ਖਰੀਦੋ, ਇੱਥੇ ਜ਼ਮੀਨ ਨਾ ਖਰੀਦੋ। ਸੰਨ 47 ਦੇ ਅਵਾਇਲ ਦੀ ਗੱਲ ਆ, ਸ਼ੁਰੂ ਦੀ। ਸੰਨ 47 ਅਗਸਤ 'ਚ ਆਏ ਨਾ ਅਸੀਂ ਇੱਧਰ। ਸ਼ੁਰੂ ਦੀ ਗੱਲ ਆ, ਜਨਵਰੀ ਜੀ ਜਾਂ 47 ਦੇ ਜਾਂ 46 ਦੇ ਆਖਰ ਦੀ। ਤੁਸੀਂ ਜ਼ਮੀਨ ਇੱਥੇ ਨਾ ਖਰੀਦੋ, ਤੁਸੀਂ ਜ਼ਮੀਨ ਖਰੀਦਣੀ ਤਾਂ ਲਾਹੌਰ ਦੇ ਪਰੇ ਜਾਏ ਖਰੀਦੋ। ਅੱਛਾ ਜੀ। ਉਸ ਵੇਲੇ ਆਹ ਕੰਮ ਸ਼ੁਰੂ ਹੋ ਚੁੱਕਾ ਸੀ। ਰਾਏ ਇਕਬਾਲ ਸੀ ਤੁਹਾਡੇ ਰਾਣਾ ਰਜਪੂਤ, ਰਾਏ ਇਕਬਾਲ ਚੀਚਾ ਬਤਨੀਵਾਲ ਦਾ। ਇਹ ਉਸ ਵੇਲੇ ਸਾਡੇ ਇਲਾਕੇ 'ਚੋਂ ਖੜਾ ਹੋਇਆ ਸੀ। ਅੱਛਾ ਇਲੈਕਸ਼ਨ 'ਚ। ਠੀਕ। ਇਹਨਾਂ ਦੀ ਕਾਰਾਂ ਕੂਰਾਂ ਘੁੰਮਦੀਆਂ ਹੁੰਦੀਆਂ ਸੀ। ਕਹਿੰਦੇ ਤੁਸੀਂ ਦੇਖਦੇ ਹਾਲਾਤ, ਤੁਸੀਂ ਚੱਲ ਜਾਣਾ। ਅੱਬਾ ਜੀ ਕਹਿੰਦੇ ਸੀ ਤੈਨੂੰ ਕੁੱਟ ਕੇ ਮਾਰ ਦਾਂਗੇ, ਕਿਉਂਕਿ ਹਿੰਦੂ ਉੱਥੇ ਹੈ ਹੀ ਨਹੀਂ ਸੀ ਕੋਈ। ਕਹਿੰਦੇ ਤੁਸੀਂ ਚਾਹੇ ਜੋ ਮਰਜ਼ੀ ਕਹੀ ਜਾਓ, ਤੁਸੀਂ ਇੱਥੋਂ ਉੱਜੜਨਾ ਹੀ ਉੱਜੜਨਾ, ਜਾਣਾ ਹੀ ਜਾਣਾ, ਲਾਹੌਰ ਤੇ ਪਰੇ ਜਾਣਾ ਤੁਸੀਂ। ਇਹ ਉਹਨਾਂ ਨੇ ਗੱਲ ਹਿੰਦੂ ਨੇ ਕਹੀ ਸੀ 46 ਦੇ ਆਖਰ ਵਿੱਚ ਜਾਂ 47 ਦੇ ਸ਼ੁਰੂ ਵਿੱਚ? 47 ਦੇ ਸ਼ੁਰੂ ਵਿੱਚ ਇਹ ਗੱਲ ਕਹੀ ਸੀ। 47 ਦੇ ਸ਼ੁਰੂ ਵਿੱਚ ਇਹ ਗੱਲ। ਇਲੈਕਸ਼ਨ ਹੋ ਗਿਆ ਸੀ ਕੋਈ ਯਾਦ ਪੈਂਦਾ? ਫਿਰ ਤੁਸੀਂ ਇਲੈਕਸ਼ਨ ਨਹੀਂ ਸੀ ਹੋਇਆ ਹਾਲੇ। ਉਹ ਫਿਰ 46 ਦਾ ਸਾਲ ਸੀ, ਇਲੈਕਸ਼ਨ ਨਹੀਂ ਸੀ ਹਾਲੇ ਹੋਇਆ। ਜਿਹੜੇ ਇਲੈਕਸ਼ਨ ਹੋਏ ਉਹ 46 'ਚ ਹੋਏ ਆ, 46 ਦੇ ਵਿੱਚ। ਇਹਦਾ ਮਤਲਬ ਹੈ ਇੱਥੇ ਕਿਸੇ ਗਾ ਬਸ ਉਹਨਾਂ ਇਲੈਕਸ਼ਨਾਂ ਦੇ ਦਿਨਾਂ ਵਿੱਚ ਹੀ ਉਹਨੇ ਇਹ ਗੱਲ ਕੀਤੀ। ਇਹਨੇ ਗੱਲ ਕਹੀ ਸੀ, ਉਹ ਹਿੰਦੂ ਨੇ ਕਹੀ ਸੀ, ਤੁਸੀਂ ਇੱਥੋਂ ਉੱਠ ਕੇ ਜਾਣਾ ਹੈ, ਤੁਸੀਂ ਇੱਥੇ ਜਾਣਾ ਆ। ਜ਼ਮੀਨ ਤੁਸੀਂ ਉੱਧਰ ਲਾਹੌਰ ਤੋਂ ਪਰੇ ਜਾ ਕੇ ਖਰੀਦੋ। ਬਲਕਿ ਕਹਿੰਦਾ ਸੀ ਇਹ ਵੀ ਵੇਚ ਦਿਓ, ਜੇ ਤੁਹਾਡੀ ਭਾਅ ਨਾਲ ਵਿਕਦੇ ਇਹ ਵੀ ਵੇਚ ਕੇ ਉੱਥੇ ਜਾ ਕੇ ਲੈ ਲਓ। ਅੱਛਾ ਜੀ। ਹਿੰਦੂ ਨੇ ਇਹ ਗੱਲ ਕਹੀ ਸੀ। ਠੀਕ ਹੈ। ਯਾਨੀ ਉਹਨਾਂ ਨੂੰ ਇਸ਼ਾਰੇ ਮਿਲੇ ਹੋਏ ਸੀ ਕਿ ਕੰਮ ਇੰਜ ਹੋ ਜਾਣਾ। ਇਹ ਹੁਣ ਪਤਾ ਨਹੀਂ ਉਹ ਜਾਣਦੇ ਹੋਣਗੇ ਜਾਂ ਕੀ ਹੋਊਗਾ, ਬਸ ਉਹਨੂੰ ਹਾਲਾਤ ਦਾ ਕੋਈ ਅੰਦਾਜ਼ਾ ਸੀਗਾ। ਇੱਥੇ ਮੇਰਾ ਇੱਕ ਹੋਰ ਸਵਾਲ ਮੈਨੂੰ ਜ਼ਿਹਨ 'ਚ ਆਉਂਦਾ ਹੈ ਕਿ ਉਹ ਸ਼ਾਇਦ ਪੜ੍ਹੇ ਲਿਖੇ ਸੀ। ਹਾਂ, ਇਹ ਪੜ੍ਹੇ ਲਿਖੇ ਵੀ ਸੀਗੇ। ਮੁਸਲਮਾਨ ਕਿਉਂ ਨਹੀਂ ਪੜ੍ਹਦੇ ਸੀ? ਮੁਸਲਮਾਨਾਂ ਨੂੰ ਦਰਿਆ ਦਾ ਕਿਨਾਰਾ ਸੀ, ਕਣਕ ਬੀਜ ਦੇਣੀ, ਖਾਣੇ ਜੋਗੀ ਹੋ ਜਾਣੀ, ਬਸ ਠੀਕ ਆ। ਜੱਟ ਆਪਣੀ ਬਸ ਉਹੀ ਟਾਕੀ ਦੇ ਵਿੱਚ। ਹਾਂ ਬਸ ਇਹ ਸਾਰੇ ਇਲਾਕੇ 'ਤੇ ਇਹੀ ਕੰਮ ਸੀਗਾ। ਨਾ ਕੋਈ ਪਾਣੀ ਲਾਉਣਾ, ਨਾ ਕੁਛ ਕਰਨਾ, ਬਾਰਿਸ਼ਾਂ ਹੋ ਜਾਣੀਆਂ, ਇੱਕ ਦੋ ਕਣਕ ਖਾਣ ਜੋਗੀ ਹੋ ਜਾਣੀ, ਠੀਕ ਆ। ਅੱਛਾ ਜੀ। ਉਹ ਕਣਕ ਉਹਨਾਂ ਨੇ ਹਿੰਦੂਆਂ ਦੀ ਇੱਕ ਦੋ ਦੁਕਾਨਾਂ ਹੁੰਦੀਆਂ ਉਹਨਾਂ ਨੇ ਚੱਕ ਜਾਣੀ, ਸਾਲ ਭਰ ਸੌਦੇ ਉਹਨਾਂ ਤੋਂ ਲਈ ਜਾਣੇ ਤੇ ਸਾਲ ਬਾਅਦ ਫਿਰ ਨਵੀਂ ਆ ਜਾਣੀ। ਅੱਛਾ ਜੀ, ਠੀਕ ਹੈ। ਮੈਂ ਸਵਾਲ ਇਹ ਕੀਤਾ ਸੀ ਕਿ ਸਿੱਖਾਂ ਤੇ ਮੁਸਲਮਾਨਾਂ ਦਾ ਆਪਸ 'ਚ ਕਿਸ ਤਰ੍ਹਾਂ ਦਾ ਤਾਲੁਕ ਸੀ। ਸਵਾਲ ਮੈਂ ਕਰਦਾ ਕਿਉਂ ਆ, ਇਹ ਦੋਵੇਂ ਮਾਰਸ਼ਲ ਕੌਮਾਂ ਨੇ ਦੋਵੇਂ। ਵੈਸੇ ਸਾਡੇ ਨਾਲ ਸਿੱਖਾਂ ਦੇ ਤਾਲੁਕਾਤ ਉਸ ਵੇਲੇ ਪਹਿਲਾਂ ਪਾਰਟੀਸ਼ਨ ਤੋਂ ਜਿਹੜੀ ਹਲਾ ਹੁਣ ਤੋਂ ਪਹਿਲਾਂ ਅੱਛੇ ਸੀਗੇ। ਔਰ ਮੈਨੂੰ ਇਹ ਗਵਾਹੀ ਸਾਰੇ ਬਜ਼ੁਰਗਾਂ ਨੇ ਦਿੱਤੀ ਕਿ ਸਿੱਖਾਂ ਮੁਸਲਮਾਨਾਂ ਦੀ ਆਪਸ 'ਚ ਕੋਈ ਲੜਾਈ ਨਹੀਂ ਸੀ। ਕੋਈ ਲੜਾਈ ਨਹੀਂ ਸੀ। ਇਹਨਾਂ ਦੇ ਆਪਸ 'ਚ ਅੱਛੇ ਸੀ, ਲੇਕਿਨ ਹਿੰਦੂ ਜਿਹੜੇ ਸੀ ਉਹ ਬਹੁਤ। ਉਹ ਮੈਂ ਗੱਲ ਕੀਤੀ ਨਾ ਕਿ ਸ਼ਾਇਦ ਉਹ ਪੜ੍ਹੇ ਲਿਖੇ ਜ਼ਿਆਦਾ ਸੀ ਬਨਿਸਬਤ ਇਹਨਾਂ ਦੋ ਕੌਮਾਂ। ਸਿੱਖ ਤਾਂ ਸਾਡੇ ਨਾਲ ਵੀ ਜਹਲ ਸੀ। ਯਾਨੀ ਮੁਸਲਮਾਨ ਤੇ ਸਿੱਖਾਂ ਨਾਲੋਂ, ਇਹਨਾਂ ਦੋ ਕੌਮਾਂ ਨਾਲੋਂ ਹਿੰਦੂ ਪੜ੍ਹਾ ਲਿਖਿਆ ਸੀ, ਬਰਾਦਰੀ ਜਿਹੜੀ ਸੀ ਉਹ ਜ਼ਿਆਦਾ ਪੜ੍ਹੀ ਲਿਖੀ ਸੀ। ਠੀਕ ਹੈ। ਜਿਵੇਂ ਤੁਸੀਂ ਗੱਲ ਕੀਤੀ ਕਿ ਉਹਨਾਂ ਨੂੰ 46 ਦੇ ਵਿੱਚ ਹੀ ਅੰਦਾਜ਼ਾ ਸੀ ਕਿ ਹਾਲਾਤ ਕਿੱਧਰ ਜਾ ਰਹੇ ਨੇ। ਬਿਲਕੁਲ ਹਾਂ ਜੀ, ਅੰਦਾਜ਼ਾ। ਤੇ ਮੁਸਲਮਾਨਾਂ ਨੂੰ ਜਿਨ੍ਹਾਂ ਨੂੰ ਮੈਂ ਪੁੱਛਿਆ ਕਹਿੰਦੇ ਨੇ ਬਸ ਸਾਨੂੰ ਤਾਂ ਆਖਰੀ ਦਿਨਾਂ 'ਚ ਪਤਾ ਲੱਗਿਆ ਕਿ ਹਾਲਾਤ ਇਹਨਾਂ ਦੀ ਪਤਾ ਸੀ। ਤੇ ਵਾਲਿਦ ਸਾਹਿਬ ਨੇ ਜਿਸ ਵੇਲੇ ਹੋ ਗਿਆ ਨਾ ਵੀ ਹੁਣ ਅਸਲ 'ਚ ਅਸੀਂ ਅਮਨ ਨਾਲ ਉੱਠਣਾ ਸੀ, ਲੇਕਿਨ ਸਾਨੂੰ ਅਫਰਾ ਤਫਰੀ 'ਚ ਉੱਠਣਾ ਪਿਆ। ਸਾਡੇ ਨਾਲ ਸੀ ਇੱਕ ਮੁਸਲਮਾਨ ਦਾ ਚੱਕ ਬਲੀਆ, ਉਹ ਵੀ ਬੜੇ ਅੱਖਰ ਸੀ। ਉਹਨਾਂ ਦੇ ਕੋਲ ਸੀ ਇੱਕ ਹਿੰਦੂਆਂ ਦਾ ਚੱਕ ਮਾਨਗੜ੍ਹ। ਉੱਥੇ ਥੋੜ੍ਹੇ ਜਿਹੇ ਸਿੱਖ ਰਹਿੰਦੇ ਸੀ, ਇਹਨੇ ਜਾ ਕੇ ਉਹਨਾਂ 'ਤੇ ਹਮਲਾ ਕਰਤਾ। ਅੱਛਾ ਜੀ। ਮੁਸਲਮਾਨਾਂ ਨੇ ਹਮਲਾ ਉੱਥੇ ਕੀਤਾ, ਸਾਡਾ ਇਲਾਕਾ ਇੱਦਾਂ ਦਾ ਸੀਗਾ। ਠੀਕ ਹੈ। ਹਮਲਾ ਕੀਤਾ, ਉਹ ਉੱਥੋਂ ਨੱਠ ਗਏ, ਸ਼ਾਇਦ ਇੱਕ ਦਾ ਕਤਲ ਵੀ ਹੋਇਆ। ਉਹਨਾਂ ਨੇ ਇਕੱਠੇ ਕਰਕੇ ਸਾਡੇ 'ਤੇ ਆ ਗਏ। ਸਾਨੂੰ ਲੱਗਿਆ ਉਸ ਵੇਲੇ ਜਿਸ ਵੇਲੇ ਉਹ ਕਰੀਬ ਪਹੁੰਚ ਗਏ, ਫਿਰ ਅਸੀਂ ਸਮਾਨ ਨੂੰ ਛੱਡ ਕੇ ਸਭ ਨੱਠੇ। ਉਹ ਵੀ ਅਸੀਂ ਸਾਰੇ ਦਰਿਆ ਜਾ ਵੜੇ। ਅੱਛਾ, ਇਹ ਆਪਾਂ ਇਸ ਪਾਸੇ ਗੱਲ ਨੂੰ ਲੈ ਕੇ ਜਾਂਦੇ ਹਾਂ। ਪਹਿਲੇ ਮੈਨੂੰ ਇਹ ਦੱਸੋ ਵੀ ਕਿੰਨੇ ਕੁ ਦਿਨ ਪਹਿਲੇ ਇਹ ਗੱਲ ਬਜ਼ੁਰਗਾਂ ਦੇ ਜ਼ਿਹਨਾਂ 'ਚ ਆਉਣ ਲੱਗ ਪਈ ਸੀ ਕਿ ਭਾਈਆ ਇੱਥੇ ਹੁਣ ਸਾਡੇ ਤੋਂ ਨਹੀਂ ਰਹਿ ਹੋਣਾ? ਆਮ ਜਿਹੜੀ ਚੱਲੀ ਆ ਗੱਲ, ਉਹ ਤਾਂ ਮਹੀਨਾ ਪਹਿਲਾਂ ਚੱਲੀ, ਰੋਜ਼ਿਆਂ 'ਚ ਚੱਲੀ ਆ। ਈਦ ਪੜ੍ਹ ਕੇ ਅਸੀਂ ਉੱਠੇ ਆਏ ਹਾਂ। ਔਰ ਰੋਜ਼ਿਆਂ ਦੇ ਵਿੱਚ ਹੀ 27ਵੀਂ ਤਾਰੀਖ ਨੂੰ ਯਾਨੀ 27ਵੀਂ ਰਮਜ਼ਾਨ ਨੂੰ ਪਾਕਿਸਤਾਨ ਬਣਦਾ ਹੈ। ਉਧਰ ਬਣਦਾ, ਯਾਨੀ ਅਸੀਂ ਈਦ ਪੜ੍ਹ ਕੇ ਉੱਠ ਖੜਦੇ ਹਾਂ। ਮੁਸਲਮਾਨਾਂ ਨੂੰ ਉਸੇ ਵੇਲੇ ਪਤਾ ਲੱਗਿਆ। ਉਸ ਵੇਲੇ ਪਤਾ, ਹਿੰਦੂ ਨੂੰ ਪਤਾ ਸੀ। ਅੱਛਾ। ਔਰ ਸਾਡੇ ਇਲਾਕੇ ਦੇ ਹਿੰਦੂ ਸਿੱਖ ਜਿਹੜੇ ਨਾ ਇਕੱਲੇ ਥੋੜ੍ਹੇ ਘਰ ਸੀ, ਉਹ ਉੱਥੋਂ ਜੁੜ ਕੇ ਚਲੇ ਗਏ ਸੀਗੇ ਵੀ ਸਾਨੂੰ ਇਹ ਨੁਕਸਾਨ ਨਾ ਪਹੁੰਚਾਉਣ। ਵੀ ਇਹ ਮੁਸਲਮਾਨਾਂ ਦਾ ਇਲਾਕਾ ਮੁਸਲਮਾਨ ਦਾ, ਉਹ ਚਲੇ ਗਏ ਸੀਗੇ।
ਠੀਕ ਹੈ। ਫਿਰ ਆਪਸ 'ਚ ਵੜਕਿਆਂ ਨੇ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਜਿਸ ਵੇਲੇ ਕਿ ਭਾਈਆ ਨਹੀਂ ਹੁਣ ਇੱਥੋਂ ਉੱਠਣਾ ਪੈਣਾ, ਹਾਂ, ਇੱਥੋਂ ਜਾਣਾ ਪੈਣਾ। ਬਿਲਕੁਲ। ਕੀ ਪਰੇਸ਼ਾਨੀ ਤਾਂ ਹੁੰਦੀ ਹੋਣੀ ਹੈ? ਬਿਲਕੁਲ ਪਰੇਸ਼ਾਨੀ ਤਾਂ ਹੋਈ। ਇਸੇ ਤਰ੍ਹਾਂ ਅਸੀਂ ਸਮਾਨ ਚੱਕਿਆ, 2 ਸ਼ਾਇਦ ਗੱਦੇ ਸੀ, 2 ਖੇਸੀਆਂ, 2 ਜਾਂ 3। ਵੈਸੇ ਅੱਬਾ ਜੀ ਅੱਲਾ ਬੇਸ਼ੱਕ ਨਸੀਬ ਕਰੇ, ਮੱਝਾਂ ਸੀਗੀਆਂ, ਘੇ ਸੀਗਾ। ਅੱਬਾ ਜੀ ਨੇ ਇੱਕ ਕੰਮ ਕਿਹਾ ਸੀ ਵੀ ਇਹ ਘੇ ਨੂੰ ਨਾ ਪੰਜੀਰੀ ਜੀ ਬਣਾ ਲੈ, ਜਿਵੇਂ ਅੱਜ ਕੱਲ੍ਹ ਪੰਜੀਰੀਆਂ ਬਣਾਉਂਦੇ ਆ ਨਾਸ਼ਤੇ ਲਈ। ਇੱਕ ਇਹ ਪੀਪਾ ਭਰ ਲਾ, ਪੀਪਾ ਨਾ ਗੁਆਚੇ, ਕੱਪੜੇ ਬੇਸ਼ੱਕ ਰਹਿ ਜਾਣ, ਕੁਛ ਰਹਿ ਜਾਵੇ, ਇਹੀ ਸਾਡੇ ਕੰਮ ਆਉਣਾ। ਠੀਕ ਹੈ। ਅਸੀਂ ਜਿੱਥੇ ਕਿਤੇ ਰਾਤ ਨੂੰ ਰੋਟੀ ਵਗੈਰਾ ਦਾ ਤਕਲੀਫ ਹੁੰਦੀ ਸੀ, ਨਹੀਂ ਸੀ ਮਿਲਦੀ, ਅਸੀਂ ਸਾਨੂੰ ਫਿਰ ਥੋੜ੍ਹੀ ਥੋੜ੍ਹੀ ਉਹ ਦੇ ਦੇਣੀ, ਉਹ ਦੇ ਦੇਣੀ। ਲਾਹੌਰ ਕੈਂਪ 'ਚ ਥੋੜ੍ਹੀ ਬਹੁਤ ਮਿਲਦੀ ਰਹੀ ਆ। ਲੋਕਾਂ ਕੋਲ ਜਿਹੜੇ ਗੱਡੇ ਵਾਲੇ ਸੀਗੇ ਉਹ ਕਣਕ ਘੱਟ ਘੱਟ ਲਿਆਏ ਸੀ, ਉਹ ਰਲ ਮਿਲ ਕੇ ਖਾਂਦੇ ਰਹੇ ਹਾਂ। ਜਿੱਥੇ ਕਿਤੇ ਨਾ ਮਿਲਣੀ ਉੱਥੇ ਫਿਰ ਅਸੀਂ ਉਹ ਖਾਣੀ। ਉੱਥੋਂ ਫਿਰ ਔਰ ਉਹ ਅਸੀਂ ਇੱਧਰ ਆ ਕੇ ਜਿਸ ਚੱਕ 'ਚੋਂ ਅਸੀਂ ਹੁਣ ਉੱਠ ਕੇ ਆਏ ਹਾਂ, ਆਖਰੀ ਦਿਨ ਕੁਰਬਾਨੀ ਦਾ ਦਿਨ ਸੀਗਾ। ਉੱਥੇ ਈਦ ਪੜ੍ਹ ਕੇ ਚੱਲੇ ਸੀ। ਕੁਰਬਾਨੀ ਵਾਲੇ ਦਿਨ ਅਸੀਂ ਉੱਥੇ ਜਾ ਕੇ ਕੁਰਬਾਨੀ ਕੀ ਕਰਨੀ ਸੀ, ਅਸੀਂ ਉਸ ਆਖਰੀ ਉੱਥੋਂ ਉਸ ਪੰਜੀਰੀ ਦਾ ਹਲਵਾ ਬਣਾ ਕੇ ਖਾਧਾ ਸੀ। ਵਾਹ ਜੀ ਵਾਹ। ਉਹ ਪੰਜੀਰੀ ਤੁਹਾਨੂੰ ਅੱਜ ਵੀ ਨਹੀਂ ਭੁੱਲੀ? ਉਹ ਪੀਪਾ ਬੜਾ ਕੀਮਤੀ ਸੀ ਸਾਡਾ। ਉਹ ਪੀਪਾ ਘੇ ਦਾ ਬੜਾ ਕੀਮਤੀ, ਸਾਰੀ ਜ਼ਿੰਦਗੀ ਤੁਹਾਨੂੰ ਯਾਦ ਰਹੇਗਾ। ਅੱਛਾ, ਬਿਲਕੁਲ। ਅੱਛਾ, ਹੁਣ ਆਪਾਂ ਫਿਰ ਗੱਲ ਉੱਥੇ ਹੀ ਚੱਲਦੇ ਹਾਂ, ਤੁਹਾਡੇ ਪਿੰਡ ਵਿੱਚ। ਤੁਹਾਡਾ ਪਿੰਡ ਜਿਹੜਾ ਸੀ ਉਦੋਵਾਲ ਜੀ। ਉਦੋਵਾਲ ਪੂਰਾ ਨਾਂ ਉਦੋਵਾਲ ਹੀ ਸੀ? ਉਦੋਵਾਲ। ਉਦੋਂ ਦੀ ਪਿੰਡ ਵੈਸੇ 2 ਸੀਗੇ, ਇਕੱਠੇ ਸੀਗੇ। ਉਦੋਵਾਲ ਕਲਾਂ, ਉਦੋਵਾਲ ਖੁਰਦ ਇਕੱਠੇ ਸੀਗੇ, ਲੇਕਿਨ ਹੁਣ ਉੱਥੇ ਉਦੋਵਾਲ ਸੀ। ਹੁਣ ਕਾਗਜ਼ਾਂ 'ਚ ਮੈਂ ਦੇਖਿਆ ਉਦੋਵਾਲ ਕਲਾਂ, ਉਦੋਵਾਲ ਖੁਰਦ। ਇੱਧਰ ਆ ਕੇ ਜਿਸ ਵੇਲੇ ਜ਼ਮੀਨ ਦੇ ਫਾਰਮ ਵਗੈਰਾ ਦਿੱਤੇ ਨਾ, ਉਸ ਵੇਲੇ ਮੈਂ ਦੇਖਿਆ ਉਦੋਵਾਲ ਕਲਾਂ, ਉਦੋਵਾਲ ਖੁਰਦ। ਜਿਹੜਾ ਉਹ ਰਜਪੂਤ ਸੀ ਉਹਨਾਂ ਦਾ ਉਦੋਵਾਲ ਖੁਰਦ ਸੀਗਾ ਛੋਟਾ, ਸਾਡੇ ਸੀ ਉਦੋਵਾਲ ਕਲਾਂ। ਠੀਕ ਹੈ, ਇਕੱਠੇ ਰਹਿੰਦੇ ਸੀ, ਇਕੱਠੇ। ਇਹਨਾਂ ਰਾਜਪੂਤਾਂ 'ਚੋਂ ਕੋਈ ਸਿਰ ਕੜਵਾ ਬੰਦਾ ਹੈ ਸੀ ਜਿਹੜਾ ਤੁਹਾਨੂੰ ਯਾਦ ਹੋਵੇ? ਬਿਲਕੁਲ ਹੈਗੇ ਸੀਗੇ। ਅਬਦੁਲ ਮਜੀਦ। ਹਾਂ, ਠੀਕ ਠਾਕ ਸੀਗਾ ਉਹ। ਅੱਛਾ, ਚੌਧਰੀ ਸੀ ਇਲਾਕੇ ਦਾ। ਠੀਕ ਹੈ। ਇਹ ਰਾਜਪੂਤ ਹੁਣ ਕਿੱਥੇ ਬੈਠੇ ਆ? ਇਹ ਰਾਜਪੂਤ ਬੈਠੇ ਦੇਵੀਦਾਸਪੁਰ ਜਾਨੀਵਾਲ ਦੇ ਲੋਕ। ਟੋਬੇ ਦੇਵੀਦਾਸਪੁਰਾ ਪਿੰਡ ਉੱਥੇ ਬੈਠੇ ਆ ਉਦੋਵਾਲ ਕਲਾਂ ਔਰ ਖੁਰਦ ਦੇ। ਹਾਂ, ਖੁਰਦ। ਠੀਕ ਹੈ। ਹੁਣ ਇਹ ਦੱਸੋ, ਆਪਾਂ ਫਿਰ ਚੱਲੇ ਹਾਂ ਵਾਪਸ 47 ਵਿੱਚ। 47 ਵਿੱਚ ਜਿਸ ਵੇਲੇ ਤੁਸੀਂ ਉੱਥੋਂ ਉੱਠਦੇ ਹੋ ਤੇ ਕੀ ਵੇਲਾ ਸੀ? ਅਸੀਂ ਜਿਸ ਉੱਠੇ ਹਾਂ, ਅਸੀਂ ਸ਼ਾਮ ਨੂੰ ਉੱਠਿਆ, ਦਰਿਆ 'ਤੇ ਆ ਗਏ ਹਾਂ। ਅਸਰ ਦੀ ਨਮਾਜ਼ ਜਾਂ ਜ਼ੁਹਰ ਦੀ ਨਮਾਜ਼ ਪੜ੍ਹ ਕੇ ਨਾ, ਅਸੀਂ ਇੱਕੋ ਹੀ ਸਾਡੇ ਕੋਲ ਗੱਡੀ ਸੀ, ਮੇਰੇ ਵਾਲਦ ਸਾਹਿਬ ਅਤੇ ਪਿੰਡ ਵਾਲਿਆਂ ਨੇ ਗੱਡੇ ਆਪਣੇ ਜੁੜੇ ਸਮਾਨ ਲੱਦਿਆ, ਉਹ ਵੀ ਦਰਿਆ 'ਚ ਆ ਗਏ। ਸਮਾਨ ਲੱਦ ਲਿਆ ਸੀ? ਸਮਾਨ ਲੱਦ ਕੇ ਗੱਡੇ ਉਸ ਵੇਲੇ ਦਰਿਆ 'ਚ ਆ ਗਏ ਸੀ। ਉਹ ਰਾਤ ਪਿੰਡ ਨਹੀਂ ਕੱਢੀ ਸਾਰਿਆਂ ਨੇ। ਫਿਰ ਜਿਸ ਵੇਲੇ ਦੇਖਿਆ ਵੀ ਸਿੱਖ ਆ ਰਹੇ ਹਾਂ, ਫਟਾਫਟ ਸਮਾਨ ਲੱਦਿਆ, ਉੱਥੇ ਆ ਗਏ, ਦਰਿਆ 'ਚ ਆ ਗਏ। ਉਹ ਜਿਹੜਾ ਪਿੰਡ ਸੀ ਜਿਹਨੇ ਹਮਲਾ ਕੀਤਾ ਸੀ ਜਾ ਕੇ, ਬਲੀਆ ਚੱਕ, ਬਲੀਏਵਾਲ, ਉਹਨਾਂ ਨੇ ਕੀਤਾ ਸੀ ਹਮਲਾ। ਉਹਨਾਂ 'ਤੇ ਕੀ ਬੀਤੀ? ਉਹ ਵੀ ਨਾਲੇ ਉੱਠਿਆ ਸਾਡੇ। ਉਹ ਵੀ ਉੱਠੇ, ਸਾਰੇ ਇਕੱਠੇ ਆਏ। ਫਿਰ ਉਸ ਕਾਫਲਾ ਰਾਤ ਨੂੰ ਚੱਲਿਆ। ਦਰਿਆ ਵੱਲ ਤੁਸੀਂ ਆ ਗਏ, ਦੋਵੇਂ ਪਿੰਡ ਇਕੱਠੇ ਹੋ ਗਏ ਸੀ? ਕਈ ਪਿੰਡ ਸੀਗੇ, ਕਈ ਪਿੰਡ ਇਕੱਠੇ ਹੋ ਗਏ। ਉੱਥੇ ਤੁਹਾਡੇ ਆਸੇ-ਪਾਸੇ ਕੋਈ ਮਾਰਵੜ ਤਾਂ ਨਹੀਂ ਹੋਈ? ਬਜ਼ੁਰਗਾਂ ਨੇ ਕੋਈ ਦੱਸਿਆ ਤਾਂ ਨਹੀਂ? ਨਹੀਂ, ਸਾਡੇ ਆਸੇ-ਪਾਸੇ ਕੋਈ ਨਹੀਂ ਹੋਈ। ਬਸ ਵੈਸੇ ਸਮਰਾਲੇ 'ਤੇ ਉੱਤੇ ਜਾ ਕੇ ਨਾ ਜਨੂਬ ਦੇ ਵਿੱਚ ਮੇਰੇ ਰਿਸ਼ਤੇਦਾਰ ਸੀਗੇ, ਮੇਰੇ ਅੱਬੇ ਦੇ ਮਾਮੂ ਸੀਗੇ। ਉੱਥੇ ਉਹ ਲੋਕ ਨਹੀਂ ਆਉਣ, ਤੇ ਉਹ 5-4 ਚੱਕ ਸੀਗੇ ਇਕੱਠੇ, ਇਕੱਠੇ ਹੋ ਗਏ। ਸਿੱਖਾਂ ਨੇ ਇਕੱਠੇ ਹੋ ਕੇ ਨਾਲ ਦੁਆਲੇ ਉਹ ਉੱਥੇ ਬਹੁਤ ਕਤਲਾਮ ਕੀਤਾ ਸੀ। ਤੁਸੀਂ ਦੋਵੇਂ ਪਿੰਡ ਜਾਂ ਕਈ ਪਿੰਡ ਉੱਠ ਕੇ ਦਰਿਆ ਵੱਲ ਆ ਗਏ? ਰਾਤ ਨੂੰ ਚੱਲ ਪਿਆ ਉੱਥੋਂ। ਦਰਿਆ ਤੁਹਾਡੇ ਤੋਂ ਕਿੰਨੀ ਕੁ ਦੂਰ ਸੀ ਪਿੰਡ ਤੋਂ? ਸਾਡੇ ਕੋਲੋਂ 2 ਮੁਰੱਬੇ ਹੋ, 3 ਮੁਰੱਬੇ ਹੋ। ਠੀਕ ਹੈ। ਜਦ ਘਰ ਸਾਲਣ ਸੂਣ ਨਹੀਂ ਸੀ ਹੁੰਦੇ ਸੀ, ਇੱਥੋਂ ਜਾ ਕੇ ਮੱਛੀਆਂ ਫੜ ਲੈਂਦੀਆਂ ਸੀ। ਰਾਤ ਤੁਸੀਂ ਉੱਥੇ ਗੁਜ਼ਾਰੀ? ਰਾਤ ਨਹੀਂ ਗੁਜ਼ਾਰੀ, ਬਸ ਹਨੇਰਾ ਜਿਹਾ ਹੋਵੇ ਫਿਰ ਚੱਲ ਪਿਆ। ਰਾਤ ਦੀ ਹਨੇਰੇ ਚੱਲੇ ਤਾਂ ਕਿ ਦਿਨ ਨੂੰ ਪਤਾ ਨਾ ਲੱਗੇ, ਪਿੱਛੋਂ ਕੋਈ ਫੇਰ ਨਾ ਹਮਲਾ ਕਰੇ। ਰਾਤ ਅਸੀਂ ਪਹੁੰਚ ਗਏ ਲੁਧਿਆਣੇ ਦੇ ਕੋਲ ਹੀ ਇੱਕ ਚੱਕ ਸੀ ਮਤਿਆਰਾ। ਲੁਧਿਆਣੇ ਕੋਲ ਹੀ ਅੱਗੇ ਥੋੜ੍ਹਾ ਦੂਰ ਮੀਲ ਕੇ ਦੇ ਫਾਸਲੇ ਕੈਂਪ ਸੀਗਾ। ਅਸੀਂ ਰਾਤ ਉੱਥੇ ਥੱਕੇ ਸੀ। ਉੱਥੇ ਕੋਈ ਸਾਨੂੰ ਜਗ੍ਹਾ ਸੋਹਣੀ ਲੱਭ ਗਈ, ਉੱਥੇ ਰੋਟੀ ਪਕਾਈਆਂ ਖਾਧੀਆਂ, ਉੱਥੋਂ ਉੱਠੇ ਕੈਂਪ 'ਚ ਚਲੇ ਗਏ। ਅੱਛਾ ਜੀ। ਲੁਧਿਆਣੇ ਕੈਂਪ 'ਚ ਆ ਗਿਆ ਫਿਰ ਅਸੀਂ। ਠੀਕ ਹੈ। ਕੈਂਪ ਵਿੱਚ ਕਿੰਨੇ ਦਿਨ ਗੁਜ਼ਾਰੇ? ਕੈਂਪ 'ਚ ਮੇਰਾ ਖਿਆਲ ਅਸੀਂ 8-10 ਦਿਨ ਗੁਜ਼ਾਰੇ ਹੋਣੇ ਆ। ਉਸ ਕੈਂਪ ਦਾ ਨਕਸ਼ਾ ਕੋਈ ਖਿੱਚੋ, ਕੀ ਵੇਖਿਆ ਤੁਸੀਂ? ਉਸ ਕੈਂਪ 'ਚ ਤਾਂ ਬਸ ਆਮ ਬੈਠੇ ਸੀ ਅਸੀਂ ਸਾਰੇ। ਹਾਂ, ਰੋਟੀਆਂ ਪਕਾ ਲੈਂਦੇ ਸੀ, ਖਾ ਲੈਂਦੇ ਸੀ, ਅਤੇ ਗੱਡੀ ਆਉਂਦੀ ਸੀ, ਟ੍ਰੇਨ, ਜਿਨ੍ਹਾਂ ਨੇ ਆਉਣਾ ਦੇ ਫਟਾਫਟ ਚੜ੍ਹ ਜਾਂਦੇ ਸੀ, ਭਰ ਜਾਂਦੇ ਸੀ, ਉਹ ਆ ਜਾਂਦੇ ਸੀ ਇੱਧਰ। ਉਸ ਕੈਂਪ 'ਤੇ ਪਹਿਰਾ ਹੈ ਸੀ? ਪਹਿਰਾ ਉਹ ਕਿਸੇ ਦਾ ਪਹਿਰਾ ਨਹੀਂ ਸੀਗਾ। ਜਿਹੜੇ ਉਸ ਕੈਂਪ ਵਿੱਚ ਮੁਸਲਮਾਨ ਆਏ ਸੀ, ਉਹ ਕੋਈ ਹਮਲਿਆਂ ਦੇ ਮਾਰੇ ਵੀ ਸੀ ਜਾਂ ਚੁੱਪ ਕਰਕੇ ਆ ਗਏ? ਉਹ ਚੁੱਪ ਕਰਕੇ ਅਸੀਂ ਦਰਿਆ ਦੇ ਉਹ ਹੀ ਸੀਗਾ ਨਾ, ਸਾਡਾ ਲੱਗਾ ਸਾਰਾ ਮੁਸਲਮਾਨ ਸੀ, ਉਵੇਂ ਉੱਠ ਕੇ ਅਸੀਂ ਉੱਥੇ ਆ ਗਏ। ਯਾਨੀ
ईद की नमाज तुसी पिंड पढ़ी है हाँ। तो उस तो कितने क दिन पिंड दूए दिन दूए दिन उठ के उत्ते चले गए, फिर असीं इधर आ गए। तो कोई 7-8 दिन ट्रेनां 8-10 दिन ट्रेनें चलदियां रही होंगियां, वो मैनूं अंदाज़ा नहीं इन्ने होने 1500 दिन हो गए होणगे। मेरे मामू जी आए, फिर मामू जी आके मेरे अब्बा जी नूं कहंदे कि तुसीं इत्थे काहली बैठे, थोड़े कोल गड्ढा या की आ, साडे कोल तां गड्डियां 'च समान असीं तां ਇਹ ਆ ਵੀ ਚਲੋ ਜੇ ਕੋਈ ਸਮਾਨ ਬਚ ਗਿਆ ਅਸੀਂ ਲੈ ਕੇ ਆ ਜਾਵਾਂਗੇ, ਉੱਥੇ ਕੁਛ ਘਰ ਘੁਰ ਲਵਾਂਗੇ, ਤੁਸੀਂ ਤਾਂ ਚੜ੍ਹੋ ਗੱਡੀ, ਤੁਸੀਂ ਜਾਓ, ਤੁਸੀਂ ਕਰਨਾ। ਤੁਸੀਂ ਉਹ ਉਹਨਾਂ ਨੇ ਸਾਡੇ ਬਿਸਤਰ ਬਣਾਏ, ਚੱਕੇ ਜ਼ੋਹਰ ਦਾ ਟਾਈਮ ਸੀ, ਸਾਨੂੰ ਲਿਆ ਕੇ ਟ੍ਰੇਨ ਦੇ ਉਹ ਜਿਹੜਾ ਖੱਤਾ ਲਾਈਨ ਦੇ ਨਾਲ ਲਾ ਦਿੱਤੇ। ਗੱਡੀ ਆਈ, ਸਾਨੂੰ ਫਟਾਫਟ ਚੱਕ ਕੇ ਉਹਨਾਂ ਨੇ ਗੱਡੀ 'ਚ ਬਿਠਾ ਦਿੱਤਾ। ਉਸ ਤੋਂ ਬਾਅਦ ਜ਼ੋਹਰ ਵੇਲੇ ਸਾਡੀ ਗੱਡੀ ਚੱਲੀ ਆ ਉੱਥੋਂ। ਉਸ ਤੋਂ ਬਾਅਦ ਇੱਕ ਗੱਡੀ ਹੋਰ ਅਸਰ ਵੇਲੇ ਚੱਲੀ ਆ, ਸਾਨੂੰ ਉਹਨਾਂ ਨੇ ਜਾ ਕੇ ਦੱਸਿਆ। ਉਸ ਤੋਂ ਬਾਅਦ ਗੱਡੀਆਂ ਬੰਦ ਹੋ ਗਈਆਂ। अच्छा जी। फिर उस तो बाद उत्थे अल्लाह रह गए, बारिश हुई, वो कैंप सारा पूरी तरह उत्थे तबाह होया, जिहड़े उत्थे रह गए सी। जगह सी नीवीं, दरिया नाल सी, फ्लड आया ते वो उन्हां दा बहुत बुरा हाल होया। बहुत लोग उत्थे मरे सी। मेरे मामू जान भी उत्थे ही है, इस दी वजह नाल मरे हैं। जिन्हें सानूं चढ़ाया सी वो भी उत्थे ही मर गए सी। तुहानूं रवाना कर दिता? हाँ जी, असीं आ गए इधर अगले मुल्क वास्ते, अगले वतन वास्ते। आप उत्थे रह गए? असीं ज़ोहर वेले उत्थों चले। हाँ। आप उत्थे रह गए, वो पिछों मर गए। थोड़े दिनों बाद ही सानूं इतला मिल जाए, बहुत देर बाद फिर, क्योंकि किहड़ा कोई आमदर होता कोई जरिया सी, कोई उन्हां कोल बच बचा के जिहड़े आए उन्होंने आके सानूं दस्सिया। उत्थे दफन हो गए? उत्थे ही दफन। अज उन्हां दी कबरां दा निशान भी नहीं ने। निशान की बस उत्थे तो कोई शै भी नहीं होनी। और इस तरह के किन्ने लोग ने जिहड़े इस मुल्क पाकिस्तान की तरफ हिजरत कर निकले सी और रास्तियां दे विच इस तरह रहे, इस तरह रहे। अज ਅਸੀਂ ਸ਼ਾਇਦ ਉਹਨਾਂ ਨੂੰ ਯਾਦ ਵੀ ਨਹੀਂ ਕਰਦੇ, ਨਾ ਉਹਨਾਂ ਦੀ ਕਬਰਾਂ ਦੇ ਨਿਸ਼ਾਨ ਨੇ ਜਿੱਥੇ ਬੰਦਾ ਜਾ ਕੇ ਫਾਤਿਹਾ ਪੜ੍ਹਦਾ। ਨਹੀਂ, ਉਹ ਤਾਂ ਉੱਥੇ ਨਿਸ਼ਾਨ ਹੀ ਕੋਈ ਨਹੀਂ। ਔਰ ਇਹਨਾਂ ਦੀ ਤਾਦਾਦ ਲੱਖਾਂ ਦੇ ਵਿੱਚ ਹੈ ਬਹੁਤ। ਔਰ ਐਨ ਮੁਮਕਿਨ ਆ ਕਿ ਫਲੱਡ ਆ ਗਿਆ, ਕਬਰਾਂ 'ਚ ਉਹਨਾਂ ਦੀ ਲਾਸ਼ਾਂ ਨਿਕਲੀਆਂ ਹੋਣ, ਕਿਉਂਕਿ ਜਿੱਥੇ ਦੇਖਦੇ ਉਸੇ ਦਫਨ ਕਰ ਦਿੰਦੇ ਸੀਗੇ, ਕੋਈ ਐਡਾ ਕਬਰਸਤਾਨ ਨਹੀਂ ਸੀਗਾ। ਬਿਲਕੁਲ ਠੀਕ ਹੈ। ਅੱਛਾ, ਫਿਰ ਤੁਸੀਂ ਟ੍ਰੇਨ 'ਚ ਬਹਿ ਗਏ? ਟ੍ਰੇਨ 'ਚ ਬਹਿ ਗਏ। ट्रेन ने दरिया क्रॉस किया, या दरिया क्रॉस किया। कोई असी उत्थों हले वो इहदा झल असीं कहंदे हुंदे सी, दरियाई इलाका, ਉਹਦੇ ਵਿੱਚ ਅਸੀਂ ਉੱਥੋਂ ਸਿੱਖ ਨਿਕਲਿਆ। ਅੱਛਾ। ਔਰ ਉਹ ਲਮਾ ਸਾਡੇ ਲਈ ਨਾ ਇੰਤਹਾਈ ਜਾਨ ਤੇ ਖਤਰਨਾਕ, ਬਿਲਕੁਲ ਸਾਹ ਨਹੀਂ ਸੀ ਆਉਂਦਾ ਸਾਰੀ ਗੱਡੀ 'ਚ ਕਿਸੇ ਨੂੰ। ਸਿੱਖ ਨਿਕਲਿਆ ਇੱਕਦਮ, ਸਾਰੇ ਉੱਥੋਂ ਨਿਕਲੇ। ਗੱਡੀ ਖੜੀ ਕਰ ਲਈ ਡਰਾਈਵਰ ਨੇ। ड्राइवर ने गड्डी खड़ी कर ली। इसके पास हूँ तो कोई 5-7-10 मिनट थे पहुँच जाएंगे, चल खत्म। साढ़े अल्लाह ने फरिश्ते भेजे, 4 फौजी सी, पता नहीं कित्थों आए थे। हालांकि फौजियों का कोई काम नहीं सी गड्डियां नाल आउणा फौजियों का। वो इत्थों अंदाज़ा कि मेरा भाई एक फौज सीगा, वो भी उत्थे गया सीगे अपने किसी हिंदू अफसर का, सिख अफसर का समान लैके घर छड्डण उधर। वो आउंदे जांदे सी, उत्थों किते वो भी आए होणगे नाल। तो वह कहते चल गड्डी चली, असीं इधर जिन्हें घरों हो के चले आ जाएंगे अपने आर्मी च, एक अद्धे दिन घर रह के आ जाएंगे। शायद वो इदा ही आए होण। 4 सीगे उन्होंने। फिर जब सिख देखे ना गड्डी खड़ गई, एक फिर पिछों नठिया फौजी, मैं अपनी अखीं देखिया। हो बड़ी तेज़ नाल दौड़िया, यकदम जाके वो ड्राइवर दे चढ़ गया। उन्हें अल्लाह जाने की कहा की नहीं, गड्डी चल पई, साड़ी जान छुट गई, असीं साह आ गया। इत्थों चले फिर जलंधर क्रॉस करके ਅੰਮ੍ਰਿਤਸਰ ਦੇ ਵਿਚਾਲੇ ਜਾ ਕੇ ਜਲੰਧਰ ਅੰਮ੍ਰਿਤਸਰ ਦਰਮਿਆਨ ਜਾਏ 'ਚ ਗੱਡੀ ਰਾਤ ਨੂੰ 3 ਘੰਟੇ ਖੜੀ ਰਹੀ। ਉਹ ਪਤਾ ਨਹੀਂ ਕਿਉਂ ਖੜੀ ਰਹੀ, ਉਹਦਾ ਸਾਨੂੰ ਕੋਈ ਪਤਾ ਨਹੀਂ। ਲੇਕਿਨ ਅਸੀਂ ਆਵਾਜ਼ ਕੋਈ ਨਹੀਂ ਸੁਣਦੀ, ਸਹਿਮੇ ਸੀਗੇ, ਸਭ ਡਰਦੇ ਸੀ ਪਤਾ ਨਹੀਂ ਕੀ ਹੋਣਾ। ਖੈਰ ਉੱਥੋਂ ਗੱਡੀ ਚਲੀ, ਅੰਮ੍ਰਿਤਸਰ ਆ ਗਈ। ਅੰਮ੍ਰਿਤਸਰ ਪਲੇਟਫਾਰਮ 'ਤੇ ਸਿੱਖ ਪਏ ਸੀਗੇ। ਸੁੱਤੇ ਉਹ ਵਿਚਾਰੇ ਸਾਡੇ ਵਾਂਗੇ ਇੱਧਰ ਜਿਹੜੇ ਗਏ ਸੀਗੇ, ਉਹ ਵੀ ਮਹਾਜਰ ਸੀ। ਮਹਾਜਰ ਸੀਗੇ, ਰੈਫਿਊਜੀ ਇੱਧਰ ਦੇ, ਬਿਲਕੁਲ ਇੱਧਰ ਦੇ। ਉਹ ਉੱਠੇ, ਬਾਲਟੀਆਂ ਲੈ ਕੇ ਨਾਲ ਆਏ। ਨਲਕੇ ਸੀਗੇ ਉਸ ਵੇਲੇ ਸਟੇਸ਼ਨ ਦੇ, ਛੋਟੇ ਛੋਟੇ ਨਲਕੇ ਲੱਗੇ ਹੁੰਦੇ ਸੀ, ਪਾਈਪਾਂ ਜਿਹੀਆਂ। ਅਤੇ ਉਹਨਾਂ 'ਚ ਉਹਨਾਂ ਨੇ ਭਰ ਕੇ ਨਾ ਪਾਣੀ ਸਾਨੂੰ ਪਿਲਾਇਆ। ਸਾਡੇ ਬੰਦੇ ਨੂੰ ਕਿਹਾ ਤੁਸੀਂ ਇੱਥੇ ਖੜ੍ਹ ਜਾਓ ਡੱਬਿਆਂ ਦੇ ਨਾਲ, ਬਾਲਟੀਆਂ ਭਰੀਆਂ ਅਸੀਂ ਲੈ ਕੇ ਦਿੰਦੇ ਹਾਂ, ਤੁਸੀਂ ਆਪਣੇ ਬੱਚਿਆਂ ਨੂੰ ਪਾਣੀ ਪਿਲਾਓ। ਉੱਥੇ ਆ ਕੇ ਤਸੱਲੀ ਨਾਲ ਉਹਨਾਂ ਸਿੱਖਾਂ ਨੇ ਸਾਨੂੰ ਪਾਣੀ ਪਿਲਾਇਆ। ਅੱਛਾ, ਮੈਨੂੰ ਤੁਹਾਡੀ ਕਹਾਣੀ ਦਾ ਅਜੇ ਤੱਕ ਦਾ ਸਭ ਤੋਂ ਖੂਬਸੂਰਤ ਮੰਜ਼ਰ ਇਹ ਲੱਗਿਆ ਕਿ ਉਹ ਸਿੱਖ, ਹਾਂ, ਉਹ ਵੀ ਮਹਾਜਰ ਸੀ, ਆਪਣਾ ਘਰ-ਬਾਰ ਛੱਡ ਕੇ ਜਾ ਰਹੇ ਸੀ, ਤੁਸੀਂ ਵੀ ਆ ਰਹੇ ਸੀ। ਇੱਕ ਦੂਜੇ ਨੂੰ ਪੀੜ ਮਹਿਸੂਸ ਕੀਤੀ ਕਿ ਯਾਰ ਇਹ ਸਾਡੇ ਰੰਗੇ ਆ, ਇਹ ਵੀ ਘਰੋਂ ਉਜੜੇ ਹੋਏ ਨੇ। ਇਸੇ ਤਰ੍ਹਾਂ ਉਹਨਾਂ ਨੇ ਤੁਹਾਨੂੰ ਕੀ ਬਾਲਟੀਆਂ ਨਾਲ ਭਰ ਕੇ ਪਾਣੀ ਪਿੱਛੋਂ ਪੰਪ ਨਲਕੇ ਤੋਂ ਉਹ ਲੈ ਲਿਆ ਹੁੰਦੇ ਸੀ, ਅੱਗੇ ਸਾਡੇ ਬੰਦੇ ਨੂੰ ਦਿੰਦੇ ਸੀ, ਇਹ ਗਾਹਾਂ ਪਿਲਾਉਂਦੇ ਸੀ ਸਾਡੇ ਡੱਬਿਆਂ ਦੇ ਵਿੱਚ। ਖੂਬ ਰੱਜ ਕੇ ਪਾਣੀ ਪੀਤੇ, ਪੂਰੀ ਗੱਡੀ ਨੂੰ ਪਾਣੀ ਪਿਲਾਉਣ, ਪੂਰੀ ਗੱਡੀ ਨੂੰ ਪਾਣੀ ਪਿਲਾਇਆ, ਪੂਰੀ ਗੱਡੀ ਨੂੰ। ਵਾਹ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ। ਔਰ ਇਹ ਵੇਖੋ, ਮੈਂ ਕਿਹਾ ਨਾ ਕਿ ਭਲੇ ਬੰਦੇ ਦੀ ਨੇਕੀ ਜ਼ਾਇਆ ਨਹੀਂ ਹੁੰਦੀ।
ਅੱਜ ਅੱਲਾ ਨੇ ਕਿਤੋਂ ਮੈਨੂੰ ਭੇਜਿਆ, ਕਿਤੇ ਮੈਂ ਤੁਹਾਡੇ ਕੋਲ ਆਇਆ। ਇਹ ਵਾਕਿਆ ਸ਼ਾਇਦ ਤਾਰੀਖ ਦੀਆਂ ਕਿਤਾਬਾਂ 'ਚ ਸਾਨੂੰ ਕਿਤੇ ਨਹੀਂ ਮਿਲਦਾ ਕਿ ਕਿ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਕੁਝ ਸਿੱਖ ਮਹਾਜਰ ਸੀ, ਉਹ ਵੀ ਭੁੱਖਾਂ ਦੇ ਮਾਰੇ ਉੱਥੇ ਪਏ ਸੀ। ਇੱਧਰੋਂ ਗਏ ਸੀ, ਉੱਧਰ ਗਏ, ਅੱਗੋਂ ਤੁਹਾਡੀ ਗੱਡੀ ਵੀ ਉਹਨਾਂ ਹਾਲਾਤਾਂ 'ਚ ਹੀ ਆ ਰਹੀ ਸੀ। ਉਹਨਾਂ ਨੇ ਬੜੇ ਪਿਆਰ ਨਾਲ ਉੱਠ ਕੇ ਬਾਲਟੀਆਂ ਭਰ ਭਰ ਕੇ ਤੁਹਾਨੂੰ ਪਾਣੀ ਪਿਲਾਇਆ। ਉਹ ਵੀ ਯਾਦ ਰਹਿਣਗੇ। ਇਹ ਮੰਜ਼ਰ ਯਾਦ ਰੱਖਣ ਵਾਲਾ ਹੈ, ਯਾਦ ਰਹੇਗਾ। ਠੀਕ ਹੈ। ਔਰ ਨੇਕੀ ਕਰਕੇ ਬੰਦਾ ਸਮਝੇ ਨਾ ਕਿ ਇਹ ਮਿਟ ਜਾਏਗੀ, ਨੇਕੀ ਨਹੀਂ ਮਿਟਦੀ। ਤੁਹਾਡਾ ਨਾਂ ਸਦੀਆਂ ਬਾਅਦ ਵੀ ਜ਼ਿੰਦਾ ਰਹੇਗਾ। ਬਿਲਕੁਲ। ਕਿਸੇ ਕਿਤਾਬ 'ਚ ਵਾਕਿਆ ਨਹੀਂ ਮੈਂ ਪੜ੍ਹਿਆ, ਨਾ ਤੁਸੀਂ ਕਿਤੇ ਬਾਅਦ 'ਚ ਪੜ੍ਹਿਆ ਹੋਣਾ, ਲੇਕਿਨ ਤੁਹਾਨੂੰ ਯਾਦ ਸੀ। ਅੱਜ ਤੁਸੀਂ ਮੈਨੂੰ ਸੁਣਾ ਰਹੇ ਹੋ ਅਤੇ ਮੇਰੇ ਰਾਹੀਂ, ਇਸ ਕੈਮਰੇ ਦੇ ਰਾਹੀਂ ਪੂਰੀ ਦੁਨੀਆ ਨੂੰ ਪਤਾ ਲੱਗਿਆ ਇਸ ਵਾਕਿਏ ਦਾ। ਅਸੀਂ ਮਾਰਵਾੜ ਦੀਆਂ ਕਹਾਣੀਆਂ ਬੜੀਆਂ ਸੁਣਨੇ ਆ, ਮੈਂ ਬੜੀਆਂ ਰਿਕਾਰਡ ਕੀਤੀਆਂ ਨੇ, ਲੇਕਿਨ ਮੈਨੂੰ ਕਦੇ ਔਰ ਕਹਾਣੀਆਂ ਰਿਕਾਰਡ ਕਰਕੇ ਖੁਸ਼ੀ ਨਹੀਂ ਹੁੰਦੀ। ਮੈਨੂੰ ਖੁਸ਼ੀ ਉਸ ਵੇਲੇ ਹੁੰਦੀ ਹੈ ਜਿਸ ਵੇਲੇ ਇਨਸਾਨ ਨੂੰ ਇਨਸਾਨ ਦਾ ਦਰਦ ਵੰਡਾਉਂਦਿਆਂ ਵੇਖਣਾ ਮੈਂ, ਔਰ ਦਰਦ ਇਨਸਾਨ ਦਾ ਮਜ਼ਹਬ ਤੋਂ ਜ਼ਰਾ ਅੱਗੇ ਜਾ ਕੇ ਜਿਲੇ ਕੋ ਵੰਡਾਉਂਦਾ ਹੈ ਤੇ ਹੋਰ ਖੁਸ਼ੀ ਹੁੰਦੀ। ਜੀ ਤੁਹਾਨੂੰ ਪਾਣੀ ਪਿਲਾਇਆ ਉਹਨਾਂ ਨੇ? ਪਾਣੀ ਪਿਲਾਇਆ। ਉੱਥੋਂ ਫਿਰ ਤਕਰੀਬਨ ਗੱਡੀ ਘੰਟਾ ਡੇਢ ਘੰਟਾ ਖੜੀ ਰਹੀ। ਆਰਾਮ ਦੇ ਨਾਲ ਅਸੀਂ ਬੈਠੇ ਤਸੱਲੀ ਨਾਲ, ਠੀਕ ਆ ਕੋਈ ਨਹੀਂ। ਉੱਥੋਂ ਗੱਡੀ ਚੱਲੀ ਤੇ ਸਾਰੇ ਅਸੀਂ ਖੁਸ਼ ਹੋ ਗਏ ਵੀ ਹੁਣ ਗਾਹਾਂ ਕੋਈ ਖਤਰਾ ਨਹੀਂ, ਕਿਉਂਕਿ 15 ਮੀਲ ਤੇ ਅੱਗੇ ਬਾਰਡਰ ਸੀਗਾ। ਗਾਹਾਂ ਕੋਈ ਇੱਥੇ ਸਿੱਖਾਂ ਵਗੈਰਾ ਕਿਸੇ ਦਾ ਜ਼ੋਰ ਨਹੀਂ ਸੀਗਾ। ਔਰ ਸਾਡੀ ਇੱਧਰ ਆਰਮੀ ਸੀਗੀ ਬਾਰਡਰ 'ਤੇ, ਉੱਧਰ ਉਹਨਾਂ ਦੀ ਆਰਮੀ ਸੀਗੀ ਉਸ ਵੇਲੇ, ਕੋਈ ਪੁਲਿਸ ਜਾਂ ਆਰਮੀ ਜਿਹੜੀ ਵੀ ਹੋਏਗੀ। ਫਿਰ ਅਸੀਂ ਉੱਥੋਂ ਜ਼ੋਹਰ ਵੇਲੇ 'ਤੇ ਚੱਲੇ। ਸੁਬਾਹ 8 ਵਜੇ ਅਸੀਂ ਆਪਣੀ ਪਾਕਿਸਤਾਨ 'ਚ ਆ ਗਏ। ਅੱਛਾ ਜੀ, ਪਾਕਿਸਤਾਨ 'ਚ ਆ ਗਏ ਸੀ। ਨਹੀਂ, ਇੱਕ ਰਾਤ ਤੁਹਾਡੀ ਸਫ਼ਰ 'ਚ ਗੁਜ਼ਰੀ? ਪੂਰੀ ਰਾਤ ਜ਼ੋਹਰ ਵੇਲੇ 'ਤੇ ਚੱਲ ਕੇ ਪੂਰੀ ਰਾਤ। ਫਿਰ ਵੀ ਬੜੇ ਕਿਸਮਤ ਵਾਲੇ ਹੋ। ਹਾਂ, ਕਿਸਮਤ ਬਿਲਕੁਲ ਕਿਸਮਤ ਵਾਲੇ। ਔਰ ਸਾਡੇ ਤੋਂ ਬਾਅਦ ਜਿਹੜੀ ਗੱਡੀ ਚੱਲੀ ਸੀ ਉਹ ਖਰ ਚੌਥੇ ਦਿਨ ਆ ਕੇ ਲੱਗੀ ਸੀ। ਔਰ ਉਸ ਇੱਕ ਰਾਤ ਦੇ ਵਿੱਚ ਕਈ ਲਮਹੇ ਇਹੋ ਜਿਹੇ ਆਏ, ਕਈ ਪਲ ਇਹੋ ਜਿਹੇ ਆਏ ਜਿਹੜੇ ਸਦੀਆਂ ਜਿੰਨੇ ਵੱਡੇ ਸੀ, ਜਿਸ ਵੇਲੇ ਤੁਹਾਨੂੰ ਖਤਰਾ ਲੱਗਦਾ ਸੀ ਕਿ ਹੁਣ ਜਾਨ ਗਈ। ਉਹ ਪਲ ਜਿਹੜੇ ਨੇ ਉਹ ਸਦੀਆਂ ਰੰਗੇ ਹੋ ਜਾਂਦੇ। ਉਹ ਵਾਕਿਆ ਜਿਹੜਾ ਉਹ ਸਿੱਖਾਂ ਦਾ ਨਿਕਲਣਾ, ਫੌਜੀ ਦਾ ਦੌੜਿਆ ਜਾਣਾ, ਉਹ ਅੱਜ ਵੀ ਨਜ਼ਰ 'ਚ ਆ ਜਾਂਦਾ। ਵਾਹ ਜੀ ਵਾਹ, ਵਾਹ ਜੀ ਵਾਹ। ਪਾਕਿਸਤਾਨ ਤੁਸੀਂ ਆਪਣੇ ਤੇ ਕਿਹੜੀ ਜਗ੍ਹਾ ਫਿਰ ਰਹੇ? ਅਸੀਂ ਫਿਰ ਵਾਲਟਨ ਕੈਂਪ 'ਚ ਆ ਗਏ। 2 ਦਿਨ ਅਸੀਂ ਉੱਥੇ ਰਹੇ। ਉੱਥੋਂ ਫਿਰ ਸਾਡੇ ਗਰੁੱਪ ਨੇ ਇਰਾਦਾ ਕੀਤਾ ਗੁਜਰਾਂਵਾਲੇ ਦਾ, ਇੱਧਰ ਹੋ ਗਏ। ਉਹ ਤੋਂ ਸਾਡੇ ਇੱਕ ਮੌਲੀ ਸਾਹਿਬ ਰਹਿੰਦੇ ਹੁੰਦੇ ਸੀ, ਉਹਦਾ ਨਾਂ ਸੀ, ਪਿੰਡ ਦਾ ਪਤਾ ਸੀ, ਉਹਦੇ ਕੋਲ ਉੱਧਰ ਚਲਿਆ। ਉਹ ਸੀਗਾ ਲੱਦੇ ਦਾ ਕੋਟ, ਗੁਜਰਾਂਵਾਲਾ ਔਰ ਹਾਫਜ਼ਾਬਾਦ ਦਰਮਿਆਨ 'ਚ। ਹਾਂਜੀ, ਹੈ ਲੱਦੇ ਦਾ ਕੋਟ ਜੀ। ਉੱਥੇ ਅਸੀਂ ਰਹੇ 15-16 ਦਿਨ। ਅੱਛਾ। ਬਸ ਸਾਡੇ ਇਲਾਕੇ ਦਾ ਕੋਈ ਬੰਦਾ ਉੱਧਰ ਨਹੀਂ ਗਿਆ। ਸਾਡਾ ਇਲਾਕਾ ਲੁਧਿਆਣਾ, ਸਾਰੇ ਦਾ ਰੁਝਾਨ ਸੀ ਫੈਸਲਾਬਾਦ, ਟੋਬਾ। ਹਾਂ, ਟੋਬਾ, ਫੈਸਲਾਬਾਦ, ਲੁਧਿਆਣਾ ਦਾ ਜਿਹੜਾ ਨਾ ਸਾਰਾ ਇੱਧਰ ਹੈ। ਇਹਨਾਂ ਸਾਰਿਆਂ ਨੂੰ ਪਤਾ ਨਹੀਂ ਉੱਥੇ ਹੀ ਕਿਸੇ ਨੇ ਕੰਨਾਂ 'ਚ ਕੋਕਲੀ ਮਾਰਤੀ? ਨਹੀਂ, ਸਾਡੇ ਜਿਹੜੀ ਪਹਿਲਾਂ ਆਬਾਦਕਾਰੀ ਹੋਈ ਸੀ ਨਾ, ਉੱਥੇ ਜਿਹੜੇ ਲੋਕ ਸੀ ਉਸ ਵੇਲੇ ਆਏ, ਉਹ ਸਾਡੇ ਸਾਰੇ ਰਿਸ਼ਤੇਦਾਰ ਇੱਧਰ ਆਏ ਸੀਗੇ ਇਸ ਇਲਾਕੇ। ਜਿਹੜਾ ਤੁਹਾਡੀਆਂ ਇੱਥੇ ਹੈ ਸੀ? ਹਾਂ, ਬਿਲਕੁਲ ਸਾਡੇ ਸੀਗੇ ਬੰਦੇ। ਠੀਕ ਹੈ, ਜਿਵੇਂ ਆਪਾਂ ਪੰਜਾਬੀ 'ਚ ਕਹਿੰਦੇ ਨਾ ਕਲਮਾਂ ਲਾ ਦੇਣੀਆਂ, ਲੋਕਾਂ ਦੀਆਂ ਕਲਮਾਂ ਲਾਈ ਦੀਆਂ ਨੇ। ਮੇਰੇ ਵਾਲਦ ਦੀ ਖਾਲਾ ਇੱਥੇ ਰਹਿੰਦੀ ਸੀਗੀ ਟੋਬੇ ਦੇ ਕੋਲ, ਅਤੇ ਇਸ ਤਰ੍ਹਾਂ ਹੋਰ ਸਾਡੇ ਰਿਸ਼ਤੇਦਾਰ ਸੀ, ਉਹਨਾਂ ਦੇ ਰਹਿੰਦੇ ਸੀਗੇ। ਅਸੀਂ ਫਿਰ ਇੱਧਰ ਦਾ ਹੀ ਫਿਰ ਰੁਕ ਕੀਤਾ। 16 ਦਿਨਾਂ ਬਾਅਦ ਅਸੀਂ ਉੱਥੋਂ ਉੱਠ ਕੇ ਆਏ। ਉਹਨਾਂ ਲੋਕਾਂ ਨੇ ਸਾਡੀ ਬੜੀ ਕਦਰ ਕੀਤੀ ਸੀ ਜਿਸ ਪਿੰਡ 'ਚ ਅਸੀਂ ਗਏ ਸੀ। ਕਿਹੜੇ ਪਿੰਡ ਵਿੱਚ? ਇਹ ਲੱਦੇ ਦਾ ਕੋਟ। ਅੱਛਾ, ਲੱਦਿਆਣਾ ਕੋਟ ਜਿਹੜਾ ਉਹ ਗੁਜਰਾਂਵਾਲੇ ਸੜਕ ਦੇ ਉੱਤੇ ਆ। ਅੱਛਾ। ਹਾਫਜ਼ਾਬਾਦ ਦੇ ਔਰ ਗੁਜਰਾਂਵਾਲੇ ਦੇ ਸੈਂਟਰ 'ਚ ਉਹ 10 ਮੀਲ ਉੱਧਰ, ਸ਼ਾਇਦ 10 ਮੀਲ ਉੱਧਰ। ਲਓ ਜੀ, ਲੱਦੇ ਦੇ ਕੋਟ ਵਾਲੇ ਹੋ, ਤੁਹਾਡੀ ਵੀ ਅੱਜ ਜਿਹੜੀ ਵਡਿਆਈ ਬੜੀ ਹੋ ਗਈ। ਅਤੇ ਅੱਜ ਤੋਂ 73 ਵਰ੍ਹੇ ਪਹਿਲੇ ਤੁਹਾਡੇ ਬਜ਼ੁਰਗਾਂ ਨੇ, ਅੱਜ ਵੀ ਸ਼ਾਇਦ ਉਹਨਾਂ 'ਚ ਕੋਈ ਜਿਉਂਦਾ ਹੋਵੇ, ਉਹਨਾਂ ਨੇ ਜਿਹੜੀ ਭਲਾਈ ਕੀਤੀ ਸੀ ਮਾਸਟਰ ਸਾਹਿਬ ਨੂੰ ਅੱਜ ਵੀ ਨਹੀਂ ਭੁੱਲੀ। ਉਹਨਾਂ ਨੇ ਸਾਨੂੰ ਬਿਸਤਰੇ ਦਿੱਤੇ, ਅੱਛਾ, ਮਿੰਜੇ ਦਿੱਤੇ, ਦਾਣੇ ਦਿੱਤੇ, ਰਹਿਸ਼ ਦਿੱਤੀ, ਸਭ ਕੁਛ ਕੀਤਾ ਜੋ ਜ਼ਰੂਰਤ ਦਿਓ। 15-16 ਦਿਨ ਅਸੀਂ ਉੱਥੇ ਰਹੇ। ਸਾਡਾ ਬੰਦਾ ਕੋਈ ਨਹੀਂ ਗਿਆ। ਅਸੀਂ ਉੱਥੋਂ ਫਿਰ ਕਿਹਾ ਵੀ ਅਸੀਂ ਇੱਥੇ ਨਹੀਂ ਰਹਿਣਾ। ਉਹਨਾਂ ਨੇ ਸਾਡੀਆਂ ਬੜੀਆਂ ਮਿਹਨਤਾਂ ਕੀਤੀਆਂ। ਫਿਰ ਉਹ ਜਿਹੜਾ ਸਾਡੇ ਪਿੰਡ ਦਾ ਮੌਲਵੀ ਸੀ, ਉਹਨੇ ਕਿਹਾ ਇਹਨਾਂ ਨੂੰ ਡਰਾਓ ਜਰਾ, ਵੀ ਜਿਹੜਾ 16 ਦਿਨ ਖਾਧਾ ਉਹਦੇ ਪੈਸੇ ਦਿਓ। ਉਹਨੇ ਕਿਹਾ ਵੀ ਇਹਨਾਂ ਨੂੰ ਜਰਾ ਡਰਾਓ, ਲੇਕਿਨ ਉਹ ਡਰਾਉਣ ਵਾਲੀ ਗੱਲ ਸੀ। ਉਹ ਕਹਿੰਦੇ ਵੀ ਬਸ ਜਦ ਇਹਨਾਂ ਦਾ ਹੁਣ ਨਹੀਂ ਦਿਲ ਕਰਦਾ, ਅਸੀਂ ਨਹੀਂ ਰੋਕਣੇ, ਅੱਗੇ ਜਿਹੜੇ ਫਿਰਦੇ ਅਸੀਂ ਕਿਉਂ ਤੰਗ ਕਰਨੇ ਆ, ਤੁਸੀਂ ਜਾਓ ਜੀ। ਉਹ ਤਾਂ ਰੋਕਣਾ ਚਾਹੁੰਦੇ ਸੀ? ਉਹ ਰੋਕਣਾ ਚਾਹੁੰਦੇ ਸੀ। ਵਾਹ ਜੀ, ਉਹ ਕਹਿੰਦੇ ਸਾਡੇ ਕੋਲ ਰਹਿਣ। ਬੜੇ ਪਿਆਰ ਕਰਨ ਵਾਲੇ ਜੀ। ਹਾਂ, ਬਿਲਕੁਲ, ਬੜੇ ਪਿਆਰ। ਫਿਰ ਅਸੀਂ ਉੱਥੋਂ ਟੋਬੇ ਆ ਗਏ। ਅੱਛਾ, ਟੋਬੇ ਵਿੱਚ ਕਿਹੜੇ ਪਿੰਡ ਵਿੱਚ ਆਏ ਤੁਸੀਂ? ਟੋਬੇ ਆਏ ਜੀ 337 ਢੋਲਣ 'ਚ ਕਹਿੰਦੇ ਆ। ਟੋਬੇ ਤੋਂ ਕਮਾਲੀ ਨੂੰ ਸੜਕ ਜਾਂਦੀ ਹੈ ਨਾ, ਰਾਹ 'ਚ ਆਉਂਦਾ ਇੱਕ ਪੁਲ ਨਹਿਰ ਦੇ ਉੱਤੇ, ਨਾਗਰਾ ਪੁਲ ਉਹਨੂੰ ਕਹਿੰਦੇ ਆ। ਅੱਛਾ। ਉੱਥੋਂ 1 ਮੀਲ ਮਗਰਬ ਦੀ ਸਾਈਡ 'ਤੇ ਢੋਲਣ। ਹਾਂ, ਉੱਥੇ ਅਸੀਂ ਆ ਕੇ ਸੈਟਲ ਹੋਏ। ਫਿਰ ਟੋਬਾ ਟੇਕ ਸਿੰਘ ਜ਼ਿਲ੍ਹੇ ਦੇ ਇਸ ਪਿੰਡ ਵਿੱਚ ਤੁਸੀਂ ਕਿੰਨਾ ਅਰਸਾ ਰਹੇ? ਅਸੀਂ ਹੁਣੇ ਸੰਨ 9 'ਚ ਅਸੀਂ ਆਪਣੀ ਜ਼ਮੀਨ ਵੇਚੀ ਉੱਥੋਂ। 2009 ਤੱਕ ਤੁਸੀਂ ਉੱਥੇ ਟੋਬਾ ਟੇਕ ਸਿੰਘ ਹੀ ਰਹੇ? ਮੁੰਡੇ ਪੜ੍ਹ ਗਏ, ਇਹ ਮੈਨੂੰ ਛੱਡ ਕੇ ਆ ਗਿਆ, ਮੈਂ ਇਕੱਲਾ ਰਹਿ ਗਿਆ। ਭਾਈ ਪਹਿਲੇ ਹੀ
ਚਲੇ ਗਏ ਸੀ ਆਪਣੇ ਆਪਣੀਆਂ ਨੌਕਰੀਆਂ 'ਤੇ। ਜਿਹੜੇ ਤੁਹਾਡੇ ਦੋ ਭਾਈ ਵਾਈਸ ਚਾਂਸਲਰ ਰਿਟਾਇਰਡ ਹੋਏ ਨੇ, ਹਾਂ, ਉਹਨਾਂ ਦੋਵਾਂ ਦੇ ਕੀ ਨਾਂ ਨੇ? ਉਹਨਾਂ ਦੇ ਕੀ ਨਾਂ ਨੇ? ਹਬੀਬੁੱਲਾ ਜਮਾਲ, ਹਾਂ, ਜ਼ਫਰੁੱਲਾ। ਕਿਹੜੀ ਯੂਨੀਵਰਸਿਟੀ 'ਚ ਇਹ ਵਾਈਸ ਚਾਂਸਲਰ ਰਹੇ ਨੇ? ਇਹ ਟੈਕਸਲਾ। ਇਹ ਪੜ੍ਹੇ ਆ ਇਹ ਲਾਹੌਰ। ਛੋਟਾ ਟੈਕਸਲੀ ਪੜ੍ਹਿਆ, ਬੜਾ ਲਾਹੌਰ ਪੜ੍ਹਿਆ ਸੀ। ਮੇਰੇ ਵਾਲਦ ਸਾਹਿਬ ਦੀ ਡੈਥ ਹੋ ਗਈ ਸੀ ਉਸ ਵੇਲੇ ਮੇਰੀ ਉਮਰ 25 ਸਾਲ ਦੀ ਸੀ। ਠੀਕ ਹੈ। ਛੋਟਾ ਭਾਈ ਚੌਥੀ ਸੀ ਪੜ੍ਹਦਾ। ਹਾਂ। ਪਹਿਲੀ ਨੂੰ ਮੈਂ ਦਾਖਲ ਕਰਾਇਆ ਸੀ ਪਹਿਲੀ 'ਚ। ਠੀਕ ਹੈ। ਅਤੇ ਅੱਲਾ ਨੇ ਪੜ੍ਹਨ ਵਾਲੇ ਸੀਗੇ, ਜ਼ਹੀਨ ਸੀਗੇ, ਮੈਨੂੰ ਅੱਲਾ ਨੇ ਮਦਦ ਦਿੱਤੀ। ਮੇਰੇ ਰਿਸ਼ਤੇਦਾਰ ਸੀ ਦੋ, ਉਹਨਾਂ ਨੇ ਕਿਹਾ ਖਰਚਾ ਜਿੰਨਾ ਮਰਜ਼ੀ ਹੋ ਜਾ ਮੁੰਡੇ ਨੂੰ ਪੜ੍ਹਾ ਲਾ, ਖਰਚਾ ਆਪਾਂ ਫਿਰ ਨਿਬੜਦੇ ਰਹਾਂਗੇ। ਪੜ੍ਹਨ ਵਾਲੇ ਸੀ, ਅੱਲਾ ਨੇ ਉਹਨਾਂ ਨੂੰ ਪੜ੍ਹਾਤਾ। ਉਹ ਪੜ੍ਹ ਕੇ ਆਪਣੇ ਲੈਕਚਰ ਲੱਗ ਗਿਆ, ਸਭ ਕੁਛ ਲੱਗਾ। ਅੱਲਾ ਦਾ ਅਹਿਸਾਨ ਹੈ। ਮੇਰੀ ਆਪਣੀ ਔਲਾਦ ਨਾਲੋਂ ਜ਼ਿਆਦਾ ਕਦਰ ਕਰਦੇ ਅੱਜ। ਕੀ ਬਾਤ ਹੈ, ਕੀ ਬਾਤ ਹੈ। ਸਹੀ ਗੱਲ ਹੈ। ਨੇਕੀ ਕੀਤੀ ਜ਼ਾਇਆ ਨਹੀਂ ਹੁੰਦੀ। ਮੈਨੂੰ ਤੁਹਾਡੀ ਕਹਾਣੀ ਸੁਣ ਕੇ ਹੁਣ ਵੀ ਇਹਨੂੰ ਫੋਨ ਕਰਦੇ, ਅੱਬਾ ਜੀ ਨੂੰ ਆਹ ਲੈ ਕੇ ਦੇ, ਭਾਈ ਜੀ ਨੂੰ ਆਹ ਲੈ ਕੇ ਦੇ, ਆਹ ਲੈ ਕੇ ਦੇ, ਇਹਨੂੰ ਫੋਨ ਆਉਂਦੇ ਆ। ਹੁਣੇ ਤਾਜ਼ਾ ਤੇਰੀ 2-3 ਸੋਹਣੇ ਸੂਟ ਸਿਆ ਕੇ ਦਿੱਤੇ, ਉਹਨੇ ਇਹਨੂੰ ਹੁਕਮ ਦਿੱਤਾ। ਤੁਹਾਨੂੰ ਵੱਡਾ ਭਾਈ ਨਹੀਂ, ਉਹ ਆਪਣਾ ਬਾਪ ਸਮਝਦੇ ਨੇ? ਬਿਲਕੁਲ ਸਮਝਦੇ ਹਾਂ। ਮੈਂ ਤੁਹਾਨੂੰ ਮੇਰੀ ਔਲਾਦ ਨਾਲ ਮੇਰੀ ਜ਼ਿਆਦਾ ਇੱਜ਼ਤ ਕਰਦੇ ਹਾਂ। ਔਰ ਮੈਂ ਬਾਰ-ਬਾਰ ਅੱਜ ਤੁਹਾਡੀ ਕਹਾਣੀ ਸੁਣ ਕੇ ਮੈਨੂੰ ਇਹੀ ਗੱਲ ਬਾਰ-ਬਾਰ ਕਹਿਣੀ ਪੈ ਰਹੀ ਹੈ ਕਿ ਨੇਕੀ ਕੀਤੀ ਜ਼ਾਇਆ ਨਹੀਂ ਹੁੰਦੀ। ਇਨਸਾਨ ਨੂੰ ਉਹਦਾ ਬਦਲਾ ਮਿਲਦਾ ਹੈ। ਔਰ ਜਿਸ ਹਾਲਾਤ 'ਚ ਮੈਂ ਉਹਨਾਂ ਨੂੰ ਪੜ੍ਹਾਇਆ, ਉਹਨਾਂ ਨੂੰ ਅੱਛੀ ਤਰ੍ਹਾਂ ਯਾਦ ਆ। ਬਿਲਕੁਲ, ਉਹਨਾਂ ਨੂੰ ਵੀ ਅੱਛੀ ਤਰ੍ਹਾਂ ਯਾਦ ਆ। ਬਿਲਕੁਲ ਠੀਕ। ਅਸੀਂ ਘਰ 'ਚ ਮਿਰਚ ਨਾਲ ਰੋਟੀ ਵੀ ਖਾ ਲਈ ਆ, ਲੇਕਿਨ ਉਹਨਾਂ ਨੂੰ ਤੰਗੀ ਨਹੀਂ ਆਉਂਦੀ ਵੀ ਪੜ੍ਹੋ ਬਈ। ਵਾਹ। ਛੋਟੇ ਮੈਂ ਵੀ ਸਕੂਲ 'ਚ ਆਪਣੇ 'ਚੋਂ ਟਾਪ ਕੀਤਾ ਮੈਟ੍ਰਿਕ 'ਚ। ਮੇਰੇ ਤੋਂ ਜਿਹੜਾ ਬਾਅਦ 'ਚ ਆਉਣਾ ਉਹਨੇ ਵੀ ਟਾਪ ਕੀਤਾ। ਜਦ ਮੈਂ 3 ਦਾਖਲ ਕਰਾਉਣ ਲੱਗਿਆ, ਹੈਡਮਾਸਟਰ ਸਾਹਿਬ ਕਹਿੰਦੇ ਇਹ ਨਾ ਪੜ੍ਹ ਲਾ, ਆਪੇ ਔਨ ਬੋਰਡ 'ਤੇ ਨਾਂ ਲਿਖੀ ਸਾਡੇ ਦੋਹਾਂ ਦੇ। ਹਾਂ। ਕਹਿੰਦੇ ਤੇਰਾ ਵੀ ਇੱਥੇ ਨਾਂ ਆਉਣਾ ਚਾਹੀਦਾ। ਮੈਂ ਕਹਿ ਬੈਠਾ ਉੱਥੇ, ਮੈਂ ਕਿਹਾ ਜੇ ਤੇਰਾ ਨਾਂ ਇੱਥੇ ਹੈ ਨਾ, ਜਿੱਥੇ ਕਹੇ ਤੈਨੂੰ ਉੱਥੇ ਦਾਖਲ ਕਰਾਊਂਗਾ। ਵਾਹ। ਉਸ ਭਾਈ ਨੂੰ ਕਿਹਾ ਛੋਟੇ। ਵਾਹ ਜੀ ਵਾਹ। ਅੱਲਾ ਦੀ ਸ਼ਾਨ, ਉਹਨੇ ਸਾਡੇ ਦੋਹਾਂ ਨਾਲੋਂ ਜ਼ਿਆਦਾ ਨੰਬਰ ਲੈ ਟਾਪ ਕੀਤਾ। ਕੀ ਬਾਤ। ਸਾਡੇ ਦੋਹਾਂ ਨੰਬਰ ਜ਼ਿਆਦਾ ਲੈ। ਮੇਰਾ ਹਾਲਾਤ ਮੇਰੇ ਬਹੁਤ ਉਸ ਵੇਲੇ ਇੱਕ ਯੂਨੀਵਰਸਿਟੀ ਲਾਹੌਰ ਪੜ੍ਹੇ ਅਤੇ ਇਹਨੂੰ ਹੁਣ ਮੈਂ ਦਾਖਲ ਕਰਾਵਾਂ ਤਾਂ ਖਰਚੇ ਮੇਰੇ ਕੋਲ ਸੱਚੀ ਗੱਲ ਤੰਗ ਸੀ। ਮੇਰਾ ਰਾਜ ਸੀ 33। ਇੱਕ ਚਾਕਾ ਸਾਡੇ ਕੋਲ ਉੱਥੇ ਕਾਲਜ ਨਵਾਂ ਖੁੱਲ੍ਹਿਆ ਸੀ, ਮੈਂ ਕਿਹਾ ਉੱਥੇ ਦਾਖਲ ਕਰਾ ਲਓ। ਦੇਖਿਆ ਅਤੇ ਮੈਨੂੰ ਕਹਿੰਦਾ ਭਾਈ ਜੀ ਤੁਸੀਂ ਮੇਰੇ ਨਾਲ ਆਹ ਵਾਅਦਾ ਕੀਤਾ ਸੀ। ਮੈਂ ਕਿਹਾ ਬਈ ਕੀਤਾ ਸੀ। ਮੈਨੂੰ ਫਿਰ ਅਹਿਸਾਸ ਹੋਇਆ, ਮੈਂ ਜੇ ਅੱਜ ਦਾ ਪੇਜ ਜੀਂਦਾ ਹੁੰਦਾ ਨਾ ਤਾਂ ਉਹਨੇ ਕਹਾਉਣਾ ਨਾ ਸਤਾ। ਮੈਂ ਕਿਹਾ ਅੱਛਾ ਦੱਸ ਵੀ ਕਿੱਥੇ ਦਾਖਲ ਹੋਣਾ, ਜਿੱਥੇ ਤੂੰ ਕਹੇ ਉੱਥੇ ਦਾਖਲ ਕਰਨਾ। ਕਹਿੰਦਾ ਮੈਂ ਤਾਂ ਗੌਰਮੈਂਟ ਕਾਲਜ ਲਾਹੌਰ ਦਾਖਲ ਹੋਣਾ। ਅੱਛਾ ਜੀ। ਗੌਰਮੈਂਟ ਕਾਲਜ ਲਾਹੌਰ। ਠੀਕ ਹੈ। ਮੈਂ ਕਿਹਾ ਜਾ ਵੀ ਹਬੀਬੁੱਲਾ ਨੂੰ ਉੱਥੇ ਦਾਖਲ ਕਰਾਇਆ, ਜਿਹੜਾ ਉਹ ਮਾਪੇ ਨਹੀਂ ਪੜੂੰਗਾ ਉਹਨੂੰ ਉੱਥੇ ਦਾਖਲ ਕਰਾਇਆ। ਔਰ ਦੋ ਅਲਹਮਦੁਲਿਲਾ ਬੜੇ ਸੋਹਣੇ ਠੀਕ ਠਾਕ ਜ਼ਿੰਦਗੀਆਂ ਗੁਜ਼ਾਰੀਆਂ, ਮੇਰੀ ਇੱਜ਼ਤ ਕਰਦੇ ਆ। ਵਾਹ ਜੀ ਵਾਹ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ। ਇੱਕ ਭਾਈ ਨੂੰ ਇੱਕ ਦਫਾ ਮੈਨੂੰ ਜ਼ਰੂਰਤ ਪਈ, ਥੋੜ੍ਹੀ ਜਿਹੀ ਬੰਦੇ ਨੂੰ ਜ਼ਰੂਰਤ ਪੈ ਵੀ ਜਾਂਦੀ ਥੋੜ੍ਹੀ ਬਹੁਤੀ ਪੈਸੇ ਦੀ, ਇੱਕ ਤਾਂ ਹੁੰਦੀ ਹੈ ਇਹ। ਜੀ ਲੋੜ ਪੈ ਜਾਂਦੀ ਹੈ। ਪੈ ਜਾਂਦੀ। ਮੇਰੇ 2 ਬੱਚਿਆਂ ਦੀਆਂ ਸ਼ਾਦੀਆਂ ਇਕੱਠੀਆਂ ਆ ਗਈਆਂ। ਮੈਂ ਉਹਦੇ ਕੋਲ ਗਿਆ ਕਿ ਮੈਂ ਕਿਹਾ ਯਾਰ ਥੋੜ੍ਹੇ ਜਿਹੇ ਪੈਸੇ ਜਿਹੇ ਉਧਾਰੇ ਦੇ ਦੇ, ਮੈਂ ਤੈਨੂੰ 2 ਮਹੀਨੇ ਦੇ ਦੂੰਗਾ। ਪੈਨਸ਼ਨ ਮੇਰੀ ਸੀਗੀ, ਪੈਨਸ਼ਨ ਤੋਂ ਮੈਂ ਤੈਨੂੰ ਪੈਸੇ ਦੇ ਦੂੰਗਾ। ਰਾਤ ਨੂੰ ਪਹਿਲੇ ਕਹਿੰਦਾ ਮੇਰੇ ਕੋਲ ਤਾਂ ਹੈ ਨਹੀਂ। ਮੇਰੇ ਤੋਂ ਛੋਟਾ ਜਿਹੜਾ ਉਹ ਕਹਿੰਦਾ ਹੈ ਨਹੀਂ। ਮੈਂ ਕਿਹਾ ਚੱਲ ਨਹੀਂ ਠੀਕ ਆ, ਬਾਅਦ ਹਾਲਾਤ ਇੱਦਾਂ ਦੇ ਹੁੰਦੇ ਆ। ਅਤੇ ਉਹ ਰਾਤ ਗੱਲ ਆਈ ਗਈ, ਸੁਬਾਹ ਅਸੀਂ ਆਉਣ ਲੱਗੇ, ਲੱਖ ਰੁਪਈਆ ਲਿਆ ਕੇ ਮੇਰੇ ਕੋਲ ਰੱਖ ਦਿੱਤਾ। ਉਹ ਵਾਹ ਜੀ ਵਾਹ। ਕਹਿੰਦੇ ਆਹ ਲਓ ਆਪਣੀ ਜ਼ਰੂਰਤ ਪੂਰੀ ਕਰੋ, ਔਰ ਇਹ ਹਦੀਆ ਆ, ਕਰਜ਼ਾ ਨਹੀਂ, ਵਾਪਸ ਨਹੀਂ ਲੈਣ ਲੱਗਾ। ਨਹੀਂ ਹਦੀਆ। ਕਿ ਮੈਂ ਗਰੀਬ ਨਹੀਂ ਹੈਗਾ, ਮੈਂ ਤੈਨੂੰ ਵਾਪਸ ਕਰ ਦੂੰਗਾ। ਕਹਿੰਦਾ ਨਹੀਂ ਹਦੀਆ ਅਮੀਰੇ ਲੈਂਦੇ ਆ, ਪੀਰਾਂ ਨੂੰ ਜਿਹੜੇ ਦਿੰਦੇ ਆ ਲੋਕ ਹਦੀਆ ਹੀ ਦਿੰਦੇ ਆ ਇਹ ਪੀਰਾਂ ਨੂੰ। ਕਹਿੰਦਾ ਹਦੀਆ ਲੈਣਾ ਵੀ ਸੁਭਾਅ, ਹਦੀਆ ਦੇਣਾ ਵੀ ਸੁਭਾਅ ਵਾ। ਮੈਂ ਸ਼ੁਰੂ 'ਚ ਫਿਰ ਮੈਂ ਹਰ ਮਹੀਨੇ ਆਇਆ ਕਰੂੰਗਾ। ਛੋਟੇ ਭਾਈ ਨੂੰ ਉਹ 40,000 ਰੁਪਏ ਉਹਦੇ ਕੋਲ ਸੀ, ਉਹ ਨੱਠਿਆ ਹੋਵੇ, ਅਸੀਂ ਉੱਥੋਂ ਚੱਲ ਪਿਆ। ਉਹ ਨੱਠਿਆ ਹੋਵੇ ਬਾਅਦ ਆਉਂਦਾ ਵੇ, ਉਹਨੇ ਉਹ 40,000 ਰੁਪਏ ਮੈਨੂੰ ਰਾਜ ਫੜਾ ਗਿਆ। ਵਾਹ ਵਾਹ ਵਾਹ। ਇਸ ਤਰ੍ਹਾਂ ਮੇਰੀ ਇੱਜ਼ਤ ਕਰਦੇ ਉਹ ਭਾਈ। ਵਾਹ ਵਾਹ। 1947 ਦੇ ਹਵਾਲੇ ਨਾਲ ਇਸ ਤਰ੍ਹਾਂ ਦੀਆਂ ਬੜੀਆਂ ਘੱਟ ਕਹਾਣੀਆਂ ਮੈਂ ਸੁਣੀਆਂ ਨੇ ਜਾਂ ਰਿਕਾਰਡ ਕੀਤੀਆਂ ਨੇ, ਜਿਨ੍ਹਾਂ ਨੂੰ ਸੁਣਦਿਆਂ ਔਰ ਰਿਕਾਰਡ ਕਰਦਿਆਂ ਹੋਇਆਂ ਮੈਨੂੰ ਰੋਣਾ ਨਾ ਆਇਆ ਹੋਵੇ, ਬਲਕਿ ਮੈਂ ਖੁਸ਼ ਹੋਇਆ ਹਾਂ। ਅਤੇ ਇਹ ਕਹਾਣੀ ਉਹਨਾਂ ਕਹਾਣੀਆਂ 'ਚੋਂ ਇੱਕ ਹੈ ਜਿਹਦੇ 'ਚ ਹਰ ਕਦਮ 'ਤੇ ਕੁਝ ਨਾ ਕੁਝ ਤੁਹਾਡੇ ਇਤਮੀਨਾਨ ਵਾਸਤੇ, ਸੈਟਿਸਫੈਕਸ਼ਨ ਵਾਸਤੇ, ਤੁਹਾਡੇ ਮਨ ਨੂੰ ਸਮਝਾਉਣ ਵਾਸਤੇ, ਮਨ ਨੂੰ ਖੁਸ਼ ਕਰਨ ਵਾਸਤੇ ਨਿਕਲ ਆਉਂਦਾ ਰਿਹਾ। ਠੀਕ ਹੈ। ਅੱਛਾ ਇਹ ਦੱਸੋ, ਤੁਹਾਨੂੰ ਮਾਸ਼ਾਅੱਲਾ ਤੁਹਾਡੇ ਖਾਨਦਾਨ ਨੂੰ ਅੱਲਾ ਨੇ ਬੜੇ ਰੰਗ ਭਾਗ ਲਾਏ। ਅੱਲਾ ਦਾ ਅਹਿਸਾਨ ਆ। ਹਰ ਪਾਸੋਂ ਰੱਜ ਪੁੱਜ ਸੀ। ਬਿਲਕੁਲ ਠੀਕ ਹੈ। ਕਦੇ ਫਿਰ ਵੀ ਆਪਣਾ ਪਿੰਡ ਯਾਦ ਆਇਆ? ਲੱਦੋਵਾਲ। ਉਦੋਵਾਲ ਚਾਹੇ ਉੱਥੇ ਕਿੱਦਾਂ ਸੀ, ਉਹ ਉਦੋਂ ਭੁੱਲਦਾ ਨਹੀਂ ਹੈਗਾ। ਤੁਸੀਂ ਯਾਦ ਕਹਿੰਦੇ, ਉਹ ਭੁੱਲਦਾ ਨਹੀਂ। ਅੱਛਾ ਠੀਕ ਆ। ਦੇਖੀ ਯਾਰ ਕੋਈ ਗੜਬੜ ਤਾਂ ਨਹੀਂ ਹੋ ਗਈ? ਮੈਂ ਹੱਥ ਲਾ ਬੈਠਾ। ਲੱਗਿਆ ਨਾ? ਲੱਗੇ ਹੋਇਆ ਬਸ ਠੀਕ ਹੈ, ਲੱਗੇ ਰਹਿੰਦੇ। ਅੱਛਾ ਤੁਸੀਂ ਕਹਿੰਦੇ ਯਾਦ ਹੈ, ਮੈਂ ਕਹਿੰਦਾ ਭੁੱਲਦਾ ਨਹੀਂ ਨਾ। ਉਹ ਮਾਸਟਰ ਹਿੰਦੂ ਮੈਨੂੰ ਭੁੱਲਦਾ,
ना मेरा पिंड भुलदा। अब्बा जी ने मैंने एक बारी कुटिया, उस मास्टर ने एक बारी कुटिया, हैडमास्टर जाने वाले ने एक बारी कुटिया। ये तिन्ने मारां मैनू जिंदगी भर नहीं भुलणगियां और इन्हां तिन्नां मारां की वजह नाल मैं अज सुकून नाल बैठा। क्या बात है, क्या बात है, क्या बात है। अब्बा जी ने एक बारी कुटे, मैं गैर हाजिरी स्कूल चो 10वीं तक गैर हाजिरी नहीं की। गैर हाजिरी तो नहीं कुटिया सी, उस हैडमास्टर ने प्राइमरी वाले पढ़ने तो कुटिया सी। आपां पढ़ाई करते रहे, 10वीं भी टॉप किया और फिर उन्हें 10वीं जाके उन्हें थोड़ी बहुत कसर कढ़ दी सी। वाह जी वाह। ਇਹ ਜਿਹੜਾ ਮਾਸਟਰ ਤੁਹਾਨੂੰ ਉੱਥੇ ਪੜ੍ਹਾਉਂਦਾ ਸੀ ਉਹ ਕਿਹੜੇ ਪਿੰਡ ਦਾ ਸੀ ਪਿੱਛੋਂ? ਉਹ ਸੀਗੀ ਜੋਧੋਵਾਲ ਦਾ। ਜੋਧੋਵਾਲ ਜਿਹੜਾ ਹਿੰਦੂ ਸੀ। ਹਾਂ, ਜੋਧੋਵਾਲ ਦਾ। ਜੋਧੋਵਾਲ ਤੁਹਾਡੇ ਪਿੰਡ ਤੋਂ ਕਿੰਨੀ ਕੁ ਦੂਰ? ਕੋਈ 3-4 ਮੀਲ ਹੋ ਗਿਆ, 3 ਮੀਲ ਹੋ ਗਿਆ। 7-1 ਮੀਲ ਸਾਡਾ ਸਕੂਲ ਸੀ, 2 ਮੀਲ ਅੱਗੇ ਉਹ ਸੀ। ਠੀਕ ਹੈ। ਹੁਣ ਕਦੇ ਜਾਣ ਦਾ ਮੌਕਾ ਮਿਲੇ ਤੇ ਆਪਣਾ ਪਿੰਡ ਵੇਖਣ ਜਾਓਗੇ? ਜੇ ਮਿਲੇ ਮੌਕਾ ਜਾ ਸਕਦਾ। ਮੈਂ ਤਾਂ ਆਪਣੇ ਪਿੰਡ ਅੱਖਾਂ ਬੰਦ ਕਰ ਦੇ, ਮੈਂ ਤਾਂ ਵੀ ਲੁਧਿਆਣੇ ਤੋਂ ਮੈਂ ਆਪਣਾ ਪਿੰਡ ਜਾ ਸਕਦਾ। ਲੁਧਿਆਣੇ ਤੁਹਾਨੂੰ ਛੱਡ ਦਿੱਤਾ ਜਾਵੇ, ਅੱਖਾਂ ਤੇ ਪੱਟੀ ਬੰਨ੍ਹ ਕੇ ਪਿੰਡ ਪਹੁੰਚ ਜਾਊਂਗਾ ਇਨਸ਼ਾਅੱਲਾ। ਮੈਂ ਪਿੰਡ ਪਹੁੰਚ ਜਾਊਂਗਾ। ਨਕਸ਼ੇ ਬਦਲ ਗਏ ਹੋਣਗੇ, ਕਿਵੇਂ ਜਾਓਗੇ? ਨਕਸ਼ੇ ਘਰਾਂ ਦੇ ਬਦਲ ਗਏ ਹੋਣਗੇ, ਸੜਕਾਂ ਤਾਂ ਉਹੀ ਚੱਲਦੀਆਂ। ਲੁਧਿਆਣੇ ਤੋਂ ਸਮਰਾਲੇ ਨੂੰ ਪੱਕੀ ਸੜਕ ਸੀ, ਸਮਰਾਲੇ ਤੋਂ ਮੱਛੜੇ ਨੂੰ ਪੱਕੀ ਸੜਕ ਸੀ, ਉਹ ਤਾਂ ਸੜਕਾਂ ਹੀ ਨਹੀਂ ਬਦਲੀਆਂ। ਉੱਥੋਂ ਅੱਗੇ 3 ਮੀਲ ਮੇਰਾ ਚੱਕ ਸੀ, ਉਹ ਜਰਨੈਲੀ ਜੀ ਸੜਕ, ਉਸ ਵੇਲੇ ਜਰਨੈਲੀ ਸੜਕਾਂ ਕਹਿੰਦੇ ਹੁੰਦੇ ਸੀ, ਹੁਣ ਤਾਂ ਉਹ ਵੀ ਪੱਕੀ ਹੋਈ ਆ। ਉੱਥੋਂ ਸੜਕ ਪੱਕੀ ਬਣ ਕੇ ਅੱਗੇ ਦਰਿਆ ਕਰਾਸ ਕਰਕੇ ਰਾਹੋਂ ਸ਼ਹਿਰ ਸੀ ਇੱਕ ਜਲੰਧਰ 'ਚ, ਉੱਥੇ ਆਈ ਆ। ਉਹ ਮੈਂ ਜਿਵੇਂ ਸੁਣਿਆ, ਮੈਨੂੰ ਸਾਰਾ ਨਕਸ਼ਾ ਮੇਰੇ ਜ਼ਹਿਨ 'ਚ। ਵਾਹ। ਮੈਂ ਆਪਣਾ ਘਰ ਵੀ ਟੋਲ ਲਊਂਗਾ। ਟੋਲ ਲਓਗੇ? ਬਿਲਕੁਲ ਇਨਸ਼ਾਅੱਲਾ ਟੋਲ ਲਊਂਗਾ। ਹਾਂ। ਘਰ ਕਿੱਥੇ ਘਰ ਸੀ ਪਿੰਡ ਵਿੱਚ? ਘਰ ਮੇਰਾ ਤਕਰੀਬਨ ਸੈਂਟਰ ਦੇ ਸੀਗਾ। ਮਸਜਿਦ ਵੀ ਲੱਗ ਗਈ ਹੋਣੀ? ਮਸਜਿਦ, ਹਾਂ ਮਸਜਿਦ ਥੋੜ੍ਹੀ ਜਿਹੀ ਫਾਸਲੇ ਸੀ। ਵੈਸੇ ਬਾਹਰ ਨਮਾਜ਼ ਮੈਂ ਉੱਥੇ ਦਾ ਪੜ੍ਹਨਾ, ਨਮਾਜ਼ ਮੈਂ ਉੱਥੇ ਪੜ੍ਹਦਾ ਰਿਹਾ, ਉੱਥੇ ਇੰਡੀਆ 'ਚ ਵੀ। ਮੈਂ ਸੀ ਇੱਕ, ਮੇਰੇ ਨਾਲ ਮੌਲਵੀ ਸਾਹਿਬ ਦਾ ਲੜਕਾ ਸੀ। ਨਮਾਜ਼ਾਂ ਸਾਡੀਆਂ ਇਹੋ ਜਿਹੀਆਂ ਜਿੱਦਾਂ ਅੱਜ ਕੱਲ੍ਹ ਬੱਚਿਆਂ ਦੀਆਂ, ਇੱਦਾਂ ਦੀ ਨਮਾਜ਼ਾਂ ਸੀ ਸਾਡੀਆਂ। ਅਸੀਂ ਨੱਠਣਾ ਜਾ ਕੇ ਫਟਾਫਟ ਇਸ਼ੇ ਨਮਾਜ਼ ਅਜ਼ਾਨ ਕਹਿ ਦੇਣੀ, ਕਰਕੇ ਫਟਾਫਟ ਮੂੰਹ ਦੇ ਸਿੱਧੇ ਹੋਣਾ। ਜੇ ਕੋਈ ਰਜਮਨ ਲਿਆ ਅਸੀਂ ਅਜ਼ਾਨ ਕਹਿ ਕੇ ਨਮਾਜ਼ ਵੀ ਪੜ੍ਹਿਆ ਹੈ। ਇੱਦਾਂ ਦੀ ਨਮਾਜ਼ਾਂ ਸੀ। ਛਪਾਟਾ ਮਾਰਦੇ ਸੀ ਉਹ, ਬਸ ਉਹਦੇ ਜਿੱਦਾਂ ਬੱਚੇ ਪੜ੍ਹਦੇ ਅੱਜ ਕੱਲ੍ਹ, ਇੱਦਾਂ ਦਾ ਸੀਗਾ ਕੰਮ। ਜ਼ੀਰੋ ਤੋਂ ਹੀਰੋ ਬਣਨ ਦਾ ਸਫ਼ਰ ਸਾਡੇ ਬਹੁਤ ਸਾਰੇ ਜਿਹੜੇ ਅੱਜ ਕੱਲ੍ਹ ਦੇ ਪੜ੍ਹਾਕੂ ਮੁੰਡੇ ਕੁੜੀਆਂ ਨੇ, ਉਹਨਾਂ ਵਾਸਤੇ ਇਹਦੇ ਵਿੱਚ ਬੜਾ ਸਬਕ ਹੈ। ਤੁਹਾਡੀ ਕਹਾਣੀ ਵਿੱਚ ਤੁਸੀਂ 4 ਜਮਾਤਾਂ ਉੱਥੇ ਪੜ੍ਹੇ, 5ਵੀਂ 'ਚ ਦਾਖਲਾ ਲਿਆ ਤਾਂ ਹਿਜਰਤ ਆ ਗਈ, ਇੱਧਰ ਆ ਗਿਆ। ਅੱਗੇ ਕਿਵੇਂ ਪੜ੍ਹੇ? ਅੱਗੇ ਮੈਂ ਜਿਸ ਚੱਕ 'ਚ ਅਸੀਂ ਆ ਕੇ ਬੈਠੇ, ਨਾਲ ਦੇ ਚੱਕ ਸੀਗਾ। ਅੱਬਾ ਜੀ ਨੇ ਮੇਰੇ ਕਿਹਾ ਇਹਦੀ ਤਾਲੀਮ ਜ਼ਾਇਆ ਨਾ ਜਾਵੇ। ਟੋਬਾ 7-8 ਮੀਲ ਸੀਗਾ, ਰਜਾਣਾ ਹਲੇ ਬਣਿਆ ਹੀ ਨਸਤਾ। ਉਧਰ 33 ਨੂੰ ਇਹ ਦੂਰ ਸੀਗੇ ਹਾਈ ਸਕੂਲ ਜਾਣ ਦੀ। ਕੋਈ ਮੈਨੂੰ 4ਥੀ 'ਚ ਫੇਰ ਦਾਖਲ ਕਰਾਤਾ ਤਾਂ ਕਿ ਤਾਲੀਮ ਜ਼ਾਇਆ ਨਾ ਜਾਵੇ। 4ਥੀ ਪਾਸ ਕੀਤੀ, ਨਾਲ ਫਿਰ ਇੱਕ 290 ਸਕੂਲ ਸੀਗਾ, ਉੱਥੇ 5ਵੀਂ 6ਵੀਂ ਜਮਾਤ ਸੀ, ਉੱਥੇ ਕੀਤੀ। ਉੱਥੋਂ ਫਿਰ ਜੂਨੀਅਰ ਕਲਾਸ ਹੁੰਦੀ ਸੀ ਅੰਗਰੇਜ਼ੀ ਪੜ੍ਹਨ ਲਈ, ਉਹ ਕੀਤੀ। ਇੱਕ 33 ਹਾਈ ਸਕੂਲ 'ਚੋਂ ਉੱਥੋਂ ਫਿਰ ਜਾਣਾ ਖੁੱਲ੍ਹ ਗਿਆ, ਉੱਥੇ ਆ ਗਿਆ। ਉੱਥੋਂ ਮੈਂ ਮੈਟ੍ਰਿਕ ਕੀਤਾ, ਮੈਟ੍ਰਿਕ 'ਚੋਂ ਮੈਂ ਟੌਪ ਕੀਤਾ। ਅੱਛਾ ਜੀ। ਟੌਪ ਕਰਕੇ ਫਿਰ ਮੈਂ ਨਾਰਮਲ 'ਚ ਦਾਖਲਾ ਲਿਆ। ਅੱਬਾ ਜੀ ਮੇਰੇ ਉਸ ਵੇਲੇ ਰੋਂਦੇ ਸੀ ਕਿ ਮੇਰੇ ਕੋਲ ਅੱਜ ਪੈਸਾ ਨਹੀਂ, ਮੈਂ ਆਪਣੇ ਪੁੱਤ ਨੂੰ ਪੜ੍ਹਾਉਂਦਾ। ਅੱਛਾ। ਮੈਂ ਆਪਣੇ ਪੁੱਤ ਨੂੰ ਪੜ੍ਹਾ ਨਹੀਂ ਸਕਦਾ। ਖੈਰ ਮੈਂ ਫਿਰ PTC 'ਚ ਦਾਖਲਾ ਲੈ ਲਿਆ। ਟੀਚਿੰਗ ਦਾ ਜਿਹੜਾ ਕੁਮਾਰੀਏ। ਠੀਕ ਹੈ। ਅਤੇ ਉੱਥੇ ਸਾਲ ਮੁਕੰਮਲ ਹੋਇਆ। ਜਿਹੜਾ ਰਜਾਣੇ ਸਕੂਲ ਦਾ ਹੈਡਮਾਸਟਰ ਸੀ, ਆਖਰੀ ਪਰਚੇ ਦਿਨ ਮੈਨੂੰ ਉਹਨੇ ਉੱਥੇ ਪੈਗਾਮ ਭੇਜ ਦਿੱਤਾ ਵੀ ਜੇ ਨੌਕਰੀ ਕਰਨੀ ਤਾਂ ਮੇਰੇ ਕੋਲ ਆ ਜਾ। ਮੈਂ ਦੂਏ ਦਿਨ ਆ ਕੇ ਉਹਦੇ ਕੋਲ ਆ ਗਿਆ। ਤੁਸੀਂ ਜਿਹੜਾ ਪੜ੍ਹੇ ਹੋ 10 ਜਮਾਤਾਂ ਤੱਕ, ਹਾਂਜੀ, ਇਸ ਦੌਰਾਨ ਤੁਹਾਡੇ ਵਾਲਿਦ ਸਾਹਿਬ ਨੇ ਤੁਹਾਡੇ ਤਲੀਮੀ ਖਰਾਜਾਤ ਜਿਹੜੇ ਖਰਚੇ ਨੇ ਇਹ ਕਿਵੇਂ ਪੂਰੇ ਕੀਤੇ ਸਨ? ਉਹ ਬਸ ਸਾਈਕਲ ਮੈਨੂੰ ਮਿਲਿਆ ਜਾ ਕੇ 7ਵੀਂ 8ਵੀਂ ਵਿੱਚ, ਔਰ ਮੈਨੂੰ ਇੰਨੀ ਖੁਸ਼ੀ ਹੋਈ ਸੀ ਕਿ ਇਹਨਾਂ ਨੂੰ ਅੱਜ ਕੱਲ੍ਹ ਇਹ ਕਾਰ ਲੈਣ ਦੀ ਖੁਸ਼ੀ ਨਹੀਂ ਹੋਈ ਜਿੰਨੀ ਉਹਨੂੰ ਮੈਨੂੰ ਸਾਈਕਲ ਲੈਣ ਦੀ ਖੁਸ਼ੀ ਸੀ। ਕਿਉਂਕਿ 33-10 ਮੀਲ ਸੀਗਾ, ਪੈਦਲ ਜਾਣਾ ਪੈਦਲ ਆਉਣਾ। ਜੂਨੀਅਰ ਕਲਾਸ 1 ਸਾਲ ਉੱਥੇ ਪੜ੍ਹਿਆ ਸੀ ਮੈਂ, ਰਜਾਣੇ ਵੀ ਪੈਦਲ ਜਾਣਾ ਪੈਦਲ ਆਉਣਾ। ਫਿਰ 7ਵੀਂ 8ਵੀਂ ਜਾ ਕੇ ਮੈਨੂੰ ਸਾਈਕਲ ਲੈ ਦਿੱਤਾ ਸੀਗਾ। ਸਾਈਕਲ 'ਤੇ ਆਉਂਦੇ ਜਾਂਦੇ ਰਹੇ। ਫੀਸ 5-6 ਰੁਪਏ ਹੁੰਦੀ ਸੀ, ਉਹ ਮਾਸਟਰ ਮਾफ़ ਕਰ ਦਿੰਦੇ ਸੀ ਮੇਰੀ। ਠੀਕ ਹੈ। ਉਹ ਫੀਸ ਮਾफ़ ਹੋ ਜਾਂਦੀ। ਬਸ ਇਹੀ ਖਰਚਾ ਸੀ ਉੱਥੇ ਸਕੂਲ ਦਾ, ਹੋਰ ਕੋਈ ਐਡੇ ਫੰਡ ਨਹੀਂ ਸੀ, ਕੁਛ ਨਹੀਂ ਸੀਗਾ। ਅਤੇ ਤੁਹਾਡੇ ਅੱਛਾ, ਮੈਟ੍ਰਿਕ ਕਰਨ ਤੋਂ ਬਾਅਦ ਫਿਰ ਮੈਂ ਉੱਥੇ PTC ਕਰਨ ਦੇ ਬਾਅਦ ਨਾ ਰਜਾਣੇ ਸਕੂਲ ਦੇ ਹੈਡਮਾਸਟਰ ਨੇ ਮੈਨੂੰ ਸੱਦ ਲਿਆ। ਸਾਲ ਮੈਂ ਉੱਥੇ ਪੜ੍ਹਾਇਆ। ਮੇਰੇ ਨਾਲ ਦੇ ਕੁਛ ਅਪੁਆਇੰਟਮੈਂਟ ਕਰਾਇਆ, ਕੁਛ ਵਿਹਲੇ ਫਿਰਦੇ ਰਹੇ, ਨਹੀਂ ਹੁੰਦੀਆਂ ਸੀ। ਮੇਰਾ ਵੀ ਇਰਾਦਾ ਮੈਂ ਗੌਰਮੈਂਟ ਸਰਵਿਸ ਜਾਵਾਂ। ਫਿਰ ਮੈਨੂੰ ਕਿਹਾ, ਮੈਂ ਹੈਡਮਾਸਟਰ ਸਾਹਿਬ ਨਾਲ ਗੱਲ ਕੀਤੀ, ਮੈਂ ਕਿਹਾ ਜੀ ਮੇਰਾ ਇਰਾਦਾ ਗੌਰਮੈਂਟ ਦੀ ਨੌਕਰੀ ਕਰਨ ਦਾ। ਕਹਿੰਦੇ ਬੇਟਾ ਜਾ, ਬਿਲਕੁਲ ਜਾ, ਤੇਰੀ ਹਾਲੇ ਉਮਰ ਆ, ਤੈਨੂੰ ਆਪਣੀ ਅਪੁਆਇੰਟਮੈਂਟ ਕਰਾ ਗੌਰਮੈਂਟ ਸਕੂਲ 'ਚ। ਹੈਡਮਾਸਟਰ ਨੇ ਮੈਨੂੰ ਕਿਹਾ ਅਤੇ ਮੈਂ ਫਿਰ ਗੌਰਮੈਂਟ 'ਚ ਆ ਗਿਆ। ਉੱਥੋਂ ਮੈਂ FA BA BEd ਸਭ ਪ੍ਰਾਈਵੇਟ ਕੀਤੇ ਆ। ਪ੍ਰਾਈਵੇਟ ਕਰਨ ਤੋਂ ਬਾਅਦ ਫਿਰ ਮੈਂ
2 ਸਾਲ ਪ੍ਰਾਇਮਰੀ ਸਕੂਲ 'ਚ ਰਿਹਾ, ਕੁਝ 5-7 ਸਾਲ 10 ਸਾਲ ਮਿਡਲ ਸਕੂਲ 'ਚ ਰਿਹਾ, ਫਿਰ ਮੈਂ ਸੈਕੰਡਰੀ ਸਕੂਲ ਟੋਬੇ ਆ ਗਿਆ। ਬਾਕੀ ਉੱਥੇ ਆਖਰ ਦੇ ਵਿੱਚ ਆ ਕੇ 2-3 ਸਾਲ ਮੈਂ ਹੈਡਮਾਸਟਰ ਰਿਹਾ। ਠੀਕ ਹੈ। ਹੈਡਮਾਸਟਰ ਰਿਟਾਇਰ ਹੋਇਆ, ਅਲਹਮਦੁਲਿਲਾ ਪੈਨਸ਼ਨ ਸੋਹਣੀ ਮਿਲੀ ਜਾਂਦੀ ਆ। ਜਿਹੜੇ ਮੁੰਡੇ ਦਾ ਦਾ ਲੱਗਦਾ ਉਹ ਲੈ ਜਾਂਦਾ। ਅੱਛਾ, ਤੁਹਾਡੇ ਮੁੰਡੇ ਕਿੰਨੇ ਹੈ? ਮੇਰੇ 4। ਕੀ ਕਰਦੇ? ਇੱਕ ਹੈਡਮਾਸਟਰ ਹਾਈ ਸਕੂਲ ਦਾ, ਹਾਂ, ਇੱਕ ਨੇ MA ਕਰਕੇ ਉਹ ਫੈਕਟਰੀ ਕੀ ਕੈਮੀਕਲ ਦਾ ਕੰਮ ਕਰਦਾ। ਆਪਣੀ ਫੈਕਟਰੀ ਬਣਾਈ ਹੈ? ਆਪਣੀ ਫੈਕਟਰੀ ਬਣਾਈ ਆ। ਫੈਕਟਰੀ ਮੈਂ ਮੁੱਲ ਲੈ ਕੇ ਉਹਨੂੰ ਦਿੱਤੀ ਹੋਈ ਆ। ਠੀਕ ਹੈ। ਪਰ ਉਹ ਕਿਰਾਇਆ ਲੈਣਾ, ਹਾਂ, ਤਾਂ ਕਿ ਬਾਕੀ ਨਾ ਹਸਦ ਕਰਨਾ। ਹਾਂ ਜੀ, ਇਨਸਾਫ ਦਾ ਪੂਰਾ ਰਵੇ ਕੰਮ। ਉਹ ਫੈਕਟਰੀ ਉਹ ਚਲਾਉਂਦਾ। ਅਤੇ ਬਾਕੀ ਇਹ MPhil ਕਰ ਲਿਆ। ਹੁਣ MPhil ਕਰਕੇ GC ਵੂਮੈਨ ਦੇ ਵਿੱਚ ਆ ਮੁਲਾਜ਼ਮ। GC ਯੂਨੀਵਰਸਿਟੀ ਵੂਮੈਨ ਫॉर ਵੂਮਨ ਉਹਦੇ ਵਿੱਚ ਨੇ ਇਹ ਕਲੀਮੁੱਲਾ ਸਾਡੇ ਵੀਰ ਜਿਨ੍ਹਾਂ ਨੇ ਸਾਨੂੰ ਇੱਥੇ ਆਓ ਭਗਤ ਕੀਤੀ, ਸਾਡੀ ਬੇਗਮ ਵੀ ਪ੍ਰਾਹੁਣਚਾਰੀ ਸਾਡੀ ਇਹਨਾਂ ਨੇ ਕੀਤੀ ਇੱਥੇ ਆਇਆਂ ਦੀ। ਇਹਦੀ ਬੇਗਮ ਵੀ ਰੋਟੀ ਟੋਕ ਸਾਨੂੰ ਬੜਾ ਵਧੀਆ ਖਵਾਇਆ। ਇਹਦੀ ਬੇਗਮ ਵੀ ਪ੍ਰੋਫੈਸਰ 18ਵੀਂ ਸਕੇਲ 'ਚ। ਇੱਥੋਂ ਦੀ ਖਾਧੀ ਮੱਛੀ ਜੀ ਮੈਨੂੰ ਕਦੇ ਨਹੀਂ ਭੁੱਲਣ ਲੱਗੀ, ਅਤੇ ਸੇਵੀਆਂ ਜਿਹੜੀਆਂ ਸੀ ਉਹ ਤਾਂ ਬਹੁਤ ਹੀ ਵਧੀਆ ਸੀ। ਅੱਛਾ ਜੀ। ਬਸ ਇੱਦਾਂ ਫਿਰ ਮੈਂ ਉੱਥੇ ਜ਼ਮੀਨ ਸੀ ਸਾਡੀ 3 ਭਾਈਆਂ ਦੇ 8 ਏਕੜ 8.5 ਏਕੜ। ਉੱਥੇ ਮੈਂ ਟਿਊਬਵੈੱਲ ਲਾਇਆ ਸੀ। ਬੜੀ ਮਜ਼ੇ ਦੀ ਜ਼ਿੰਦਗੀ ਗੁਜ਼ਰੀ ਸੀ। ਪਿੰਡ ਜਿਹੜਾ ਕੋਈ ਬੁੜਾ ਘਰਦਿਆਂ ਨਾਲ ਲੜਦਾ ਲੋੜਦਾ ਹੁੰਦਾ ਸੀ ਉਹ ਮੇਰੇ ਕੋਲ ਟਰਬੈਨ 'ਤੇ ਬਾਹਰ ਆ ਜਾਂਦਾ ਸੀ। ਮੈਂ ਵੀ ਟਰਬੈਨ ਲਾਈ ਸੀ ਉੱਥੇ। ਬੜਾ ਸ਼ੁਗਰ ਰਹਿੰਦਾ ਸੀਗਾ। ਫਿਰ ਇਹਨਾਂ ਨੂੰ ਤਾਨੇ ਦੇਣ ਲੱਗ ਗਿਆ ਭਾਈ ਮੇਰੇ ਕਿ ਤੁਸੀਂ ਆਪਣੇ ਅੱਬੇ ਨੂੰ ਇਕੱਲੇ ਨੂੰ ਉੱਥੇ ਕੈਦ ਕੀਤਾ, ਆਪ ਤੁਸੀਂ ਸਾਰੇ ਇੱਥੇ ਸ਼ਹਿਰ 'ਚ ਬੈਠੇ ਆ। ਫਿਰ ਸਲਾਹ ਕਰਕੇ ਅਸੀਂ ਜ਼ਮੀਨ ਵੇਚ ਦਿੱਤੀ। ਅੱਛਾ। ਮੈਂ ਫੈਕਟਰੀ ਲੈ ਲਈ। ਤੁਹਾਨੂੰ ਚੁੱਕ ਕੇ ਇੱਥੇ ਲੈ ਆਇਆ? ਮੈਨੂੰ ਇੱਥੇ ਲਿਆ। ਦਿਲ ਲੱਗ ਜਾਂਦਾ ਸ਼ਹਿਰ ਵਿੱਚ? ਦਿਲ ਬਸ ਘੱਟ ਹੀ ਲੱਗਦਾ। ਬਾਅਦ ਇੱਕ ਗੱਲ ਰੋਟੀ ਜਿਹਦੇ ਘਰ ਚੰਗੀ ਹੁੰਦੀ ਮੈਂ ਉਹਦੇ ਵੱਲ ਚਲੇ ਜਾਂਦਾ ਹੁੰਦਾ। ਜੰਗਲਾਂ ਦਾ ਪਲਿਆ ਪੰਛੀ ਉਹਨੂੰ ਲਿਆ ਕੇ ਪਿੰਜਰੇ 'ਚ ਬੰਦ ਕਰ ਦਿਓ ਤਾਂ ਔਖਾ ਤਾਂ ਹੋ ਜਾਂਦਾ। ਔਖਾ ਮੈਨੂੰ ਪਿਛਲਾ ਪਿੰਡ ਨਹੀਂ ਭੁੱਲਦਾ ਹਾਲੇ। ਜਦ ਘਰਦਿਆਂ ਨੇ ਕਹਿਣਾ ਅੱਜ ਪਕਾਉਣ ਨੂੰ ਕੁਛ ਨਹੀਂ, ਅਸੀਂ ਨੱਠਣਾ ਜਾ ਕੇ ਉੱਥੇ ਤਲਾਅ ਦੇ ਆਦਿ ਥੋੜ੍ਹੀ ਜਿਹੀ ਚੱਕਰ ਦੇਣਾ, ਮੱਛੀਆਂ ਨੇ ਛੋਟੇ ਛੋਟੇ ਉੱਤੇ ਪੱਲੇ ਪਾਣੇ ਆ ਕੇ ਕਹਿਣਾ ਲਓ ਪਕਾਓ। ਦਰਿਆ ਦਾ ਕੰਢਾ ਸੀ ਸਾਡਾ। ਵਾਹ। ਸਾਇਲੈਂਟ ਸੁਣਿਆ ਸਾਨੂੰ ਰੌਲਾ ਹੀ ਨਹੀਂ ਸੁਣਦਾ। ਕਿਆ ਬਾਤ ਹੈ ਬਾਈ, ਕਿਆ ਬਾਤ ਹੈ। ਅੱਛਾ, ਆਖਰੀ ਗੱਲ ਜਿਹੜੀ ਹੈ, ਅਗਰ ਉਦੋਵਾਲ ਪਿੰਡ ਦੇ ਲੋਕ ਤੁਹਾਨੂੰ ਸੁਣਦੇ ਪਏ ਹੋਣ, ਹਾਂ, ਜਾਂ ਤੁਹਾਡਾ ਹਮਜਮਾਤੀ ਜਿਹੜਾ ਉਹ ਮੁੰਡਾ ਸੀ ਇੰਡੀਆ ਦਾ, ਜਿਹੜਾ ਉਹ ਦੁਕਾਨਦਾਰ ਦਾ ਮੁੰਡਾ ਹੱਟੀ ਵਾਲੇ ਦਾ, ਉਹਨੂੰ ਤਾਂ ਸ਼ਾਇਦ ਨਾ ਯਾਦ ਹੋਵੇ। ਚਲੋ ਮੰਗਤਰਾ। ਔਰ ਬਾਕੀ ਜਿਹੜੇ 10 ਘਰ ਉੱਥੇ ਹੈ ਸੀ, ਉਹ ਬਰਾਦਰੀ ਜਿਹੜੀ ਲੋਕਾਂ ਦੇ ਨਾਲ ਕੰਮ ਸ਼ਮ ਕਰਾਉਂਦੀ ਸੀ। ਵੈਸੇ ਵੀ ਉਸ ਪਿੰਡ ਦੇ ਲੋਕ ਜਿਹੜੇ ਤੁਹਾਨੂੰ ਅਗਰ ਵੇਖਦੇ ਪਏ ਨੇ ਇਸ ਵੇਲੇ, ਉਦੋਵਾਲ ਦੇ ਲੋਕ ਤੁਹਾਨੂੰ ਦੇਖਦੇ ਪਏ ਨੇ, ਔਰ ਜਿਸ ਦਿਨ ਇਹ ਵੀਡੀਓ ਅਪਲੋਡ ਹੋਣੀ ਹੈ ਉਸੇ ਦਿਨ ਤੁਹਾਡੇ ਪਿੰਡ ਪਹੁੰਚ ਜਾਣੀ ਹੈ। ਆਪਣੇ ਪਿੰਡ ਦੇ ਲੋਕਾਂ ਨੂੰ ਕੋਈ ਸੁਨੇਹਾ ਦੇਣਾ ਹੋਵੇ? ਅੱਛਾ, ਹਾਂ ਬਈ, ਪਿੰਡ ਉਦੋਵਾਲ ਸੀ ਮੇਰਾ। ਉਦੋਵਾਲ ਤੋਂ ਮੈਂ ਇੱਥੇ ਆ ਗਿਆ। ਮੇਰਾ ਨਾਂ ਨਸਰੁੱਲਾ, ਮੈਂ ਬੂਟੇ ਦਰਜੀ ਦਾ ਮੁੰਡਾ। ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਮੈਂ ਬੂਟੇ ਦਰਜੀ ਦਾ ਮੁੰਡਾ ਹਾਂ। ਮੈਂ ਇੱਥੇ ਫੈਸਲਾਬਾਦ 'ਚ ਰਹਿੰਦਾ ਹਾਂ। ਜੇ ਕੋਈ ਜਿੰਦਾ ਹੋਏ ਤਾਂ ਮੇਰੀ ਵੱਲੋਂ ਬਈ ਉਹਨੂੰ ਦੁਆਵਾਂ ਸਲਾਮ ਆ, ਦੁਆਵਾਂ, ਅੱਲਾ ਉਹਨਾਂ ਨੂੰ ਠੀਕ ਠਾਕ ਰੱਖੇ। ਤੁਹਾਡੇ ਨਾਲ ਗੱਲ ਕਰਕੇ ਮੈਨੂੰ ਬਹੁਤ ਚੰਗਾ ਲੱਗਿਆ, ਬੜਾ ਸਵਾਦ ਆਇਆ, ਔਰ ਐਡੀ ਵਧੀਆ ਗੱਲਬਾਤ ਬਹੁਤ ਘੱਟ ਸੁਣਨ ਨੂੰ ਮਿਲਦੀ ਹੈ। ਤੁਸੀਂ ਦਿਲੋਂ ਤੁਹਾਡੇ ਵਾਸਤੇ ਦੁਆ ਨਿਕਲਦੀ ਹੈ ਕਿ ਜਿਉਂਦੇ ਵਸਦੇ ਹੱਸਦੇ ਨੱਸਦੇ ਰਹੋ ਅਤੇ ਇੱਕ ਵਾਰੀ ਫਿਰ ਜਵਾਨੀਆਂ ਮਾਣੋ। ਨਹੀਂ, ਅਲਹਮਦੁਲਿਲਾ, ਅੱਲਾ ਦਾ ਅਹਿਸਾਨ ਆ, ਅੱਲਾ ਨੇ ਸਿਹਤ ਦਿੱਤੀ ਹੋਈ ਆ, ਫਿਰ ਤਾਂ ਹੋ ਜਾਂਦਾ। ਅੱਲਾ ਸੋਹਣੇ ਦੇ ਹਵਾਲੇ। ਸੁਣੋ ਫਾਰਗ, ਚਲੋ ਮਿਹਰਬਾਨੀ। ਲੈ ਹੁਣ ਤੈਨੂੰ ਨਮਾਜ਼ ਪੜ੍ਹ ਕੇ ਮੈਨੂੰ ਛੱਡਿਆ।